ਟੈਸਟ ਕਰਨਾ ਪੈਣਾ ਨਾ ਇਹ ਕੀ ਉਹਦੇ ਚ ਆਉਂਦੀ ਕਿ ਨਹੀਂ ਆਉਂਦੀ ਉਹਦੇ ਇੱਧਰ ਪਾਸੇ ਉਹ ਮੈਨੂੰ ਨਾ ਬੋਣਾ ਨੂੰ ਕਦੇ ਉਹ ਬੈਠਾ ਕਿਹੜਾ ਆ ਕੇਰਾ ਪਿੱਛੇ ਨੂੰ ਹੀ ਦੂਰ ਪਹੁੰਚਾ ਦਿੰਦੇ ਨੇ ਇੱਥੇ ਇੱਥੇ ਬੋਲਦੇ ਤਾਂ ਹੋਰ ਲੈ ਕੇ ਮੈਂ ਪਰੇ ਉਹ ਨਾਲੇ ਝਿਮਟੇ ਵਾਲੇ ਜਾਂਦੇ ਨੇ ਉਹ ਫੇਰ ਨੇ ਉਧਰ ਨੂੰ ਭੱਜ ਜਾਂਦੇ ਆਦਮੀ ਆਖਦੇ ਆ ਗੇੜਾ ਦਬਾ ਦਿੰਦੇ ਨੇ ਉਹਦਾ ਪੂਰਾ ਜਿਹੜਾ ਉਹ ਆ ਜੀ ਲੈਂਸ ਜਿਹਾ ਉਹਦੇ ਨਾਲ ਚਲੇ ਜਾਂਦੇ ਉਹ ਫੇਰ ਸਾਰਿਆਂ ਨੂੰ ਲਿਆਉਂਦੇ ਨੇ ਵਿੱਚ ਕਦੇ ਬੀਬੀਆਂ ਆ ਗਈਆਂ ਕਦੇ ਭਾਈ ਆ ਗਏ ਕਦੇ ਜਤਾ ਆ ਗਿਆ ਕਦੇ ਮਹਾਰਾਜ ਆ ਗਏ ਇਕੱਲੇ ਹੀ ਹਾਂ ਲੈ ਜਾ ਪਰੇ ਰੋਈ ਚ ਇਹ ਪਿਛਲੇ ਪਾਸੇ ਵੀ ਹੈ ਹਾਂਜੀ ਦੇਖਣ ਨੂੰ ਹਾਂਜੀ ਉੱਥੋਂ ਨਹੀਂ ਦੇਖਦਾ ਉਹ ਸਾਹਿਬ ਬੈਠਿਆਂ ਨੂੰ ਪਿੱਛੇ ਦੀ ਉਹ ਅੱਖ ਕੈਮਰੇ ਨਾਲ ਵਾਂਗੂ ਇਹਦੇ ਚ ਸ਼ੀਸ਼ਾ ਹਾਂ ਇੱਧਰ ਆ ਜਾ ਇੱਧਰ ਇੱਥੇ ਪਾਈਪੁਰ ਹਾਂਜੀ ਉਹ ਇੱਧਰ ਆ ਜਾ ਜੇ ਕੋਈ ਗਲਤੀ ਫਲਤੀ ਕਪੜਾ ਕੁਪੜਾ ਸੁੱਧ ਕਰ ਦਿਆ ਕਰੀ ਉਹਦਾ ਤਾਂ ਮਾਰਾ ਉਹ ਦੇਖਦਾ ਹੀ ਆ ਆਹ ਤਾਂ ਟੈਸਟ ਹੀ ਕਰਦੇ ਹਾਂ ਸਿਚੁਏਸ਼ਨ ਉਹਦਾ ਫਿਰ ਚੰਗੀ ਤਰ੍ਹਾਂ ਸਾਰਾ ਸੈੱਟ ਕਰਕੇ ਜੀ ਫਿਰ ਦੇਖਾਂਗੇ ਉਹਨੂੰ ਪਲੇ ਕਰਕੇ ਵੀ ਕਿੱਥੇ ਵਾਪਸ ਅੱਛਾ ਖਰਾਬੀ ਤਾਂ ਨਹੀਂ ਹੈ ਜੀ ਨਾ ਸਾਖੀ ਸਾਹ ਇਹ ਭੁੱਖੀ ਰਹਿ ਗਈ ਤਾਂ ਪਿੰਨੀ ਕੱਢ ਹਾਂ ਉਹ ਸੁਣਾ ਦੋ ਉਹਦਾ ਮੈਂ ਅਗਲ ਗੁੱਸਾ ਹੋ ਜਾਂਦਾ ਵਾ ਕਿ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਆਪਣੇ ਇੱਥੇ ਹੁਣ ਇਸ ਟਾਈਮ ਕੋਈ ਨਹੀਂ ਗੁੱਸੇ ਹੋਣ ਵਾਲਾ ਬਾਹਰ ਇਹ ਤਾਂ ਹੁਣ ਭਰਨੀ ਤਾਂ ਨਹੀਂ ਆਇਆ ਨਹੀਂ ਜੀ ਨਹੀਂ ਭਰਦਾ ਨਹੀਂ ਜੀ ਹੈ ਭਰ ਜੂ ਨਹੀਂ ਜੀ ਨਹੀਂ ਟੈਸਟ ਕਰਦੇ ਜੀ ਉਦਾਂ ਹੀ ਆਹੋ ਉਹਦਾ ਫਿਰ ਇਧਰ ਨਹੀਂ ਸੁਣਾਉਂਦੇ ਤੇ ਤੂੰ ਰੱਖੀ ਬੈਠਾ ਹੋਵੇਂਗਾ ਇਹੋ ਥੱਲੇ ਜੀ ਰੱਖ ਛੱਡਦੇ ਹੈ ਨਹੀਂ ਕੁਝ ਵੀ ਇਹਦਾ ਲੀੜਾ ਬੜੋ ਏਟ ਕੇ ਵਿੱਚ ਭਰ ਲੈਂਦੇ ਤਾਂ ਟੈਸਟ ਹੀ ਕਰਦੇ ਹਾਂ ਜੀ ਉਹਦਾ ਕੋਈ ਐਸਾ ਪਰ ਹੁਣ ਕੰਮ ਹੋਣਾ ਉਧਰ ਪਰ ਜਾਣੀ ਫੋਟੋ ਹੀ ਆਉਂਦੀ ਹੈ ਜੀ ਉਹਦਾ ਸਾਡਾ ਕੋਈ ਉਹ ਤਾਂ ਟੈਸਟ ਕਰਦੇ ਆ ਮਹਾਰਾਜ ਫਿਰ ਆਪਾਂ ਮਟੇ ਦਿਆਂਗੇ ਜੀ ਜਿਹੜਾ ਕੋਈ ਇਹ ਮਿਟ ਜਾਂਦਾ ਜੀ ਇਹ ਮਿਟ ਜਾਂਦਾ ਜੀ ਹਾਂਜੀ ਹਾਂ ਮੇਟ ਦੇ ਵੀ ਠੀਕ ਹੈ ਤੁਸੀਂ ਕਹਿੰਦੇ ਮਿਟ ਗਿਆ ਸਾਹਮਣੇ ਹੀ ਮਹਾਰਾਜ ਜੀ ਹੁਣ ਤੁਹਾਡੇ ਕੋਲ ਥੋੜਾ ਝੂਠ ਬੋਲਣਾ ਹੋਰ ਤਾਂ ਕਿਤੇ ਬੋਲ ਹੀ ਲਈਏ ਮਾੜਾ ਮੋਟਾ ਇੱਥੇ ਮਹਾਰਾਜ ਜੀ ਉਹ ਤਾਂ ਐਂ ਸੀਗਾ ਵੀ ਕੋਈ ਹੈ ਮੁੰਡਾ ਸੀਗਾ ਜਿਵੇਂ 15-20 ਵਰੇ ਦਾ ਹੋਵੇ ਉਹ ਸੰਤਾਂ ਦਾ ਸੀ ਸੇਵਕ ਤਾਂ ਉਹਦਾ ਹੋ ਗਿਆ ਫਿਰ ਵਿਆਹ ਹੋਏ ਤੇ ਫਿਰ ਉਹ ਆਉਣੋਂ ਹਟ ਗਿਆ ਫਿਰ ਸੰਤਾਂ ਨੇ ਇੱਕ ਦਿਨ ਸਾਹਮਣੇ ਹੋ ਕੇ ਉਹਨੂੰ ਘੇਰਾ ਪਾਇਆ ਕਹਿੰਦਾ ਹੁਣ ਤੂੰ ਆਉਂਦਾ ਨਹੀਂ ਉਹ ਕੀ ਗੱਲ ਆ ਕਹਿੰਦਾ ਜੀ ਕੰਮਕਾਰ ਬਹੁਤ ਉਹ ਕਹਿੰਦੇ ਕੰਮਕਾਰ ਅੱਗੇ ਨਹੀਂ ਸਨ ਅੱਗੇ ਉਹਨਾਂ ਦਾ ਰੋਜ਼ ਕਹਿੰਦਾ ਜੇ ਸੱਚ ਗੱਲ ਤਾਂ ਇਹ ਹੈ ਵੀ ਹੁਣ ਮੇਰੀ ਹੋ ਗਈ ਸ਼ਾਦੀ ਜਦ ਮੈਂ ਇੱਧਰ ਨੂੰ ਆਉਣਾ ਤਾਂ ਰੋਣ ਲੱਗ ਜਾਂਦੀ ਹੈ ਘਰ ਵਾਲੀ ਜੇ ਰੋਣ ਲੱਗ ਜਾਂਦੇ ਫਿਰ ਤਾਂ ਨਹੀਂ ਮੈਂ ਆਉਂਦਾ ਉਹ ਕਹਿੰਦੇ ਭਾਈ ਇਹ ਤਾਂ ਦੁਨੀਆ ਦੀ ਝੂਠੀ ਪ੍ਰੀਤ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ ਇਸ ਕਰਕੇ ਤੂੰ ਇਹ ਝੂਠੇ ਪਾਸੇ ਨਾ ਲੱਗ ਇਹਨੂੰ ਤੂੰ ਹੁਣ ਪੇਕੀ 4 ਮਹੀਨੇ ਪੇਕੀ ਛੱਡਿਆ ਫਿਰ ਤੈਨੂੰ ਮੈਂ ਜੁਗਤੀ ਦੱਸੂਗਾ ਫਿਰ ਤੂੰ ਪ੍ਰੀਤ ਦੇਖ ਉਹਨਾਂ ਨੇ ਫਿਰ 4 ਮਹੀਨੇ ਉਹਦੀ ਪੇਕੀ ਛੱਡਿਆ ਤੇ ਆ ਕੇ ਉਹਨਾਂ ਸੰਤਾਂ ਨੇ ਆਖਿਆ ਆ ਜਾ ਉਰੇ ਫਿਰ ਸਾਹ ਚੜਾਉਣੇ ਤਰਾਉਣੇ ਸਿਖਾਏ ਉਹਨੂੰ 4 ਮਹੀਨੇ 'ਚ ਆਪੇ ਤਾਂ ਦਿਮਾਗ ਚੜ ਜਾਣਾ ਆਪੇ ਉਹਨੇ ਮਰ ਜਾਣਾ ਜੇ ਦਿਮਾਗ ਹੋ ਜਾਂਦਾ ਨਾੜਾਂ ਨਹੀਂ ਫਿਰ ਚੱਲਦੀ ਆਪੇ ਧਾਰ ਲੈਣੇ ਜੇ ਇਹ ਜੁਗਤੀ ਸਿਖਾ ਦੀ ਉਹਨੂੰ ਪੂਰੀ ਤੌਰ ਤੇ ਤਾਂ ਕਹਿੰਦਾ ਹੁਣ ਲਿਆ ਉਹਨੂੰ ਫਿਰ ਉੱਥੋਂ ਲਿਆਇਆ ਲਿਆ ਕੇ ਆ ਕੇ ਕਹਿੰਦਾ ਹੁਣ ਤੂੰ ਹਲ ਹੁਲ ਵਾਹੁਣਾ ਨਾ ਵਾਹੀ ਜਾ ਹਲ ਵਾਹ ਕੇ ਕਹਿੰਦਾ ਇੱਕ ਦਿਨ ਤੂੰ 4 ਵਜੇ ਸੁਨੇਹਾ ਹੀ ਆ ਜੀ ਹਲ ਛੱਡ ਕੇ ਤੇ ਉਹ ਕਹੂ ਤੂੰ ਕਿ ਅੱਜ ਸੁਨੇਹਾ ਆ ਗਿਆ ਕਹਿੰਦਾ ਮੈਨੂੰ ਤਾਂ ਅੱਜ ਮੇਰਾ ਪੇਟ ਦੁਖਦਾ ਹੈ ਇਉਂ ਕਹਿੰਦਾ ਪੇਟ ਦੁਖਦਾ ਉਹ ਤੈਨੂੰ ਜਮਾਣਾ ਦੇ ਹੋਰ ਕੀ ਹੈ ਕਰਦਿਆਂ ਕਹਿੰਦਾ ਦਿਨ ਛੁਪਾ ਦੇ
ਦਿਨੇ ਨਾ ਸਾਹ ਚੜਾ ਲਈ ਜੱਟ ਕਹਿੰਦਾ ਜਿਹਦੇ ਫੂਕ ਦਿੰਦੇ ਨੇ ਅਗੇ ਮਰ ਗਏ ਰਾਤ ਸਾਰੀ ਬੈਠਣਾ ਪਊ ਕਹਿੰਦਾ ਦਿਨ ਛਿਵੇ ਤੇ ਬਾਅਦ ਗਏ ਉਹਨੇ ਦਿਨ ਛਿਵੇ ਤੇ ਬਾਅਦ ਸਾਹ ਚੜਾਇਆ ਉਹਨੇ ਦੇਖਿਆ ਮਰ ਗਿਆ ਦਿਨ ਦਾ ਬਿਮਾਰ ਸੀ ਨਾ ਉਹ ਵੇਖ ਕੇ ਨਾ ਬਈ ਵੇਖ ਕੇ ਪਹਿਲਾਂ ਤਾਂ ਉਹਦੀ ਸਲਾਹ ਹੋਈ ਰੋਣ ਦੀ ਜਦੋਂ ਵੀ ਇੱਥੇ ਮੈਂ ਹਾਇ ਬੂ ਕਰਨ ਲੱਗੀ ਤਾਂ ਗਮਾਂਡਣਾ ਆ ਬੈਠਣੀਆਂ ਤਰਲਾ ਮਾਰ ਕੇ ਨਾ ਮੈਂ ਉਹਨਾਂ ਦੇ ਸਾਹਮਣੇ ਖਾ ਸਕਾਂ ਨਾ ਕੁਛ ਪੀ ਸਕਾਂ ਹਾਂ ਕਿੱਧਰ ਗਿਆ ਇਹ ਕੰਮ ਚੱਲਣਾ ਹੈ ਠੀਕ ਹੈ ਨਾ ਤੇ ਉਹਨੇ ਫਿਰ ਸੋਚ ਗਿਆ ਕਿ ਵੀ ਦਿਨ ਚੜ੍ਹਦੇ ਦੇ ਨਾਲ ਇਹ ਗੱਲ ਕਰਾਂਗੇ ਰੋਣ ਪਿੱਟਣ ਦੀ ਵੀ ਪਹਿਲਾਂ ਖੀਰ ਬਣਾ ਲਈਏ ਸਾਹਮਣੇ ਬੁੜੀਆਂ ਦੇ ਵੀ ਖਾਣਾ ਪੀਣਾ ਠੀਕ ਨਹੀਂ ਅਗਲਾ ਕਹਿੰਦੀ ਇਹਨੂੰ ਖਾਣ ਦੀ ਪਈ ਹੈ ਸਿਰ ਤੋਂ ਪਤੀ ਚਲੇ ਗਿਆ ਉਹਨੇ ਜੇ ਖੀਰ ਬਣਾਈ ਖੀਰ ਬਣਾ ਕੇ ਖੰਡ ਪਾ ਕੇ ਰੱਜ ਕੇ ਖਾ ਲਈ ਰੱਜ ਖਾ ਕੇ ਫਿਰ ਉਸਨੇ ਆਖਿਆ ਜੇ ਹੁਣ ਰੋਣ ਲੱਗੇ ਤਾਂ ਵੀ ਠੀਕ ਨਹੀਂ ਫਿਰ ਉਹਨਾਂ ਨੇ ਪੰਜੀਰੀ ਬਣਾਈ ਉਹਨੇ ਖੀਰ ਖਾ ਲਈ ਪੰਜੀਰੀ ਬਣਾਈ ਪਿੰਨੀਆਂ ਬਟਲੀਆਂ ਕੋਠੇ 'ਚ ਧਰ ਦਿੱਤੀਆਂ ਵੀ ਉਧਰੋਂ ਬਾਹਰੋਂ ਪਿੜਦੀ ਫਿਰਦੀ ਆਉਂ ਦੋ ਪਿੰਨੀਆਂ ਖਾਧੀਆਂ ਵਿੱਚੇ ਫਿਰ ਜਾ ਰੋ 10 ਦਿਨ ਦੇਖ ਲਓ ਉਹ ਆਉਂਦੇ ਰਹਿੰਦੇ ਨੇ ਪਕਾਉਣ ਵਾਲੇ ਤੇ ਉਹਨਾਂ ਨੇ ਬਸ ਫਿਰ ਪਿੰਨੀ ਬਣਾ ਕੇ ਉਹ ਸੀਗੀ ਮਧਰੀ ਉਹਨੂੰ ਖਿੱਚ ਕੇ ਉਸ ਦੇ ਛਾਤੀ ਤੇ ਧਰ ਕੇ ਉਹ ਪੰਜੀਰੀ ਰੱਖੀ ਪੜੋਲੀ 'ਚ ਹਾਂ ਉੱਚੀ ਉਹ ਕਰ ਕਰਾ ਕੇ ਹੋ ਗਏ ਫਿਰ ਦਿਨ ਚੜ੍ਹਨ ਵਾਲਾ ਹੋ ਗਿਆ ਫਿਰ ਉਹਨੇ ਬੈਣ ਸ਼ੁਰੂ ਕੀਤੇ ਜਦੋਂ ਬੈਣ ਸ਼ੁਰੂ ਕੀਤੀ ਕਮਾਂਡਣਾ ਵੀ ਆ ਗਿਆ ਹੋਰ ਵੀ ਆ ਕੇ ਹੋ ਗਿਆ ਕਿੱਧਰ ਨੂੰ ਜਾਈਏ ਕਿੱਧਰ ਨੂੰ ਜਾਈ ਲੱਗੀ ਕਰਨ ਫਿਰ ਕਹੇ ਬੈਣ ਪਾਣੇ ਸ਼ੁਰੂ ਕਰੇ ਵੇ ਤੂੰ ਕਿੱਧਰ ਗਿਆ ਮੈਨੂੰ ਵੀ ਨਾਲ ਲੈ ਜਾਂਦਾ ਐਂ ਬੈਣ ਪਾਏ ਤੇ ਵੇ ਤੂੰ ਕਿੱਧਰ ਗਿਆ ਮੈਨੂੰ ਵੀ ਕੁਛ ਦੱਸ ਜਾਂਦਾ ਮੇਰੇ ਸਹੁਰੇ ਜਾਇਆ ਆ ਦਿਨ ਜਦੋਂ ਸਾਰਾ ਕੰਮ ਕਰ ਹਟੀ ਫਿਰ ਉਹ ਜਾਗ ਪਿਆ ਜੀ ਉਹ ਪੁਰਾਣੀ ਤਾਰਨੇ ਸਨ ਬੈਠਾ ਹੋ ਗਿਆ ਕਹਿੰਦਾ ਮੈਂ ਤੈਨੂੰ ਕੀ ਦੱਸਾਂ ਤੂੰ ਪੜੀ ਪੜਾਈ ਖੀਰ ਸੜੱਪੀ ਖਾ ਲਈ ਹੁਣ ਰੌਲੀ ਪਾਈ ਫਿਰ ਦੂਆ ਉਹਦਾ ਬੈਂਡ ਦਾ ਕਹਿੰਦਾ ਮੈਂ ਤੈਨੂੰ ਕੀ ਦੱਸਾਂ ਤੂੰ ਮੇਰਾ ਖਹਿੜਾ ਛੱਡ ਅਜੇ ਵੀ ਭੁੱਖੀ ਰਹਿ ਗਈ ਤਾਂ ਪਿੰਨੀ ਕੱਢ ਬਾ ਫਿਰ ਉਹਨੂੰ ਫਤਿਹ ਬੁਲਾ ਕੇ ਕਹਿੰਦਾ ਕਰਦੀ ਮਾਂ ਲੈ ਖੇਤੀ ਤੇਰੀ ਹੈ ਮੈਂ ਤਾਂ ਸੰਤਾਂ ਕੋਲ ਗਿਆ ਫਿਰ ਸੰਤਾਂ ਕੋਲ ਹਾਜ਼ਰ ਹੋ ਗਿਆ ਕਹਿੰਦਾ ਠੀਕ ਹੈ ਮਹਾਰਾਜ ਜਿਹੜਾ ਤੁਸੀਂ ਦੱਸਿਆ ਸੀ ਇਹ ਹੋਇਆ ਸਾਖੀ ਇਹ ਮੋਦੀਆਂ ਸਾਖੀਆਂ ਬਹੁਤ ਚੰਗੀ ਲੱਗੀ ਚਲ ਹੁਣ ਬੰਦ ਕਰਕੇ ਦੇਖ ਲਓ ਟੈਸਟ ਕਰਕੇ ਬਾਣੀ 'ਚ ਬਹੁਤ ਲਿਖਿਆ ਹੁਣ ਉਹੀ ਸੁਣਾਉਣਗੇ ਹੁਣ ਉਹੀ ਸੁਣਾਉਣਗੇ ਇਹ ਨਾ ਹਟਣਾ ਤਾਂ ਨਹੀਂ ਉਹ ਤਾਂ ਮਿਟ ਜਾਣੀ ਉੱਤੋਂ ਦੀ ਜਿਹੜੀ ਹੁਣ ਟੇਪ ਵੀ ਚਾਹੀਦੀ ਹੈ ਨਾ ਫਿਰ ਆਪਾਂ ਨੂੰ ਐਵੇਂ ਕਹਿੰਦੇ ਭਰਾਂਗੇ ਉਹ ਤਾਂ ਹਾਂਜੀ ਫਿਰ ਆਪਾਂ ਮੇੜ ਤੇ ਨਹੀਂ ਹੁਣ ਇਹ ਨਹੀਂ ਜੀ ਦੇਖ ਲਈ ਤੂੰ ਮਹਾਰਾਜ ਜੀ ਗੱਲ ਇਹ ਆ ਵੀ ਇਹ ਮੇਟਣ ਵਾਲੀ ਚੀਜ਼ ਤਾਂ ਹੈ ਨਹੀਂਗੀ ਇੱਕ ਹੋਰ ਸੁਣਾ ਦਈਏ ਛੋਟੀ ਜੀ ਸੁਣਾ ਦੇ ਕਿ ਨਾ ਅੱਛਾ ਇੱਕ ਕੋਈ ਲੜਕੀ ਸੀ ਤੇ ਉਹਦੇ ਸੱਸ ਸਹੁਰਾ ਨਹੀਂ ਸੀ ਤਾਂ ਘਰੇ ਇਕੱਲੀ ਸੀ ਇੱਕ ਉਹਦਾ ਪਤੀ ਆਪਣਾ ਖੇਤੀ ਉਹ ਤੂੰ ਹੋਰ ਨੇੜੇ ਕਰੀ ਜਾਣਾ ਇਹਨੂੰ ਬਸ ਇੱਕ ਉਹਦਾ ਪਤੀ ਸੀ ਉਹ ਬਾਹਰ ਖੇਤੀ ਕਰਿਆ ਕਰੇ ਬਸ ਫਿਰ ਉਹ ਜਦੋਂ ਹੈ ਦੁੱਧ ਰਿੜਕਣਾ ਦੁੱਧ ਰਿੜਕ ਕੇ ਫਿਰ ਐਂ ਕਰਦੀਆਂ ਹੁੰਦੀਆਂ ਨਾ ਐਂ ਵੀ ਮੱਖਣ ਦੇ ਦਾਣੇ ਛੰਨੇ 'ਚ ਪਾਈ ਜਾਣੇ ਤੇ ਪੀ ਲੈਣਾ ਪੀ ਕੇ ਫਿਰ ਝਾੜੂ ਫਿਰ ਨਾ ਤਾਕਤ ਪਈ ਸੀ ਨਟ ਵਾਂਗੂ ਫਿਰਿਆ ਕਰੇ ਝਾੜੂ ਦਿੰਦੀ ਫਿਰ ਕਹਿੰਦੇ ਅਣਦੇ ਨਾ ਕਰ ਸੱਸ ਨਾ ਕਰਨ ਦੇ 2 ਖੱਪੇ ਹੋਰ ਲਾ ਲਈਏ ਫਿਰ ਮੱਖਣੀ ਨੇਰੀ ਉਹਨੇ ਦੇਖਿਆ ਤਾਂ ਪਿੱਛੋਂ ਉਹਨੇ ਫਿਰ ਉਸਦੇ ਘਰ ਵਾਲੇ ਨੇ ਕਿਹਾ ਕਿ ਉਹ ਆਪਾਂ ਵੇਚਣਾ ਹੁਣ ਸਰਕਾਰੀ ਢਾਲ ਪੈਣੀ ਹੈ ਤੇ ਉਹ ਆਪਾਂ ਦਿਆਂਗੇ ਕਹਿੰਦੀ ਮੌਜਾਂ ਨਾਲ ਹਲਵਾ ਹੀ ਜਾਣਾ ਨਾ
ਕਦੇ ਤੇਰੀ ਭੂਆ ਦਾ ਪੁੱਤ ਆ ਗਿਆ, ਕਦੇ ਮਾਸੀ ਦਾ ਪੁੱਤ ਆ ਗਿਆ, ਆਉਂਦੇ ਨੇ ਪ੍ਰਾਹੁਣੇ ਤਰਾਉਣੇ ਸਭ ਨੂੰ ਪਾਈ ਜਾਂਦਾ। ਜੀ ਮਹਾਰਾਜ ਜੀ। ਤੇ ਤੈਨੂੰ ਕੀ ਪਤਾ ਉੱਥੇ ਬੈਠੇ ਨੇ ਦੋ ਕੋ। ਜੀ ਮਹਾਰਾਜ। ਫਿਰ ਉਸਨੇ ਆਖਿਆ ਵੀ ਇੰਨੀ ਪ੍ਰਾਹੁਣੇ ਜੇ ਹੁਣ ਮੈਨੂੰ ਨਾ ਮਿਲਣ। ਫਿਰ ਉਸਨੇ ਇੱਕ ਦਿਨ ਤੜਕੇ ਬਲਦ ਬਾਹਰ ਨੂੰ ਛੱਡਤਾ, ਪੜੋਲੇ 'ਚ ਵੜ ਕੇ ਬੈਠ ਗਿਆ। ਪੜੋਲੇ 'ਚ ਵੜ ਕੇ ਬੈਠਾ ਤਾਂ ਫਿਰ ਉਹਨੇ ਉਹੀ ਕੰਮ ਕਰਨਾ ਸੀ। ਪਹਿਲਾਂ ਦੁੱਧ ਰਿੜਕਿਆ ਪੀਤਾ, ਫਿਰ ਉਹਨੇ ਝਾੜੂ ਦਿੱਤਾ, ਫਿਰ ਉਸਨੇ ਮੱਕੜ ਫਿਰ ਭੱਜ ਗਿਆ ਵੀ ਅਣਦੇ ਕਰਕੇ ਨਾ ਕਰ ਸੱਸ ਨਾ ਕਰਨਾ ਦੇ ਜਦੇ ਫਿਰ ਖਾ ਜਾਏ ਮੱਖਣ। ਤਾਂ ਉਹ ਅੰਦਰ ਬੈਠੇ ਸੀ, ਨਿਕਲਿਆ ਫਿਰ ਬਾਹਰ। ਉਹ ਕਹਿੰਦਾ ਹਾਲਾ ਹਾਲਾ ਹਾਲਾ, ਨਾ ਕਰ ਸਹੁਰਾ ਨਾ ਕਰ ਸਾਲਾ, ਦੋ ਸਲੀਆਂ ਮੈਨੂੰ ਵੀ ਲਾ ਲੈਣ। ਬਸ ਫਿਰ ਉਹਨੇ ਵੀ ਲਾ ਦਿਆ ਦੋ। ਉਹ ਬੱਕਰੀ ਵਾਲੇ ਕਿਵੇਂ ਸੀ ਮਹਾਰਾਜ ਜੀ? ਉਹ ਬੱਕਰੀ ਤੇ ਲੰਬੀ ਹੈ ਬਈ। ਨਾ ਲੰਬੇ 5-10 ਮਿੰਟ ਅਰੇ ਆਪਣੇ ਕੋਲ ਟਾਈਮ ਹੈਗਾ ਜੀ, ਬਹੁਤ ਹੈਂ? ਹੈਗਾ ਯਾਰ, ਅੱਧਾ ਪੌਣਾ ਘੰਟਾ ਹੈਗਾ ਜੀ ਆਪਣੇ ਕੋਲ। ਉਹ ਤਾਂ ਉਹ ਇਸ ਭਾਲ ਹੀ ਹੈ, ਉਹ ਵੀ ਹੈ ਚਲਾਕੀਆਂ ਨੂੰ। ਸੁਣਾ ਦੋ ਨਾ ਤਾਂ ਚੰਗੀ। ਉਹ ਹੈ ਤਾਂ ਚੰਗੀ। ਇਹ ਹੁਣ ਉਹ ਇੱਕ ਸੀਗੇ ਇੱਕ ਪਿੰਡ ਦੇ 5 ਪ੍ਰੇਮੀ ਵੀ ਆਪਾਂ ਸਰਕਾਰੀ ਨੌਕਰੀ ਫੌਜ ਵਿੱਚ ਭਰਤੀ ਹੋ ਗਈ। 2 ਸਕੇ ਭਰਾ ਸਾਂ, 3 ਫਿਰ ਪਿੰਡ ਦੇ ਹੋਰ ਇਕੱਲੇ ਇਕੱਲੇ। ਤੇ ਉਹ ਬਾਹਰ ਨੂੰ ਜਲੇ ਵੀ ਭਰਤੀ ਹੋਣ ਵਾਸਤੇ ਤੁਰ ਪਏ। ਭੂਤਨੀ ਨੇ ਦੇਖਿਆ ਵੀ 5 ਮੁੰਡੇ ਜਾਂਦੇ ਨੇ। ਭੂਤਨੀ ਨੇ ਇੱਕ ਲੜਕੀ ਬਣ ਕੇ ਨਾ ਇੱਕ ਬੱਕਰੀ ਬਣ ਕੇ ਉਹਨਾਂ ਦੇ ਮਗਰ ਲੱਗ ਗਈ ਮਿਆਂ ਮਿਆਂ ਕਰਕੇ। ਤਾਂ ਉਹ ਮੋੜਨ ਤਾਂ ਉਦੋਂ ਮੁੜ ਜਾਵੇ ਜਾਂ ਤਾਂ ਉਹਨੂੰ ਪਿੱਛੇ ਫੇਰ ਮਿਆਂ ਮਿਆਂ ਕਰੇ। ਫਿਰ ਉਹ ਕਹਿੰਦੇ ਓਏ ਆਪਾਂ ਹੁਣ ਅਗਲੇ ਉਹਨਾਂ ਦੇ ਬਾਅਦ ਵੀ ਕਿਸੇ ਦੀ ਬੱਕਰੀ ਵਾਲਾ ਗੱਲ ਨਾ ਪਾਈ ਜਾਵੇ, ਸਾਡੀ ਲਈ ਜਾਂਦੇ ਹੋ। ਉਹ ਕਹਿੰਦੇ ਆਪਾਂ ਦੁੱਧ ਪੀਆ ਕਰਾਂਗੇ, ਆਪਣੀ ਬੁਰੀ ਹੈ। ਚਲੋ ਨਾਲ ਲੈ ਗਏ। ਜਿੱਥੇ ਰਾਤ ਹੁਣ ਪਈ ਉਹਨਾਂ ਨੇ ਤਾਂ ਉੱਥੇ ਬੱਕਰੀ ਕੋਲੇ ਬਹਿ ਗਈ। ਬੱਕਰੀ ਚੋਈ ਤਾਂ ਉਹਦੇ 'ਚੋਂ 5 ਸਿਰ ਪੱਕਾ ਦੁੱਧ ਨਿਕਲਿਆ। ਸਿਰ ਤੱਤਾ ਕਰਕੇ ਪੀ ਲਿਆ ਉਹਨਾਂ ਨੇ। ਪੀ ਕੇ ਕਹਿੰਦੇ ਆਪਾਂ ਇਉਂ ਕਰੋ ਵੀ ਇਹਨੂੰ ਗਿੱਦੜ ਕੋ ਧਾਰਾ ਖਾ ਜਾਏ, ਇੱਕ ਜਣਾ ਪਹਿਰੇ ਬੈਠੋ, 4 ਸੌਂ ਜਾਓ। ਇੱਕ ਜਣਾ ਜਾਂ ਪਹਿਰੇ ਵਾਲਾ ਬੈਠਾ ਲੱਗਿਆ ਨਾ ਸੌਣ, ਉਹਨੂੰ ਖਾ ਗਈ। ਭੂਤਨੀ ਜੋ ਸੀ ਖਾ ਕੇ ਰੱਜ ਕਿਉਂ ਫਿਰ ਬਹਿ ਗਈ। ਉਹ ਤੜਕੇ ਜੇ ਜਾਗੇ ਕਹਿੰਦਾ ਆ ਅਸੀਂ ਸਾਲਾ ਨੌਕਰੀ ਕਰਨ, ਹੁਣ ਭੱਜ ਗਿਆ, ਮਾਪਿਆਂ ਦਾ ਮੋਹ ਆ ਗਿਆ। ਉਹਨੂੰ ਕੀ ਪਤਾ ਵੀ ਇਹ ਕਰਦੀ ਹੈ ਕੁਛ। ਚੱਲ ਭਾਜੇ ਆਪਾਂ ਕੀ ਲੈਣਾ, ਚੱਲ ਚਾਰੇ ਤੁਰ ਪਏ। ਅਗਲੇ ਜੇ ਰਾਤ ਗਏ ਤਾਂ ਫਿਰ ਉਹਨਾਂ ਨੇ ਜੋ ਚੋਈ ਬਸੇਰੀ ਫੇਰ ਨਿਕਲਿਆ, ਸਵਾ ਫੇਰ ਆ ਗਿਆ ਉਹਨਾਂ ਨੂੰ। ਤਾਂ ਫਿਰ ਉਹਨੇ ਦਿੱਤਾ ਕਰਕੇ ਪੀ ਲਿਆ। ਤੇ ਫਿਰ ਉਹਨੂੰ ਕਹਿੰਦਾ ਲੈ ਜੇ ਤਾਂ ਭੱਜਣਾ ਦੱਸ ਦੇ, ਉਹਦੇ ਵਾਂਗੂ ਨਾ ਭੱਜੀ। ਕਹਿੰਦਾ ਅਸੀਂ ਜਾਣਾ, ਇਹਦੇ ਸ਼ੌਂਕ ਨਾਲ ਜਾਣਾ। ਜਦ ਉਹਨੂੰ ਨੀਂਦ ਆਉਣ ਲੱਗੀ ਬੈਠਾ ਸੌਂ ਜਾਂਦਾ ਆਦਮੀ, ਤੇ ਉਹਨੂੰ ਵੀ ਖਾ ਗਈ। ਫਿਰ 30 ਰਾਤ ਫੇਰ ਹੋਈ। 30 ਰਾਤ ਇਹੀ ਕੰਮ ਫਿਰ ਉਹਨੇ ਕੀਤਾ। ਤਾਂ ਫਿਰ ਇਹ 3 ਨਿਬੇੜਤੇ। ਤੇ ਚੌਥੀ ਜੇ ਰਾਤ ਹੋਈ, ਉਹ 2 ਸਕੇ ਭਰਾ ਸਨ। ਇੱਕ ਪਹਿਰੇ ਤੇ ਬਹਿ ਗਿਆ, ਇੱਕ ਸੌ ਗਿਆ। ਉਹਨੂੰ ਫਿਰ ਖਾ ਗਈ ਹੈ ਚੌਥੇ ਨੂੰ। ਤੇ ਚੌਥੇ ਨੂੰ ਖਾ ਕੇ ਤੇ ਉਹਦੇ ਸ਼ੱਕ ਪੈ ਗਿਆ ਤਾਂ ਕੋਈ ਹੋਰ ਚੀਜ਼ ਹੈ। ਸ਼ੱਕ ਪਏ ਤੇ ਭੱਜਾ ਜੀ ਬੂ ਬੂ ਕਰਦਾ, ਉਹਦੇ ਡਰਦਾ। ਇੱਕ ਘੋੜੇ ਵਾਲਾ ਸਾਹਮਣੇ ਆਵੇ ਸ਼ਿਕਾਰ ਖੇਡਣੀ, ਉਧਰ ਨੂੰ ਭੱਜਿਆ। ਉਸਨੇ ਝੱਟ ਰੂਪ ਲੜਕੀ ਦਾ ਬਣਾ ਲਿਆ। ਤੇ ਉਹ ਕਹਿੰਦਾ ਜੀ ਇਹ 4 ਮੇਰੇ ਨਾਲ ਦਿਆਂ ਨੂੰ ਖਾ ਲਓ, ਖਮਣੀ ਕੀ ਹੈ ਕੀ ਨਹੀਂ, ਮੈਂ ਡਰਦਾ ਭੱਜਦਾ, ਮੇਰਾ ਕੋਈ ਇਲਾਜ ਕਰੋ, ਰੋਵੇ ਨਾਲੇ। ਤਾਂ ਉਹ ਕਹਿਣ ਲੱਗਿਆ ਕਿ ਉੱਥੇ ਜਾ ਖੜੀ ਲੜਕੀ, ਮਟਾਕੀ ਬਹੁਤ ਚੰਗੀ ਲੜਕੀ ਬਣ ਗਈ। ਉਹ ਕਹਿੰਦਾ ਕਿ ਤੂੰ ਇਹਨੂੰ ਕਿਉਂ ਤੰਗ ਕਰਦੀ ਹੈ? ਕਹਿੰਦਾ ਇਹ ਤਾਂ ਕਹਿੰਦਾ ਕਮਾਉਣ ਦਾ ਮਾਰਾ ਭੱਜਿਆ, ਕੋੜੀ ਮਕਰਾ ਹੈ। ਮਕਰਾ ਆਦਮੀ ਹਲ ਨਹੀਂ ਬਾਹ ਸਕਦਾ, ਖੇਤ ਨਹੀਂ ਕਰਦਾ, ਐਵੇਂ ਬੂ ਕਰਦਾ ਸਾਲਾ ਭੱਜਿਆ ਹੋਇਆ। ਤੇ ਉਹ ਕਹਿੰਦਾ ਤੂੰ ਇਹਨੂੰ ਨਾ ਤੰਗ ਕਰ, ਮੇਰੇ ਘੋੜੇ ਤੇ ਬਹਿ ਜਾ। ਕਹਿੰਦਾ ਹਜ਼ੂਰ ਲੈ ਚਲੋ। ਉਹਦੇ ਘੋੜੇ ਦੇ ਪਿਛਲੇ ਪਾਸੇ ਬਹਿ ਗਈ। ਅੱਗੇ 3 ਰਾਣੀਆਂ ਉਹਦੀਆਂ ਅੱਗੇ ਸਨ। ਚੌਥੀ ਇਹ ਹੋਰ ਥਾਂ ਕਰਦੀ, ਉਹ ਤੇ ਨੱਡ ਸੀ। ਉਹਨਾਂ ਰਾਤ ਨੂੰ ਇੱਕ ਉਹਨਾਂ ਦਾ ਘੋੜਾ ਖਾ ਗਈ।
ਜਿਹੜਾ ਸਰਕਾਰੀ ਘੋੜੇ ਹੁੰਦੇ ਨੇ। ਜੀ ਮਹਾਰਾਜ ਘੋੜਾ ਖਾ ਕੇ ਤਾਂ ਉਹ ਅਗਲੇ ਦਿਨ ਫਿਰ ਕਹਿੰਦੇ ਹਜ਼ੂਰ, ਉਹ ਬੜਾ ਉਹਨਾਂ ਪੈੜਾਂ ਕਢਾਈਆਂ, ਬੜੇ ਕੁੱਟਮਾਰ ਲੋਕਾਂ ਨੇ ਕੀਤੀ, ਤੇ ਅਗਲੇ ਦਿਨ ਫਿਰ ਉਹਨਾਂ ਨੇ ਫਿਰ ਘੋੜਾ ਖਾ ਗਿਆ। ਉਹਨਾਂ ਦੇ ਮੰਜਿਆਂ ਹੇਠਾਂ ਖੱਲੜ ਦੱਬਦਿਆ ਕਰੇ ਘੋੜਿਆਂ ਦੇ, ਤੇ 3 ਘੋੜੇ ਖਾਦੇ, 3 ਰਾਣੀਆਂ ਸਨ, ਤਿਹਾਂ ਦੇ ਮੰਜੇ ਹੇਠਾਂ। ਕਹਿੰਦੇ ਹਜ਼ੂਰ ਮੈਥੋਂ ਸੱਚ ਪੁੱਛਦੇ ਹੋ, ਇਹ ਖਰਾਬ ਨਾ ਦੇਣਾ, ਇਹਨਾਂ ਦੇ ਮੰਜੇ ਚਕਾਓ। ਮੰਜੇ ਚਕਾਏ ਤੇ ਹੇਠਾਂ ਕੋ ਘੋੜਿਆਂ ਦੇ ਖੁਰ, ਕੰਨ, ਸਾਰਾ ਉਹਦਾ ਕਾਰਨਾਮਾ। ਕਹਿੰਦੇ ਇਹ ਖਾਂਦੀਆਂ ਨੇ ਤੇ ਆਹੀ ਇੱਥੇ ਰਹਿੰਦੀਆਂ ਨੇ। ਉਹਨਾਂ ਨੂੰ ਰਾਜੇ ਨੂੰ ਆਇਆ ਗੁੱਸਾ, ਉਹਦੇ ਤਾਂ ਸ਼ੱਕ ਕੋਈ ਨਾ। ਉਹਨਾਂ ਨੇ ਭੋਰੇ ਸਿੱਟੀਆਂ। ਭੋਰਾ ਹੁੰਦੇ ਜਿਹੜੇ ਦਾਣੇ ਰਾਜੇ ਰੱਖਦੇ ਹੁੰਦੇ, ਬਈ ਕਾਲ ਕੂਲ ਜੇ ਪੈ ਜਾਏ ਤਾਂ ਇਸੇ ਭਵਲ ਨੂੰ ਦਿਆ ਕਰਾਂ। ਤੇ ਉੱਥੇ ਉਸ ਨੂੰ ਕਰਤਾ, ਤੇ ਇੱਕ ਦੇ ਫਿਰ ਲੜਕਾ ਸੀ ਵਿੱਚੇ ਉਹ ਸਿੜਦਾ ਉਹ ਫਿਰ ਹੌਲੀ ਹੌਲੀ ਅੰਦਰ ਇਹ ਸਾਰਾ ਕੰਮ ਖਾ ਪੀ ਲਿਆ ਕਰਨ। ਉਹ ਮੁੰਡੇ ਨੇ ਪਹੋਡੇ ਬਣਾ ਬਣਾ ਕੇ ਤਾਂ ਚੜ੍ਹ ਜਾ ਕਰੇ, ਤੇ ਸ਼ਹਿਰ ਦੇ ਵਿੱਚੋਂ ਲਿਆ ਕੇ ਮੰਗ ਪੈਂਦੀ ਉਹਨਾਂ ਨੂੰ ਖਵਾ ਕੇ ਤੇ ਆ ਮਾਵਾਂ ਨੂੰ। ਇਹ ਸਰਦਾਰ ਨਹੀਂ ਬਣੀ ਬੈਠੀ ਜੀ, ਫਿਰ ਇਹੀ ਰਹਿ ਗਈ ਉੱਥੇ, ਹੋਰ ਤਾਂ ਕੋਈ ਰਹਿ ਨਹੀਂ ਗਿਆ। ਇਹ ਚਿਰਾਂ ਦੇ ਮਗਰੋਂ ਉਹ ਮੁੰਡੇ ਨੂੰ ਮਾਰਨ ਫਿਰੇ, ਜਿਹੜਾ ਬਾਹਰ ਚੜ੍ਹਦਾ ਸੀ, ਵੀ ਇਹ ਤੇ ਗੱਭਰੂ ਹੋ ਗਿਆ, ਕੋਈ ਐਸਾ ਭੇਦ ਨਾ ਪਾਵੇ ਜਿਹੜਾ ਮੈਨੂੰ ਖਰਾਬੀ ਹੋਵੇ। ਤੇ ਇੱਕ ਦਿਨ ਉਹ ਖਣ ਪੱਟੀ ਲੈ ਕੇ ਪੈ ਗਈ। ਖਣ ਪੱਟੀ ਕਿਵੇਂ ਲੈਂਦੀ ਹੈ, ਕੇਸ ਖੰਡਾ ਲੈਣੇ, ਨਾ ਖਾਣਾ ਪੀਣਾ, ਰੋਈ ਜਾਣਾ। ਉਹ ਰਾਜਾ ਆਇਆ ਤਾਂ ਕਹਿੰਦਾ ਰਾਣੀ ਨੂੰ ਕਿਵੇਂ ਕੀ ਤਕਲੀਫ ਹੈ? ਕਹਿੰਦੀ ਹੈ ਕਿ ਮੇਰੀਆਂ ਅੱਖਾਂ ਦੁਖੀ, ਕੋਈ ਦਵਾਈ ਲਿਆ ਦੀਏ। ਕਹਿੰਦਾ ਦਵਾਈ ਨਾਲ ਨਹੀਂ ਰਾਜੀ ਹੁੰਦੀਆਂ, ਇੱਕ ਮੁੰਡਾ ਹੈ ਆਪਣੇ ਇੱਧਰੋਂ ਕਿਲੇ ਚੋਂ ਨਿਕਲਦਾ, ਜੇ ਉਹਨੂੰ ਭੇਜੋ ਤਾਂ ਬਾਣ ਕੁੱਤੇ ਦੀ ਲਿੱਦ ਲਿਆਵੇ ਨਾ, ਉਹ ਤੱਤੀ ਕਰਕੇ ਬੰਨੀਏ ਤਾਂ ਜਾ ਕੇ ਰਾਜੀ ਹੁੰਦੇ। ਉਹ ਕਹਿੰਦਾ ਕਿੱਥੇ ਗਾ, ਆ ਕੇ ਮੈਂ ਚਿੱਠੀ ਲਿਖੂੰਗੀ। ਬਸ ਉਹਨਾਂ ਨੇ ਆਪਣਾ ਉਹ ਤਿਆਰ ਕਰਤਾ। ਉਹ ਕਹਿੰਦਾ ਮੇਰੀਆਂ 3 ਮਾਵਾਂ ਨੂੰ, ਇਹਨਾਂ ਨੂੰ ਮੈਂ ਮੰਗ ਕੇ ਖਵਾਉਣਾ, ਇਹਨਾਂ ਤਾਂ ਮੈਂ ਜਾਊਂਗੀ ਜਿਹਨੂੰ ਰਾਸਣ ਦੇ। ਉਹਨੇ ਦੇ ਦਿੱਤਾ ਰਾਜੇ ਨੇ, ਸਭ ਪਾਣੀ ਪਾਣੀ ਦਾ ਪ੍ਰਬੰਧ ਕਰਤਾ ਵੀ ਇਹ ਰਹਿਣ ਉਤਰੇ ਤੇ ਆਪਣਾ ਇਹ ਆ ਖਾਣ ਪੀਣ। ਫਿਰ ਉਹ ਲੈ ਕੇ ਘੋੜੇ 'ਤੇ ਚੜ੍ਹ ਕੇ ਗਿਆ ਉੱਧਰ, ਜਾਂ ਬਹੁਤ ਮਜਲ ਕਰਕੇ ਗਿਆ। ਤਾਂ ਇੱਕ ਪਿੰਡ ਦੀ ਬੁੜੀ ਕਹਿੰਦੀ ਬਈ ਭਾਈ ਕਿੱਧਰ ਜਾਣਾ ਤੂੰ? ਕਹਿੰਦਾ ਮੈਂ ਬਾਣ ਕੁੱਤੇ ਦੀ ਲਿੱਦ ਲੈਣੀ। ਉਹ ਕਹਿੰਦਾ ਤੈਨੂੰ ਬਾਣ ਕੁੱਤਾ ਖਾ ਜੂ। ਉਹ ਤਾਂ ਮਰਵਾਉਣਾ ਚਾਹੁੰਦੀ ਸੀ ਉਸ ਨੂੰ, ਇਹ ਜੇ ਗੱਭਰੂ ਹੋ ਗਿਆ ਤੇ ਇਸਨੇ ਮੈਨੂੰ ਛੱਡਣਾ ਨਹੀਂ। ਉਹ ਕਹਿੰਦਾ ਮਾਈ ਮੈਂ ਆਇਆ ਐਸੇ ਕੰਮ ਨੂੰ ਆ ਕੇ ਸੁੱਤਾ ਪਿਆ ਹੁੰਦਾ। ਉਹ ਜਦ ਕੋਈ ਚੀਜ਼ ਲੈ ਕੇ ਤੁਰਦਾ ਛਾਲ ਮਾਰ ਕੇ ਬਰਾਬਰ ਆ ਪੈਂਦਾ। ਉਹ ਬੁੜੀ ਕਹਿੰਦੀ ਆਖੇ ਤੂੰ ਜੇ ਨਹੀਂ ਹਟਦਾ ਮੈਂ ਤੈਨੂੰ ਫੁਲਕੇ ਪਕਾ ਦੇਣੀ ਆ। ਕਾਠੀ ਦੇ ਖੁਰਜੀਆਂ ਹੁੰਦੇ ਨੇ ਕਿੱਧਰ ਕਿੱਧਰ, ਇਹ ਪਾ ਲੈ। ਜਦ ਤੂੰ ਚੁੱਪ ਕਰਕੇ ਲਿੱਦ ਲੈ ਕੇ ਚੜ੍ਹ ਕੇ ਘੋੜਾ ਭਜਾਈ, ਜਦ ਉਹਨੂੰ ਆਊ ਜਾਗ ਤੇਰੇ ਬਰਾਬਰ ਛਾਲ ਮਾਰੂ। ਤੂੰ ਆ ਕਹਿੰਦਾ ਫੁਲਕੇ ਕਹਿ ਸਿੱਟ ਦੇ, ਫੁਲਕੇ ਮੇਰੇ ਐਸੇ ਸਾਹ ਨਾ ਉੱਡਿਆ ਕਰਨਗੇ, ਉਹਦੇ ਮੂੰਹ ਚ ਨਹੀਂ ਆਉਣਾ। ਬਸ ਜੀ ਫਿਰ ਉਹ ਜਾ ਕੇ ਸੁੱਤਾ ਪਿਆ ਸੀ। ਉਹ ਫੁਲਕੇ ਲੈ ਕੇ ਉਹਨਾਂ ਨੇ ਉੱਤਰ ਕੇ ਉਹ ਖੁਰਜੀਆਂ ਭਰ ਲਿਆ, ਘੋੜਾ ਪਿੱਛੇ ਨੂੰ ਦਬਲ ਗਿਆ। ਉਹਨੂੰ ਆ ਗਈ ਜਾਗ। ਕੋ 6 ਮੀਲ ਲੰਘ ਗਿਆ। ਉਹ 6 ਮੀਲ ਲੰਘਿਆ ਹੋਇਆ ਜਦ ਬਰਾਬਰ ਆ ਕੇ ਡਿੱਗਿਆ, ਉਹਨੇ ਉਹ ਫੁਲਕੇ ਸਿੱਟਦੇ। ਉਹ ਫੁਲਕੇ ਨੂੰ ਜਾਏ ਫੁਲਕਾ ਉੱਡ ਕੇ ਗਾਹਾਂ ਹੋ ਜਾਏ, ਐਸੇ ਹੌਲੇ ਫੁਲਕੇ ਇਉਂ ਕਰਦਾ ਕਰਦਾ 6 ਫੇਰ ਲੰਘ ਗਿਆ। ਫਿਰ ਆ ਕੇ ਬਸ ਉਹ 12 ਤੋਂ ਅੱਗੇ ਹੋ ਜਾਂਦਾ ਨਹੀਂ ਸੀ। ਫਿਰ ਉਹ ਆ ਕੇ ਉਹਨੂੰ ਲਿਆ ਕੇ ਉਸ ਨੂੰ ਰਾਣੀ ਲਓ ਜੀ ਬਾਣ ਕੁੱਤੇ ਦੀ, ਤਾਂ ਉਹ ਫਿਰ ਉਹ ਮਰਿਆ ਤਾਂ ਹੈ ਨਾ, ਉਹ ਤਾਂ ਫਿਰ ਉਹੋ ਜਿਹੀ ਰਹੀ। ਫਿਰ ਅਗਲੇ ਥੋੜ੍ਹੇ ਚਿਰਾਂ ਨੂੰ ਫਿਰ ਉਹ ਕਹਿਣ ਲੱਗੀ ਆਖਿਰ ਮੇਰਾ ਹੁਣ ਜੀਅ ਕਰਦਾ ਵੀ ਮੈਂ ਆਪਣੇ ਮਾਪਿਆਂ ਨੂੰ ਮਿਲਣਾ। ਆਖਿਰ ਮਾਪਿਆਂ ਨੂੰ ਕਿ ਕਿੱਥੇ ਕਹਿੰਦੇ ਤੇਰੇ ਮਾਪੇ? ਕਹਿੰਦੇ ਉਹ ਮੁੰਡਾ ਜਾਣਦਾ, ਉਸ ਨੂੰ ਫਿਰ ਤੋਰੋ। ਉਹ ਰਾਣੀਆਂ ਨੂੰ ਉਵੇਂ ਜਿਵੇਂ ਰਾਸ਼ਨ ਦਿਓ ਅਤੇ ਉਵੇਂ ਜਿਵੇਂ ਮੈਂ ਚਿੱਠੀ ਲਿਖ ਦੂੰ ਵੀ ਜੀ ਜਿੱਥੇ ਜਾਣਾ ਉਹ ਮੇਰੇ ਆ ਕੇ ਮਾਪਿਆਂ ਨੂੰ ਮਿਲ ਕੇ ਆਵੇ, ਸੁੱਖ ਸਾਂਦ ਦਾ ਪਤਾ ਲਿਆ। ਉਸ ਨੂੰ ਫਿਰ ਚਿੱਠੀ ਦੇ ਦਿੱਤੀ ਵੀ ਜਿੱਥੇ ਜਿਹੜਾ ਆ ਕੇ ਭੂਤ ਮਿਲੇ ਉਹੀ ਇਹਨੂੰ ਖਾ ਜਾਏ। ਉਹ ਭੂਤ ਨਹੀਂ ਸੀ, ਤਾਂ ਹੀ ਐਡੇ ਐਡੇ ਕੰਮ ਕਰਦੀ ਸੀ। ਭੂਤ ਨਹੀਂ ਸੀਗੀ, ਉਹਨਾਂ ਨੇ ਆਪਣੇ ਭੂਤਾਂ ਦੇ ਦੇਸ਼ ਨੂੰ ਤੋੜਤੀ।
ਉਹ ਅੱਗੇ ਜਾ ਕੇ ਇੱਕ ਰੋਹੀ ਬਿਆਬਾਨ ਦੇ ਵਿੱਚ ਇੱਕ ਪਲੰਗ ਪਿਆ ਤੇ ਉਹਨੇ ਮੈਂ ਕਹਾ ਕਈ ਦਿਨ ਦਾ ਨੀਂਦਰਾ ਉਹ ਘੋੜਾ ਬੰਨ੍ਹ ਕੇ ਇਹ ਚੂਰੀ ਕੁੱਟੀ ਉਹਦੇ 'ਚ ਵੀ ਛੇਕਿਆ ਤੇ ਇਹ ਉਹਨਾਂ ਨੇ ਆ ਕੇ ਪਰੀਆਂ ਦਾ ਹੁਕਮ ਸੀ। ਉਹ ਪਰੀਆਂ ਦੂਰੋਂ ਆਈਆਂ ਕਿ ਬੈਤਾਂ ਨਾ ਕੁੱਟਾਂਗੇ ਖਵਨੀ ਕਿੱਥੋਂ ਦਾ ਜੱਟ ਆ ਕੇ ਉੱਤੇ ਪੈ ਗਿਆ। ਉਹਨਾਂ ਨੇ ਜਗਾਇਆ ਕਰਿਆ ਕੁਰਿਆ ਜਾਂ ਪਹਿਲਾਂ ਉਹਦੇ ਸੁੱਤੇ ਪਏ ਦੇਖੇ ਚਿੱਠੀਆਂ, ਉਹ ਚਿੱਠੀਆਂ ਭੂਤਾਂ ਦੀਆਂ। ਉਹਨਾਂ ਨੇ ਆਪ ਲਿਖ ਦਿੱਤੇ ਵੀ ਜਿਹੜਾ ਭੂਤ ਟੱਕਰੇ ਉਹੀ ਕਹੇ ਆ ਭਾਣਜਾ ਜੀ ਰਾਜੀ ਹੋ। ਭਾਣਜਾ ਬਣਾਤਾ ਉਹਨਾਂ ਨੇ, ਜਿੱਥੇ ਲਿਖਿਆ ਸੀ ਇਹਨੂੰ ਮਾਰ ਦੇਵੇ। ਤਾਂ ਉਹ ਲਿਖ ਕੇ ਫਿਰ ਉਹਦੀ ਚੂਰੀ ਦੇਖੀ, ਉਹ ਵੀ ਬਹੁਤ ਵੇਲਾ ਜ਼ਹਿਰ ਪਾਈ ਹੋਈ। ਫਿਰ ਉਹਨਾਂ ਅਸਲੀ ਤਰ੍ਹਾਂ ਦੇ ਆਪਣੇ ਮੇਵੇ ਉਹ ਲਿਖ ਦਿੱਤੇ ਉਹਨੂੰ, ਫਿਰ ਜਗਾਤਾ। ਲੈ ਹੁਣ ਕਹਿੰਦਾ ਕਿ ਜਾ ਤੈਨੂੰ ਚੜ ਜਾ ਕੋਲ। ਗਾਹਾਂ ਫਿਰ ਭੂਤਾਂ ਦੇ ਟੋਲੇ ਆਏ ਜੀ। ਉਹ ਦੇਖ ਕੇ ਝੰਡੀ ਐਂ ਲਾਈ ਸੀ ਜਿਵੇਂ ਆਪਣੇ ਵੀ ਝੰਡੇ ਲਾ ਕੇ ਤੁਰਦੇ ਨਾ। ਉਹ ਝੰਡਾ ਫੜ ਕੇ ਸਾਰੇ ਸਿਰ ਪੁਲਿਸ ਸੁਣ ਜੀ ਭੂਤ ਆਹ ਭਾਣਜਾ ਜੀ ਰਾਜੀ ਹੋ, ਕਹਿੰਦਾ ਰਾਜੀ ਹੈ। ਕਰਦਾ ਕਰਦਾ ਉਹ ਫਿਰ ਉਹਨਾਂ ਦੇ ਉੱਤੇ ਨਾਂ ਲਿਖਿਆ ਸੀ ਉਹਦੇ ਮਾਮਿਆਂ ਦਾ। 3 ਮਾਮੇ ਸਨ, ਇੱਕ ਨਾਨੀ ਸੀ। ਤੇ ਉਹ ਮਾਮੇ ਮਿਲ ਗਏ। ਮਾਮਿਆਂ ਨੇ ਸਿਰ ਪੁੱਛਿਆ ਆ ਗਿਆ ਭਾਣਜਾ ਜੀ ਬੀਬੀ ਤਕੜੀ ਹੈ? ਵਖ ਬੜੀ ਤਕੜੀ ਹੈ। ਕਿੱਥੇ ਫਸੇ ਨੇ ਉਹ ਫਿਰ ਕਹਿੰਦੇ ਆ ਕਿ ਕਹਿੰਦਾ ਜਾ ਤੂੰ ਅਸੀਂ ਦੌੜੇ ਜਾ ਤੇ ਉੱਥੇ ਤੇਰੀ ਨਾਨੀ ਹੈਗੀ ਉਹਦੇ ਕੋਲ। ਉੱਥੇ ਨਾਨੀ ਕੋਲ ਜਾ। ਨਾਨੀ ਕੀ ਕਰੇ ਪੁੱਠੀ ਚੱਕੀ ਫੇਰੇ। ਆਪਾਂ ਤਾਂ ਐਂ ਫੇਰਦੇ ਨਾ, ਉਹ ਐਂ ਫੇਰਿਆ। ਤੇ ਉਹ ਕਹਿੰਦਾ ਕਿ ਨਾਨੀ ਪੁੱਠੀ ਚੱਕੀ ਫੇਰਦੇ। ਕਹਿੰਦੇ ਭਾਈ ਇਹ ਤੇਰੇ ਜਿੰਨਾ ਤੇਰੇ ਉਹ ਸੱਦਣੇ ਹੋਣ ਨਾ ਸਿੱਧੀ ਫੇਰ ਇੱਥੇ ਆ ਜਾਂਦੇ, ਜੇ ਪੁੱਠੀ ਚੱਕੀ ਫਿਰ ਭਲਾ ਇੱਥੇ ਜਾ ਆਉਂਦੇ ਲੋਕ। ਤੇ ਇਸ ਕਰਕੇ ਹੈ। ਫਿਰ ਉਹ ਸਾਰੀਆਂ ਗੱਲਾਂ। ਫਿਰ ਇੱਕ ਦੇਖਿਆ ਇੱਕ ਪਿੰਜਰੇ 'ਚ 4 ਤੋਤੀਆਂ 5 ਤੋਤੀਆਂ ਬਣੇ ਪਿੰਜਰੇ ਦੇ ਉੱਤੇ ਲੱਗੀ ਹੋਈ ਜਾਲੀ। ਕਹਿੰਦਾ ਕਿ ਇਹ ਨਾਨੀ ਕਿ ਆਹ ਕੀ ਹੈ? ਕਹਿੰਦਾ ਭਾਈ ਆਹ ਤਾਂ ਤੇਰੇ 3 ਮਾਮੇ ਨੇ, ਇੱਥੇ ਰਹਿੰਦੇ ਜਾਂ ਉਹਨਾਂ ਨੂੰ ਮਾਰ ਨਹੀਂ ਸਕਦਾ, ਜਾਨ ਇੱਥੇ ਹੈ। ਭਾਵੇਂ ਕਿਸੇ ਵੇਲੇ ਇੱਥੇ ਚੱਕਾ ਕੁਛ ਖਾਣ ਪੀਣ ਨਾ ਕੋਈ ਦੇਖ ਸਕੇ ਤੇ ਨਾ ਉਹਨੂੰ ਫੜ ਸਕੇ। ਇਹ ਆਹ ਜਾਨ ਉਹਨਾਂ ਦੀ ਹੈ। ਆਹ ਕਹਿੰਦਾ ਤੇਰੀ ਮਾਂ ਦੀ ਜਾਨ ਹੈ, ਉਹ ਜਿਹੜੀ ਜਿਹਨੇ ਭੇਜਿਆ ਸੀ। ਆਹ ਕਹਿੰਦਾ ਮੇਰੀ ਜਾਨ ਹੈ। ਇਹ ਉਹ ਪਿੰਜਰਾ ਵੇ ਉਹ ਤੋਂ ਪੁੱਛ ਲਿਆ ਬੁੜੀ ਤੋਂ ਬੜਿਆ ਬੜਿਆ। ਫਿਰ ਇੱਕ ਗਾਹਾਂ ਜਾ ਕੇ ਆ ਕਿ ਆਹ ਕੀ ਹੈ ਕਿ ਗੱਡਾ ਜਿਹਾ। ਇਹ ਕਹਿੰਦਾ ਕਿ ਉਹਨੂੰ ਖਟੋਲਾ ਜੇ ਕਿ ਇਹਦੇ 'ਤੇ ਚੜ੍ਹ ਕੇ ਕਿਸੇ ਰਾਜੇ ਨਾਲ ਜੰਗ ਕਰਨਾ ਹੋਵੇ ਨਾ ਇਹਦੇ 'ਤੇ ਚੜ੍ਹ ਕੇ ਜਾ ਰਹਿੰਦਾ। ਅਤੇ ਉਹ ਉਸਦੇ ਫਿਰ ਕਿ ਆਹ ਕੀ ਹੈ ਕਿ ਰੱਸਾ ਜਿਹਾ। ਇਸ ਰੱਸੇ ਨੂੰ ਇਹ ਕਹਿੰਦਾ ਨਾ ਪਾਲਾ ਜੂੜ ਫੌਜਾਂ ਦੇ ਸਾਰੀਆਂ ਜੂੜ ਫੜ ਲਏ। ਇੱਕ ਸੀ ਕੋਟੜਾ, ਉਹ ਕਹਿੰਦਾ ਆ ਕੇ ਕਹਿੰਦਾ ਇਹਨੂੰ ਕਹੇ ਕੋਟਿਆ ਤੇਰੀ ਵਾਰੀ ਦੇ ਪੁੜਪੁੜੀ 'ਚ ਦੇ ਪੁੜਪੁੜੀ। ਫੌਜ ਕੋਈ ਨਹੀਂ ਇਹਨਾਂ ਦੇ ਅੱਗੇ ਹਟ ਸਕਦੀ। ਬਸ ਜੀ ਉਹਨੇ ਸਾਰੇ ਪਤੇ ਲੈ ਲਏ। ਲੈ ਕੇ ਤੇ ਕਹਿੰਦਾ ਲਿਆ ਆ ਕੇ ਨਾਨੀ ਤੂੰ ਥੱਕ ਗਈ ਹੋ ਮੈਂ ਚੱਕੀ ਫੇਰਾਂ। ਜਿਉਂ ਕਕਾਈ ਹੈ ਨਾ ਪੁੱਠੀ ਚੱਕੀ ਸਾਲੇ ਬਲੇਤੀ ਬਾੜਤੇ। ਬਲੇਤੀ ਬਾੜੇ ਹੋਏ। ਫਿਰ ਉਹਨੇ ਫਿਰ ਆਪਣਾ ਨਾਨੀ ਨੂੰ, ਨਾਨੀ ਦੀ ਜਿਹੜੀ ਸੀ ਨਾ ਮੂਰਤੀ, ਉਹ ਫੜ ਕੇ ਔਰ ਐਂ ਧੌਣ ਤੋੜਦੀ। ਉੱਥੇ ਨਾਨੀ ਮਰ ਗਈ। ਫਿਰ ਉਹਦੇ ਜਿਹੜੇ ਮਾਮੇ ਸਨ ਉਹਨਾਂ ਨੇ ਵੀ ਤੋੜਤੀਆਂ। ਉਹ ਬੁੜੀ ਉਹਦੇ ਰੱਖੀ ਜਿਹੜੀ ਮਾਂ ਸੀ ਉਹਦੀ ਲੈ ਕੇ ਉਹਨਾਂ ਨੂੰ ਖਟੋਲੇ ਤੇ ਕਹਿੰਦੇ ਆਰਡਰ ਖੋਲ੍ਹਿਆ ਚੱਲ ਫਲਾਣੇ ਥਾਂ ਨੂੰ। ਉਹ ਸਾਰੇ ਰਸੇ ਪੜੇ ਜਿਹੇ ਲੈ ਕੇ ਆ ਗਏ। ਉੱਥੇ ਆ ਕੇ ਬਹਿ ਗਿਆ। ਉਸਨੇ ਲਕੀਰਾਂ ਕੱਢੀਆਂ ਹੈ। ਲਕੀਰਾਂ ਕੱਢਦੇ ਬੜੇ ਬੜੇ ਕੋਟ ਉਸਰ ਗਏ, ਬੜੇ ਬੜੇ ਬੁਰਜ ਹੋ ਗਏ, ਕਿਲੇ ਹੋ ਗਏ। ਲੋਕਾਂ ਨੇ ਕਿਹਾ ਵੀ ਤੇਰੀ ਹੱਦ 'ਤੇ ਕੋਈ ਹੋਰ ਰਾਜਾ ਆ ਗਿਆ ਵੀ ਕਿਵੇਂ ਆ ਕੇ ਕਿਲੇ ਉਸਰੇ ਨੇ। ਉਹ ਫਿਰ ਆ ਕੇ ਉਹਨੇ ਫੌਜ ਭੇਜੀ ਵੀ ਉਹਦਾ ਮੁਕਾਬਲਾ ਕਰੋ। ਉਹ ਹੁਣ ਇਕੱਲੇ ਹੀ ਸੀ। ਉਸਨੇ ਕਿਹਾ ਕਿ ਰੱਸਿਆ ਤੇਰੀ ਵਾਰੀ। ਸਾਰਿਆਂ ਨੂੰ ਜੂੜ ਪਿਆ। ਕੋਟਰਾ ਕਾਇਦਾ ਦੇ ਪੁੜਪੁੜੀ ਚਾਪੀ ਬਾ ਕੁੱਟੇ ਮਾਰੇ ਸਾਰੇ। ਉਹ ਫਿਰ ਹਾਰ ਕੇ ਉਹਨੂੰ ਪਤਾ ਲੱਗਾ। ਫਿਰ ਉਹਦੀ ਮਾਂ ਨੂੰ ਕਹਿੰਦਾ ਇਹ ਤਾਂ ਉਹਨਾਂ ਨੂੰ ਕਰਿਆ ਕੰਮ। ਉਹ ਆਦੀ ਹੈ ਕਿ ਚੱਲ ਆਪਾਂ ਦੋਵੇਂ ਹੱਥ ਬੰਨੀਏ। ਉਹ ਫਿਰ ਆ ਕੇ ਹੱਥ ਬੰਨਣ ਲੱਗੇ ਹੋਏ। ਉਹਨੂੰ ਤੋਤੀ ਦਿਖਾਤੀ ਉਹਦੇ ਵਾਲੀ। ਕਹਿੰਦਾ ਤੂੰ ਰਾਜ ਲੈ ਲੈ, ਸਾਥੋਂ ਰਾਜ ਲੈ ਲਾ ਆ ਦੇ। ਉਹ ਕਹਿੰਦਾ ਦਿਨਾ ਤੈਨੂੰ ਰਾਜ। 2-4 ਕੋਠੜੇ ਉਹਦੇ ਮਰਵਾਏ ਜੀ ਨਾਲੇ ਰਾਜੇ ਦੇ ਵਾ ਕੇ। ਫਿਰ ਉਸਨੇ ਉਹਦੇ ਮੂਰਤੀ ਸੀ ਉਸਦੀ ਐਂ ਤੋੜ
ਉਹ ਵੀ ਮਰ ਗਏ। ਫਿਰ ਰਾਜੇ ਨੂੰ ਕਹਿੰਦਾ ਤੂੰ ਪੁੱਤਾਂ ਦੇ ਬਸ ਹੋ ਗਏ, ਮੇਰੀਆਂ ਮਾਵਾਂ ਨੂੰ ਉੱਥੇ ਸਿੱਟਿਆ ਨਾ ਕਿਲੇ ਦੇ ਵਿੱਚ, ਤੇਰਾ ਇਲਾਜ ਕਰ ਦਿੱਤਾ, ਹੁਣ ਪੂਤਨੀ ਦੇ ਤੂੰ ਬਸ ਰਿਹਾ। ਫਿਰ ਉਹਨਾਂ ਨੂੰ ਕੱਢ ਔਰ ਬਾਹਰ ਕੱਢ ਕੇ ਉਹਨਾਂ ਨੂੰ ਸੇਵਾ ਕਰ, ਨਹੀਂ ਤੇ ਆ ਕੋਟਣਾ ਮੇਰੇ ਕੋਲ ਫੇਰ ਬਸ। ਫਿਰ ਉਹ ਕੱਢੀਆਂ ਜੀ, ਉਹ ਐਵੇਂ ਸੇਵਾ ਕੀਤੀ ਤੇ ਉਹ ਫਿਰ ਸੁਖੀ ਨਾਲ ਬਸੇ ਰਹੇ। ਇਹ ਹੈ ਬਕਰੀ ਵਾਲੀ, ਇਹ ਬਾਤਾਂ ਨਾ, ਇਹ ਬਾਤਾਂ ਪਾਉਂਦੇ ਹੁੰਦੇ ਨਾ ਬੈਠ ਕੇ ਪੈ ਕੇ, ਤੇ ਉਹ ਬਾਤਾਂ ਨੇ। ਇਹ ਕੋਈ ਵੱਡੀਆਂ ਵੱਡੀਆਂ ਬਾਤਾਂ ਨੇ, ਕੋਈ ਛੋਟੀਆਂ ਬਾਤਾਂ ਨੇ। ਦੇਖੀਏ ਮਹਾਰਾਜ ਜੀ ਥੋੜਾ ਜਿਹਾ ਹੁਣ ਲੈ ਠੀਕ ਆ। ਹੁਣ ਇਹ ਮੈਥੇ ਕੀ ਪੁੱਛਣਗੇ, ਬਸ ਇੱਥੇ ਗੱਲਾਂ ਕਰੀ ਜਾਓ। ਬਸ ਸਾਥੀ ਸੁਣਾ ਦੋ ਕੋਈ। ਆ ਵਿੱਚ ਐ ਬੋਲਦੇ ਨਾ ਵੀ ਆ ਜਾਂਦਾ। ਹਾਂਜੀ ਹੁਣ ਆਓ ਜੀ ਬੋਲੋ। ਸਾਡਾ ਸਿਰ ਪਈ ਫਿਰ ਸਾਥੀ ਸੁਣਾਓ ਆਇਓ ਕੋਈ ਫਿਰ। ਆਪਣੇ ਮਹਾਤਮਾ ਦੇ ਸੁਣਾ ਦਿਓ ਆਪਣੇ। ਹਾਂ ਉਹਨਾਂ ਦੀ ਕਰ ਦਾਂਗੇ ਜਿਵੇਂ ਉਹ ਆਉਣ ਲੱਗੇ ਸਾਡੇ ਕੋਲ। ਹਾਂ ਜੀ ਬਸ ਜੋ ਸਾਡਾ ਤਾਂ ਪੁਰਾਣਾ ਜਥਾ ਸੀ, ਹਾਂਜੀ ਇਹ ਫਿਰ ਹੀਰਾ ਸਿੰਘ ਨੂੰ ਲਿਆਉਂਦਾ ਹੁੰਦਾ ਘਰੋਂ ਜਾ ਕੇ। ਫਿਰ ਇਹ ਬਸ ਆ ਕੇ ਸੰਗਤ 'ਚ ਚਿਮਟਾ ਵਜਾਉਂਦੇ। ਹਾਲੇ ਲੱਗਾਂਗੇ ਹੁਣ ਦੱਸਣ। ਸ਼ੁਰੂ ਹੈ ਅੱਛਾ। ਬਾਬੇ ਦੇ ਸਾਹਿਬ ਵਾਲਿਆਂ ਨੂੰ ਸੁਣਾ ਦਿਓ। ਹਾਂ ਰੇਡੀਓ ਸਾਹਿਬ ਵਾਲੇ ਬਾਬਿਆਂ ਨੇ ਵਿੱਚ ਸੁਣਾ ਦਿਓ। ਉਹ ਤਾਂ ਸੁਣਾਵਾਂਗੇ ਉੱਥੇ ਤੇ ਸਾਡਾ ਮੁੰਡਾ, ਹਾਂਜੀ ਉਹਨਾਂ ਨੇ ਸੁਣਾ ਉਹਨਾਂ ਦੀ ਤਾਂ ਸੁਣਾਵਾਂਗੇ ਜਦ ਉੱਥੇ ਪਹੁੰਚਾਂਗੇ। ਨਾ ਆਪਣੇ ਮਹਾਰਾਜਿਆਂ ਦੇ ਨਾਲ ਸਕੂਲ ਚ ਹਾਂ ਕਿਹੜੀ ਕਲਾਸ ਚ ਪੜ੍ਹਦੇ ਸੀ ਜਦੋਂ ਆਪ ਜੀ ਨਾਲ ਮਿਲਾਪ ਹੋਇਆ ਸੀ ਮਹਾਰਾਜ ਜੀ? ਪਟਿਆਲੇ ਤੋਂ ਚੱਲਣਾ। ਹਾਂ ਸਾਡਾ ਜਥਾ ਸੀਗਾ ਕੀਰਤਨ ਵਾਲਾ ਕੋਈ 8 ਆਦਮੀ, ਤੇ ਇਹ ਕੀਰਤਨ ਸਾਰੇ ਸ਼ਹਿਰ 'ਚ ਵੀ ਕੋਈ ਦਰਖਾਸਤ ਦੇਵੇ ਦਫ਼ਤਰ 'ਚ ਤਾਂ ਅਸੀਂ ਉੱਥੇ ਜਾਂਦੇ ਸਾਰੇ ਇਸ ਤਰ੍ਹਾਂ ਦਾ ਕੀਰਤਨ ਕਰਨਾ। ਤੇ ਫਿਰ ਇਹਨੂੰ ਵੀ ਪਤਾ ਲੱਗ ਗਿਆ ਵੀ ਇਹ ਕੀਰਤਨ ਕਰਦੇ ਨੇ, ਤੇ ਉਹ ਕਰਦੇ ਕਰਕੇ ਫਿਰ ਹੀਰਾ ਸਿੰਘ ਇਹਨਾਂ ਦੇ ਸੀਸਿਆਂ ਨੂੰ ਦਲੀਪ ਸਿੰਘ ਦਾ, ਦਲੀਪ ਸਿੰਘ ਇਹਨਾਂ ਦਾ ਭਾਈ ਸੀਗਾ, ਹੈਗਾ ਹੁਣ ਵੀ ਉਸੀ ਖਾਨੇ ਵਾਲਾ। ਤੇ ਇਹ ਉੱਥੋਂ ਫਿਰ ਇਹ ਜਾ ਕੇ ਘਰੋਂ ਸੱਦੇ, ਰਾਘੋ ਮਾਜਰੇ ਇਹਨਾਂ ਦਾ ਘਰ ਸੀ। ਰਾਘੋ ਮਾਜਰੇ ਸੁਣਾ ਵੀ ਕੱਲ ਐਤਵਾਰ ਹੈ, ਉੱਥੇ ਤੂੰ ਆਈ ਤੇ ਆਪਣਾ ਦੁਆ ਸੁਣਾ। ਫਿਰ ਉਹ ਜਾ ਕੇ ਵੀ ਲਿਆਉਣਾ ਜੀ ਨਾ ਆਉਣਾ ਤਾਂ ਉਹਨੇ ਲਿਆ ਕੇ ਚਾਹ ਚੂਹ ਪਿਲਾ ਕੇ ਗੁਰਦੁਆਰੇ ਲਿਆਉਣਾ। ਗੁਰਦੁਆਰੇ ਲਿਆ ਕੇ ਕਥਾ ਕੀਰਤਨ ਸੁਣਨਾ, ਇਹਨਾਂ ਦੇ ਆਪਣਾ ਚਿਮਟਾ ਚੁਮਟਾ ਵਜਾਉਣਾ। ਹੁੰਦਿਆਂ ਆਉਂਦਾ ਫਿਰ ਸਾਡੇ ਜਥੇ ਦੇ ਆਦਮੀ ਰੇਰੂ ਸਾਹਿਬ ਆਏ, 3 ਆਦਮੀ, ਤੇ ਉਹਨਾਂ ਨੇ ਆ ਕੇ ਰੇਰੂ ਸਾਹਿਬ ਅੰਮ੍ਰਿਤ ਛਕਿਆ, ਸੰਤਾਂ ਤੋਂ ਭਜਨ ਲਿਆ। ਤੇ ਉਹ ਜਿਵੇਂ ਦੱਸਿਆ ਸੀ ਉਵੇਂ ਬੈਠਿਆ ਕਰਨ ਕੋਠਿਆਂ ਤੇ, ਵੀ ਬੰਦਿਆਂ ਤੋਂ ਪਰੇ ਹੋ ਕੇ ਭਜਨ ਹੁੰਦਾ ਹੈ, ਜਿੱਥੇ ਗੱਲਾਂ ਬਾਤਾਂ ਹੁੰਦੀਆਂ ਉੱਥੇ ਨਾ ਬੈਠੇ। ਉਹ ਬੈਠਾ ਕਰਨ ਤਾਂ ਹੋਰ ਫਿਰ ਮੈਨੂੰ ਵੀ ਉਹਨਾਂ ਨੂੰ ਉਹ ਦੱਸਿਆ ਕਰ ਵੀ ਬੈਠੇ ਨੇ ਪਾਲੇ 'ਚ ਵੀ ਕੋਠੇ 'ਤੇ ਬੈਠੇ। ਤੇ ਉਹ 2-3 ਬੰਦੇ ਹੋਰ ਸਨਗੇ, ਉਹਨਾਂ ਨੇ ਵੀ ਉਹਨਾਂ ਨੂੰ ਫਿਰ ਕਿਹਾ ਵੀ ਸੰਤਾਂ ਕੋਲੇ ਸਾਨੂੰ ਮਿਲ ਜਾਣ। ਫਿਰ ਉਹ ਸੰਤਾਂ ਕੋਲੇ ਲੈ ਗਏ 3 ਬੰਦੇ ਹੋਰ, 3 ਅਗਲੇ 6 ਹੋ ਗਏ। ਤੇ ਮੈਂ ਫਿਰ ਇਹਨਾਂ ਨੂੰ ਪੁੱਛਿਆ ਭਾਈ ਜੀ ਨੂੰ ਜਿਹੜਾ ਉੱਥੇ ਸੀਗਾ, ਤੇ ਮੈਂ ਕਿਹਾ ਵੀ ਤੇਰੇ ਕੋਲੇ ਇਹ ਇੱਥੇ ਬੰਦੇ ਆਉਂਦੇ ਨੇ, ਉਹ ਕਿਹੋ ਜਿਹੇ ਬੰਦੇ ਨੇ? ਕਹਿੰਦਾ ਉਹ ਕੋਈ ਸ਼ਬਦ ਰਾਤ ਦੇ ਅਸੀਂ ਹੌਲਦਾਰ ਹੋ ਜੀ, ਉਹਨੂੰ ਗੱਲ ਦਾ ਪਤਾ ਨਾ। ਬਸ ਫੇਰ ਖੈਰ ਮੈਂ ਫਿਰ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਇੱਥੇ ਕੀ ਕਰਦੇ ਹੋ? ਇੱਥੇ ਹਵਾ ਚੰਗੀ ਲੱਗਦੀ ਹੈ। ਉਹ ਦੱਸਦੇ ਨਹੀਂ ਸਾਨੂੰ। ਬਸ ਫੇਰ ਉਹਨਾਂ ਨੇ ਕਹਿੰਦੇ ਜੇ ਤਾਂ ਐਰ ਕੀ ਛੁੱਟੀ ਹੋਊ ਜਦ ਤੋਂ ਚੱਲੀ ਸਾਡੇ ਨਾਲ। 6 ਅਗਲੇ ਹੋ ਗਏ, 7ਵਾਂ ਫਿਰ ਮੈਂ ਫਿਰ ਸੰਤਾਂ ਨੇ ਗੱਲਬਾਤ ਪੁੱਛ ਕੇ ਕੋਈ ਦਾਰੂ ਦੂਰੂ ਕਿਵੇਂ ਪੀਣਾ ਨਾ ਪੀਣਾ ਕੀ, ਉਹ ਪੁੱਛ ਗਿੱਛ ਕਰ ਦਿੰਦੇ ਬਹੁਤ। ਫਿਰ ਅਸੀਂ ਆਖਿਆ ਮਹਾਰਾਜ ਵੀ ਅਸੀਂ ਤਾਂ ਅੱਗੇ ਵੀ ਸੰਤਾਂ ਦੇ ਦੂਏ ਸਾਹ ਦੱਸਾਂਗੇ, ਸਾਨੂੰ ਜਾਂਦਿਆਂ ਨੂੰ ਬਹੁਤ ਚਿਰ ਹੋ ਗਿਆ। ਤੇ ਵੀਰਮਦਾਸ, ਸੰਤ ਬਾਬਾ ਧਿਆਨਾ, ਸੋਹਣਦਾਸ, ਸੰਤੋਖ ਦਾਸ, ਪ੍ਰੇਮਦਾਸ, ਇਹਨਾਂ ਸਾਰਿਆਂ ਦੇ ਨਾਮ ਬਣਾਏ, ਬੜੇ ਤਪ ਕਰ ਦਿੰਦੇ ਹੋ। ਫਿਰ ਉਹਨਾਂ ਨੇ ਆਖਿਆ ਪਿੰਡ ਪੁੰਡ ਜਾਣਾ, ਮੈਂ ਕਿਹਾ ਨਹੀਂ। ਫਿਰ ਮੈਨੂੰ ਉਹਨਾਂ ਨੇ ਉੱਥੇ ਉਸੇ ਛਪੜੀ 'ਤੇ ਭੇਜ ਦਿੰਦੇ, ਜਿਹੜੀ ਗੋਖੀ ਹੋਈ।
ਉੱਥੇ ਉਪਦੇਸ਼ ਦਿੱਤਾ। ਫਿਰ ਅਸੀਂ 7 ਹੋ ਗਏ। ਫਿਰ ਇਹ ਸੰਤ ਆਪਣੇ ਕਹਿਣ, ਇਹਨਾਂ ਦਾ ਪਿੰਡ ਨਾਮ ਇਹਦਾ ਗੁਲਾਬ ਸਿੰਘ ਸੀ ਪਟਿਆਲੇ, ਜੀ ਅਤੇ ਹਾਕੀ ਖੇਡਦੇ ਹੁੰਦੇ ਸਨਗੇ। ਅਤੇ ਆਪਣਾ ਇਹ 10ਵੀਂ ਜਮਾਤ 'ਚ ਪੜ੍ਹਦੇ ਸਨ। ਤਾਂ ਫਿਰ ਇਹਨਾਂ ਨੇ ਬਹੁਤ ਕਿਹਾ ਵੀ ਮੈਨੂੰ ਵੀ ਮਹਾਰਾਜ ਆਪਣਾ ਤੁਸੀਂ ਨਾਲ ਜਾਓ। ਫਿਰ ਅਸੀਂ ਆਖਿਆ ਚੰਗਾ, ਤੂੰ ਤੇ ਹੀਰਾ ਹੁਣ ਜਾਇਓ ਅਤੇ ਉੱਥੇ ਅੰਮ੍ਰਿਤ ਛਕੋ, ਸੰਤਾਂ ਤੋਂ ਉਪਦੇਸ਼ ਲਓ ਅਤੇ ਫਿਰ ਆਪਣਾ ਬੰਦਗੀ ਕਰੋ। ਫਿਰ ਇਹ ਇਕੱਠੇ ਦੋਵੇਂ ਗਏ। ਇਹਨਾਂ ਦੋਨਾਂ ਨੇ ਅੰਮ੍ਰਿਤ ਛਕਿਆ। ਛਕ ਕੇ ਫਿਰ ਹੀਰਾ ਸਿੰਘ ਦਾ ਦਿਲ ਨੌਕਰ ਸੀ, ਉਹ ਤਾਂ ਮੁੜਨਾ ਸੀ। ਇਹ ਕਹਿੰਦਾ ਮੈਂ ਤਾਂ ਆ ਕੇ ਮੁੜਨਾ ਹੀ ਨਹੀਂ ਹੈ, ਮੈਂ ਤੁਹਾਡੇ ਇੱਥੇ ਸੇਵਾ ਜੋ ਸੰਤਾਂ ਕਹਿੰਦਾ। ਸੰਤ ਕਹਿਣ ਲੱਗੇ ਭਾਈ ਤੂੰ ਸੋਹਰ ਜਾ ਨਹੀਂ ਹੈ, ਸਾਡੀ ਜਿਹੜੀ ਭਗਤੀ ਹੈ ਜਟਕੀ ਭਗਤੀ ਹੈ। ਇਹਦੇ ਸਾਰੀ ਰਾਤ ਬੈਠਣਾ, ਕੱਪੜਾ ਨਹੀਂ ਲੈਣਾ, ਪੂਰਾ ਨਹੀਂ ਲੈਣਾ, ਰਜਾਈ 'ਚ ਨਹੀਂ ਆਉਣਾ, ਕੋਠੀ 'ਚ ਪੈਣਾ, ਬਾਹਰ ਪਾਲੇ 'ਚ ਬਾਹਰ ਰਹਿਣਾ। ਇੱਕ ਭੂੰਗੀ ਤੈਨੂੰ ਜੇ ਚਾਦਰ ਮਿਲ ਜੇ, ਹੋਰ ਕੁਛ ਨਹੀਂ। ਅਤੇ ਕੱਪੜੇ ਤੈਨੂੰ ਖੱਦਰ ਦੇ, ਕੁੜਤਾ ਖੱਦਰ ਦਾ ਹੋਊਗਾ ਅਤੇ ਆਪਣਾ ਕਸ਼ਹਿਰੇ ਲੱਠੇ ਸਾਰਿਆਂ ਦੇ ਨੇ, ਦਸਤਾਰਾਂ ਬਣਵਾ। ਇਹਨੇ ਆਖਿਆ ਮੈਨੂੰ ਕੁਛ ਵੀ ਜੋੜਾ ਕਹਿੰਦੇ ਤੈਨੂੰ ਵਾਲਾ ਤੌੜੀ ਦਾ ਮਿਲੂਗਾ, ਅਤੇ ਆਹ ਜਿਹੜੇ ਬੂਟ ਸ਼ੂਟ ਨੇ ਜਰਾਬਾਂ ਇਹ ਨਹੀਂ ਪਾਉਣੀ। ਇਉਂ ਕਰਦੇ ਕਰਦੇ ਇਹਨਾਂ ਨੇ ਫਿਰ ਉੱਥੇ ਹੀ ਰਹਿ ਪਏ। ਸੰਤਾਂ ਨੇ ਆਖਿਆ ਵੀ ਇਹ ਖੇਤੀ ਪੱਤੀ ਵਾਲਾ ਸਰੀਰ ਨਹੀਂ ਹੈ, ਸੋਹਲ ਹੈ, ਇਹਨੂੰ ਅਸੀਂ ਆਖੇ ਗੜਬਾ ਦੇ ਦਿੰਦੇ ਹਾਂ, ਮਗਰ ਤੁਰਦਾ। ਉਹ ਜਿਹੜਾ ਗੜਬਾਈ ਸੀ ਹਟਾ ਦਿੱਤਾ, ਹਟਾ ਕੇ ਇਹਨੂੰ ਫਿਰ ਗੜਬਾਈ ਬਣਾ ਲਿਆ। ਇਹਨੇ ਮੈਨੂੰ ਚਿੱਠੀ ਲਿਖੀ ਹੈ ਕਿ ਇੱਕ ਕੁੜਤਾ ਆ ਕੇ ਬਾਈ ਗਰੇ ਨੀਮਾ ਅਤੇ ਕਲੀਆਂ ਵਾਲਾ ਹੋਵੇ ਖੱਦਰ ਦਾ, ਉਹ ਭੇਜੀ। ਫਿਰ ਮੈਂ ਪਟਿਆਲੇ ਤੋਂ ਜਿਹੜਾ ਉਹਦੇ ਸਿੱਖ ਦੇ ਹੱਥ ਭੇਜਦਾ। ਫਿਰ ਸੰਤਾਂ ਨੇ ਇਹ ਗੜਬਾਈ ਰਹਿੰਦੇ ਰਹੇ। ਸੰਤਾਂ ਨੇ ਇਹ ਕਿਹਾ ਸੀਗਾ ਵੀ ਤੁਸੀਂ ਕਿਸੇ ਨਾਲ ਬੋਲਿਓ ਨਾ, ਕਿਉਂ ਬੋਲਣ ਦੇ ਵਿੱਚ ਕੋਈ ਕਿਹੋ ਜਿਹੀ ਗੱਲ ਦੱਸੋ, ਕੋਈ ਕਿਸੇ ਤੁਹਾਡਾ ਮਨ 'ਚ ਫਰਕ ਪੈ ਜਾਂਦਾ। ਬਸ ਆਪਣਾ ਜਿਹੜਾ ਤੈਨੂੰ ਦੱਸਿਆ ਉਹ ਹੀ ਬੰਦਗੀ ਕਰ, ਮਗਰ ਤੁਰਿਆ। ਫਿਰ ਬਾਕੀ ਦੇ ਕੱਪੜੇ ਕੁਪੜੇ ਕੁਦਰਤੀ ਥੋੜ੍ਹੇ ਰਹਿੰਦੇ, ਬਾਹਲੇ ਕੁੜਤੇ ਕੱਪੜੇ ਉਹ ਤਾਂ ਸੁਰਤੀ ਰਹਿੰਦੀ ਹੈ ਵੀ ਧੋਣ ਵਾਲੇ, ਧੋਂਦਾ ਫਿਰ ਕਹੂ ਵੀ ਉਹ ਪਾਓ ਉਹ ਪਾਓ। ਜੇ ਇੱਕ ਗੱਲ ਚੂ ਤਾਂ ਉਹੀ ਪਾਉਣਾ, ਚਾਹੇ ਸਿਆਲ ਹੋਵੇ ਚਾਹੇ। ਫਿਰ ਉਹ ਕੱਪੜੇ ਥੋੜ੍ਹੇ ਰਹਿਣ ਪੈਂਦੇ ਸੀ। ਬਸ ਇਹ ਕੱਪੜੇ ਉੱਥੇ ਰਹੇ ਅਤੇ ਉਹ ਬੰਦਗੀ ਉਵੇਂ ਜਿਵੇਂ ਹੋਰ ਸੰਗਤ ਪਿੰਡ ਦੇ ਆ ਜਾਂਦੇ ਨੇ, ਛਬੜੀ ਦੀ ਕਿੰਨੀ ਹੋ ਜਾਂਦੀ। ਅਤੇ ਦਿਨੇ ਉਹਨਾਂ ਨੇ ਉਹ ਇੱਥੇ ਰਹਿਣਾ ਅਤੇ ਕਨੇਜ ਵਾਲੀ ਖੂਹੀ 'ਤੇ ਆਉਣਾ। ਇੱਕ ਜਿਹੜੀ ਕਨੇਜ ਦੀ ਖੂਹੀ ਹੈ, ਬਸ ਉਸੇ ਤਰ੍ਹਾਂ ਕਰਦੇ ਕਰਦੇ ਫਿਰ ਸੰਤਾਂ ਨੂੰ ਘੋੜੀ, ਕਿਸੇ ਨੇ ਘੋੜੀ ਦੀ ਬੜੀ ਸੰਤਾਂ, ਘੋੜੀ ਨੇ ਸੰਤਾਂ ਨੂੰ ਡੇਗ ਦਿੱਤਾ। ਉਹਨੂੰ ਕਰਾ ਵੀ ਦਿਆ ਕਰਨ ਘੋੜੀ ਨੂੰ ਐ ਆਪਣੇ ਹੱਥੀਂ। ਚਾਦਰ ਜੋ ਰਾਜੀ ਹੋ ਗਈ, ਰਾਜੀ ਹੋਏ ਬਸ ਉਹਨੂੰ ਚਾਹੀਦੀ ਹੈ ਵਰਜਿਸ਼, ਅਸਵਾਰ ਹੋ ਗਏ, ਉਹਨੂੰ ਘੁਮਾ ਕੇ ਲਿਆਵੇ ਫਿਰ ਉਹ ਠੀਕ ਹੈ। ਉਹਨਾਂ ਨੇ ਹੱਥ ਨੂੰ ਜਾਂਦੇ ਮੁੱਖ ਜਾਂ ਮਾਰ ਕੇ ਦਰੱਤੇ ਜੇ ਥੱਲੇ ਡਿੱਗ ਪਏ ਸਨ। ਫਿਰ ਕਹਿਣ ਲੱਗੇ ਕਿ ਫਿਰ ਚੜ੍ਹ ਕੇ ਸਾਵਾ ਜਿਹਾ ਬਣ ਕੇ ਫਿਰ ਡਿੱਗ ਤੇ। ਫਿਰ ਸੰਤਾਂ ਨੂੰ ਆ ਗਿਆ ਗੁੱਸਾ, ਉਹਨਾਂ ਨੇ ਡੋਲਾ ਚੱਕ ਕੇ ਉਹਦੇ ਮੱਥੇ 'ਚ ਮਾਰਿਆ, ਜਾਂ ਚੋਰਾਂ ਦੇ ਜਾਣੀ ਹੈ, ਹੁਣ ਤੂੰ ਖਾਂਦੀ ਪੀਂਦੀ ਦਿਖਾਉਣੀ ਕੀ ਹੁੰਦਾ। ਫਿਰ ਸੰਤ ਕਹਿੰਦੇ ਪੈਰ ਕੁਹਾੜਾ ਮਾਰਿਆ ਗਾਫਲਾ ਆਪਣੇ ਹੱਥ, ਕਹਿੰਦੇ ਹੁਣ ਕਿ ਆਪਣੇ ਆਪ ਹੀ ਇਹਨੂੰ ਸ਼ਰਾਬ ਦੇਤਾ, ਇਹਨੂੰ ਚੋਰ ਨਾ ਛੱਡਣਾ ਨਹੀਂ, ਹੁਣੇ ਲੈ ਜਾਣਾ। ਅਤੇ ਪੈਦਲ ਤੁਰਿਆ ਕਰਾਂਗੇ ਨਾ। ਬਸ ਜੋ ਇਹ ਭਾਂਡੇ ਮਾਂਜਦਾ ਸੀ ਚੋਰ, ਉਹ ਰਾਤ ਨੂੰ ਲੈ ਗਏ ਜੀ, ਭਾਂਡੇ ਮਾਂਜਣ ਵਾਲੇ ਗਲਾਸ ਲੈ ਗਏ। ਫਿਰ ਉਹ ਦੀਵਾਨ ਲੱਗਿਆ ਸੀ ਜੀ। ਫਿਰ ਲੋਕਾਂ ਨੇ ਰੌਲਾ ਪਾਇਆ ਕਿ ਮਹਾਰਾਜ ਤੁਹਾਡੀ ਘੋੜੀ ਨਹੀਂ ਹੈ, ਉੱਥੇ ਘੋੜੀ ਨਹੀਂ ਹੈ। ਉਹ ਭੱਜਣ ਲੱਗੇ ਲੋਕ, ਕਹਿੰਦੇ ਭੱਜੋ ਕਿਤੇ, ਉਹ ਨਹੀਂ ਆਊ। ਉਹਨੂੰ ਕਹਿੰਦੇ ਸ਼ਰਾਬ ਹੋਇਆ। ਬਾਜੀ ਮਗਰ ਰਾਹ ਰੋਕ ਕੇ ਉੱਠਾਂ 'ਤੇ ਚੜੇ ਲੋਕ, ਬੜੇ ਇੱਧਰ ਉੱਧਰ ਫਿਰੇ, ਨਾ ਹੀ ਉਹ ਉੱਠਿਆ। ਘੋੜੀ 'ਚ ਉਹ ਗਾਹ ਗਾਹੇਂਗੇ ਆਪਣੀ ਕਣਕ 'ਚ, ਨਾ ਚੜ੍ਹਨ ਦੇਵੇ ਰਾਜੀ ਸੀ। ਆਖਰੀ ਘਰ ਉਹ ਲੈ ਗਏ। ਅਤੇ ਫਿਰ ਉੱਧਰੋਂ ਉਹ ਕਹਿੰਦੇ ਉਹ ਆਉਣੇ ਨਹੀਂ ਹੈ, ਤੁਸੀਂ ਜਿੰਨੀ ਮਰਜ਼ੀ ਜੋੜ ਲਓ। ਫਿਰ ਉੱਥੇ ਸੰਗਤ ਜਿਹੜੀ ਆਪਣੀ ਅਸੀਂ ਸੰਗ ਉੱਥੇ ਤਨਖਾਹ ਆਈ ਅਤੇ ਅਸੀਂ ਪੈਸੇ ਰੱਖਦੇ ਹੁੰਦੇ, ਉਹਨਾਂ ਪੈਸਿਆਂ ਦੀ ਘੋੜੀ ਖਰੀਦ ਕੇ ਫਿਰ ਸੰਤਾਂ ਦੇ ਕੇ ਆਏ। ਅੱਛਾ ਉਹ ਕੀ ਕਰੇ, ਉਹ ਛਤਰੀ ਨਾ ਲਾਉਣ ਦੇਵੇ,
ਜੇ ਛਤਰੀ ਨਾਲ ਛਾਲ ਮਾਰਿਆ ਪੜਕ ਦੇ ਕੇ ਲੱਗਦੀ ਹੈ ਨਾ, ਜੀ ਉਹਦੇ ਕੰਨਾਂ ਜਾਂ ਦੇ ਉੱਤੇ ਛਾਂ ਜੀ ਹੋਵੇ, ਉਹ ਹੋਈ ਹੋਈ ਜੀ ਅਣਜਾਣ ਜੀ। ਫਿਰ ਮੈਨੂੰ ਕਹਿੰਦੇ ਹੁਣ ਆਹ ਕੰਮ ਕਰਦੀ ਹੈ। ਤੇ ਮੈਂ ਕਿਹਾ ਇਹਦਾ ਇਹ ਅੱਧ ਘੰਟੇ ਦੇ ਵਿੱਚ ਕਿੰਨੀਆਂ ਛਤਰੀਆਂ ਲਾਈਆਂ। ਫਿਰ ਮੈਂ ਉਹਨੂੰ ਬਾਈਆਂ ਹਾੜੀਆਂ ਵਿੱਚ ਉਸ ਨੂੰ ਵਰਜਿਸ਼ ਕਰਾਈ, ਤਾਂ ਫਿਰ ਉਹਦੇ ਆ ਵੱਜਣ, ਤੇ ਫਿਰ ਉਸ ਦੇ ਉੱਤੇ ਛਤਰੀ ਪੜਾਕ ਦੇ ਕੇ ਲਾਵਾਂ, ਫਿਰ ਫੋਲਾਂ ਲਾਵਾਂ। ਉਹ ਨਹੀਂ ਹਟ ਗਈ ਜੀ ਬਸ ਘੰਟੇ 'ਚ। ਫਿਰ ਕਹਿੰਦੇ ਹੁਣ ਠੀਕ ਹੈ। ਫਿਰ ਉਹ ਘੋੜੀ ਉੱਥੇ ਰਹੀ, ਇਹ ਫਿਰ ਉੱਥੇ ਰਿਹਾ। ਉਦੋਂ ਬਾਅਦ ਸੰਤਾਂ ਦਾ ਖਿਆਲ ਕੁਛ ਹੋਇਆ ਨਾ, ਜਿਹੜਾ ਆਹ ਦੂਸਰਾ ਸਰੀਰ ਛੱਡਣ ਦਾ ਬੜਿਆ ਦਾ, ਉਹਨਾਂ ਨੇ ਫਿਰ ਇਹ ਸੰਤ ਵੀ ਨਾਲ 2 ਵਾਰੀ ਹੋਤੀ ਗਏ। ਅੜਦਲੀ ਸਨ, ਅੜਦਲੀ ਤਾਂ ਜਾਣਾ ਹੀ ਪੈਂਦਾ। ਹੋਤੀ ਮਰਦਾਨ ਤੇ ਉਧਰ ਉਰੇ ਉਹ ਛੈਦੂ ਪਿੰਡ ਜਿੱਥੇ ਬਾਬੇ ਕਰਮ ਸਿੰਘ ਨੇ ਸਰੀਰ ਛੱਡਿਆ ਸੀ, ਉਹ ਮੁਸਲਮਾਨਾਂ ਦਾ ਪਿੰਡ ਹੈ। ਕਹਿੰਦਾ ਇੱਥੇ ਅਸੀਂ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਸੀ, ਬਹੁਤ ਤੁਰਕ ਮਾਰੇ ਨੇ, ਇੱਥੇ ਸਰੀਰ ਛੱਡਣਾ। ਫਿਰ ਉੱਥੇ ਚੱਲਣ ਲੱਗੇ ਤਾਂ ਉੱਥੇ ਕਹਿੰਦੇ ਅਸੀਂ ਪਾਣੀ 'ਚ ਖੜ ਕੇ ਸਰੀਰ ਛੱਡਾਂਗੇ। ਤਾਂ ਫਿਰ ਲੋਕ ਇੱਥੋਂ ਰਾਮਪੁਰ ਦੇ ਗਏ, ਗੁਰਦੁਆਰੇ ਦੇ ਗਏ, ਕਹਿੰਦੇ ਬਾਬਾ ਜੀ ਤੁਸੀਂ ਗੁਰਦੁਆਰਾ ਸੁੰਨਾ ਕਰਿਆ ਆਏ ਹੋ, ਅਤੇ ਹੁਣ ਤੁਸੀਂ ਉੱਥੇ ਚਲੋ। ਉੱਥੇ ਫਿਰ ਕਹਿੰਦੇ ਫਿਰ ਆ ਗਏ ਨਾਲ, ਆ ਕੇ ਤੇ ਫਿਰ ਕਹਿਣ ਲੱਗੇ ਲੋਕਾਂ ਨੂੰ ਵੀ ਅਸੀਂ ਤੁਹਾਡੇ ਨਾਲ ਆ ਗਏ ਹਾਂ, ਅਤੇ ਜੇ ਤਾਂ ਸਾਡਾ ਸਰੀਰ 1 ਸਾਲ ਰਹੂਗਾ ਤਾਂ ਅਸੀਂ ਇੱਥੇ ਰਹਾਂਗੇ, ਸਾਨੂੰ ਉੱਥੇ ਲਿਜਾਵਾਂਗੇ ਔਰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਪਰਨ ਕਰੋ। ਫਿਰ ਉੱਥੇ ਪਰਨ ਕੀਤਾ ਲੋਕਾਂ ਨੇ ਵੀ ਲਿਜਾਵਾਂ। ਇੱਕ ਜੈਲਦਾਰ ਨੂੰ ਫਿਰ ਸੰਤ ਕਹਿੰਦੇ ਵੀ ਤੂੰ ਕਰ ਪਰਨ। ਉਹ ਆਦਮੀ ਭਲਾ ਮਾਨਸ ਸੀ, ਉਹਨੇ ਕਹਿੰਦਾ ਜੇ ਮੈਂ ਪਹਿਲਾਂ ਮਰ ਗਿਆ ਫਿਰ ਮੇਰਾ ਕੀ ਕਰਨਾ। ਕਹਿੰਦੇ ਨਹੀਂ ਉਹਨਾਂ ਚੰਗੀ ਤੂੰ ਮਰਦਾ। ਉਹਨੇ ਪਰਨ ਕਰ ਲਿਆ। ਫਿਰ ਉਹਨਾਂ ਨੇ ਉਦੋਂ ਪਹਿਲਾਂ ਹੀ ਫਿਰ ਮੈਨੂੰ ਕਹਿੰਦੇ ਸਨਗੇ ਵੀ ਤੂੰ ਆ। ਇੱਕ ਹੋਰ ਸਿੰਘ ਸੀ ਟੋਪਖਾਨੇ ਸਨ, 10 ਵਾਰੀ ਉੱਥੇ ਨੌਕਰੀ ਕੀਤੀ ਹੈ, ਜੇ ਤੁਸੀਂ ਦੋਨੋਂ ਇੱਥੇ ਆਓ। ਫਿਰ ਜਿਹੜਾ ਦੂਆ ਸੀਗਾ ਉਹਨੂੰ ਉੱਥੇ ਉਹਦਾ ਜੀ ਲੱਗਿਆ ਸੀ ਪਟਿਆਲੇ 'ਚ, ਉਹ ਤਾਂ ਦੇ ਗਿਆ ਵੀ ਮੈਨੂੰ ਸਰਕਾਰ ਨਹੀਂ ਛੱਡਦੀ। ਉਹ ਕਹਿ ਗਏ ਮੈਨੂੰ ਵੀ ਨਹੀਂ ਸੀ ਛੱਡਦੇ। ਫਿਰ ਮੈਨੂੰ ਕਹਿੰਦੇ ਕਿ ਤੂੰ ਤਾਂ ਫਿਰ ਜ਼ਰੂਰ ਆ ਇੱਥੇ। ਉਦੋਂ ਬਾਅਦ ਅਸੀਂ ਫਿਰ ਮੈਂ ਕਿਹਾ ਜੀ ਉਹ ਇਹ ਕਹਿੰਦੇ ਹੁੰਦੇ ਵੀ 2 ਰੂਟ ਲਿਆ ਕੇ ਆਪਣੀ ਥਾਂ ਦਿਓ ਅਤੇ 5 ਸਾਲ ਤੋਂ ਉੱਪਰ ਨੌਕਰੀ ਹੋਵੇ ਤਾਂ ਅਸੀਂ ਛੱਡਾਂਗੇ। ਅਤੇ ਫਿਰ ਮੈਂ ਕਿਹਾ ਉਹ ਇਹੀ ਅੜਿੱਕਾ ਹੈ। ਕਹਿੰਦੇ ਕੋਈ ਨਾ ਕਿ ਤੁਸੀਂ ਉਹਨੂੰ ਆਪਣੇ ਕੰਪਨੀ ਕਮਾਂਡਰ ਨੂੰ ਇੱਥੇ ਲਿਆਇਓ। ਉਹਨੂੰ ਅਸੀਂ ਕਹਿੰਦੇ ਫਿਰ ਜਿਹੜਾ ਅਸੀਂ ਉਹਨਾਂ ਦੇ ਸੀਗੇ ਕਈ ਸਾਲਾਂ ਤੋਂ ਫਤਿਹਗੜ੍ਹ ਸਾਹਿਬ, ਜੇ ਉੱਥੇ ਜੁੜ ਮੇਲਾ ਹੁੰਦਾ ਨਾ, ਸਾਹਿਬਜ਼ਾਦੇ ਜਿਹੜੇ ਨੀਹਾਂ ਚਣੇ ਨੇ, ਬਹੁਤ ਇਕੱਠ ਹੁੰਦਾ, ਰਾਤ ਨੂੰ ਦੁਨੀਆ ਜਾਂਦੀ ਹੈ, ਥਾਂ ਨਹੀਂ ਸਕਦਾ ਖੜਨੀ। ਅਤੇ ਉੱਥੇ ਆਉਣਾ, ਉੱਥੇ ਆ ਕੇ ਫਿਰ ਅਸੀਂ 1 ਰਾਤ ਉੱਥੇ ਕੱਟ ਕੇ ਫਿਰ 30 ਆਦਮੀ ਫਿਰ ਅਸੀਂ ਸੰਤਾਂ ਕੋਲ ਨੂੰ ਗਏ। ਉਹ ਜਿਹੜਾ ਸਾਡਾ ਸੀ ਅਫਸਰ, ਉਹਦੀ ਮਾਈ ਵੀ ਨਾਲ ਸੀ। ਉਹ ਕਹਿੰਦਾ ਮੇਰੀ ਮਾਂ ਨੂੰ ਹੋ ਕੇ ਉਪਦੇਸ਼ ਦਵਾ ਦੀ, ਮੈਂ ਸਾਰਾ ਤੇਰਾ ਕੰਮ ਕਰਨਾ। ਮੈਂ ਕਿਹਾ ਚੰਗਾ ਚੰਗਾ। ਅਸੀਂ ਫਿਰ ਰੇਵੀ ਸਾਹਿਬ ਆ ਗਏ। ਫਿਰ ਸੰਤਾਂ ਨੂੰ ਦੱਸਿਆ ਜੀ ਆਹ ਸਾਡਾ ਹੈਗਾ ਕੰਪਨੀ ਕਮਾਂਡਰ, ਅਤੇ ਆਹ ਇਹਦੀ ਮਾਈ ਹੈਗੇ, ਮਾਈ ਨੂੰ ਉਪਦੇਸ਼ ਦੇ ਦਿਓ। ਇਹ ਕਹਿੰਦਾ ਮੈਂ ਆਪੇ ਰੂਟ ਲਿਆਊਂ, ਆਪੇ ਸਾਰੇ ਕੰਮ ਕਰਾਂ। ਉਹ ਕਹਿੰਦੇ ਅਸੀਂ ਦੇ ਦਿੰਦੇ ਹਾਂ ਉਪਦੇਸ਼। ਉਹਨਾਂ ਨੇ ਦਿੱਤਾ ਅਤੇ ਉਹਨੇ ਜਾ ਕੇ 2 ਰੂਟ ਆਪਣੇ ਪਿੰਡੋਂ ਲਿਆ ਕੇ ਮੇਰੇ ਨਾਂ 'ਤੇ ਭਰਤੀ ਕਰਾ ਦਿੱਤੀ। ਬਸ ਫਿਰ ਉਹ ਫਿਰਦਿਆਂ ਅਤੇ ਫਿਰ 1 ਸਾਲ ਇਹ ਪਹਿਲਾਂ ਇਹ ਹੋਇਆ ਕੰਮ। ਫਿਰ ਜਦ ਇਹ ਸੰਤ ਮੇਰਾ ਅਸਤੀਫਾ ਹੋਇਆ, ਜਦ ਫਿਰ ਇਹ ਉਦੋਂ ਅਨੰਦਪੁਰ ਗਏ, ਉੱਥੇ ਗਏ ਆਪਣੇ ਸਭ ਲੋਕ ਤਲਵੰਡੀ ਦਮਦਮੇ ਸਾਹਿਬ, ਫਿਰ ਹਜ਼ੂਰ ਸਾਹਿਬ ਮੈਂ ਵੀ ਨਾਲ ਗਿਆ ਸੀ। ਅਤੇ ਫਿਰ ਅਸੀਂ ਇੱਥੇ ਰਹਿਣ ਲੱਗ ਗਏ। ਉੱਧਰੋਂ ਸਾਡਾ ਫੈਸਲਾ ਹੋ ਗਿਆ। ਇੱਥੇ ਰਹਿੰਦੇ ਰਹਿੰਦੇ ਫਿਰ ਸੰਤਾਂ ਨੇ ਪਰਨ ਜਿਹੜਾ ਕੀਤਾ ਸੀ ਉਹ ਲੋਕਾਂ ਦੇ ਸਾਹਮਣੇ ਕੀਤਾ ਸੀ ਸਰੀਰ ਛੱਡਣ ਦਾ। ਤਾਂ ਉਹਨਾਂ ਦਾ ਖਿਆਲ ਸੀਗਾ ਇਹ ਵੀ ਇਹ ਪਟਿਆਲੇ ਦੇ 2-3 ਹੋ ਜਾਣ ਤਾਂ ਇਹ ਡੋਲਣ ਡੋਲ ਜਾਂਦਾ ਰਾਤ ਨੂੰ ਜੇ ਸੰਤ ਨਾ ਹੋਣ। ਜਿਵੇਂ ਹੁਣ ਪਿਛਲੇ ਸੰਤ ਲੋਕ ਪਹਿਲਾਂ ਸੰਤਾਂ ਤੋਂ ਬਿਨਾਂ ਇਸ ਤਰ੍ਹਾਂ ਦੇ ਹੋਏ ਬਰਾਗੀ, ਇਉਂ ਹੋ ਜਾਂਦਾ। ਅਗਲੇ ਨੂੰ ਪ੍ਰੇਮ ਹੁੰਦਾ ਵੀ ਇਹ ਵਿਚਾਰਾ ਇੱਥੋਂ ਹੈ ਨਿਆਣਾ ਜੇ, ਇਹ ਫਿਰ ਨਾਲ ਕੋਲ ਹੋਣਗੇ ਤਾਂ ਮਦਦ ਕਰੋ।
ਫਿਰ ਉਹਨਾਂ ਨੇ ਫਿਰ ਆ ਕੇ ਫਿਰ ਅਸੀਂ ਹਜ਼ੂਰ ਸਾਹਿਬ ਵੀ ਰਹੇ 1.5 ਮਹੀਨਾ। ਉੱਥੋਂ ਮੁੜ ਮੁੜਾ ਕੇ ਆਏ ਇੱਥੇ। ਫਿਰ ਆ ਕੇ ਉਹ ਉਵੇਂ ਜਿਵੇਂ ਬੈਠਿਆ ਕਰਨ ਤੇ ਕਿਹਾ ਕਰਨ ਆ ਬੇਰੀ ਰੋਇਆ ਕਰੂ ਪਿੱਛੋਂ ਜਿਹੜੀ ਸਮਝਦੇ ਹੁੰਦੇ ਅਦਾਸ ਹੋ ਜਾਈ। ਮੈਂ ਕਿਹਾ ਮਹਾਰਾਜ ਕਹਿਣਗੇ ਸਾਡੇ ਹੇਠਾਂ ਬੈਠਣ ਵਾਲੇ ਹੁਣ ਕਿੱਧਰ ਚਲੇ ਗਏ। ਮੈਂ ਕਿਹਾ ਹੁਣ ਆਸਨ ਵਿਛਾ ਨੇ ਮਹਾਰਾਜ ਅਰਦਾਸ ਕਿਉਂ ਕਰਨੀ ਇਹਨੂੰ। ਕਹਿੰਦਾ ਹੁਣ ਨਹੀਂ ਵਿਛਾਉਣੀ। ਫਿਰ ਕਰਦਿਆਂ ਫਿਰ ਉਹ ਜਦ ਐਨ ਟਾਈਮ ਠੀਕ ਆਇਆ ਉਹਨਾਂ ਨੂੰ ਪਤਾ ਸੀਗਾ। ਹੋਰ ਲੋਕ ਕਹਿੰਦੇ ਸੀ ਇਹਨਾਂ ਦੀ ਸਿਹਤ ਚੰਗੀ ਹੈ ਕਦੇ ਗੱਲ ਨਹੀਂ ਫੇਰ ਕੀਤੀ ਇਹ। ਅਤੇ ਉਦੋਂ ਹੀ ਫਿਰ ਉਹ ਤੁਰੇ ਜਾਂਦੇ ਜਾਂਦੇ ਬਾਹਰ ਨੂੰ ਅਸੀਂ ਜਾਂਦੇ ਸੀ। ਤੁਰੇ ਜਾਂਦੇ ਜਾਂਦੇ ਕਹਿੰਦੇ ਜਿਹੜਾ ਕੰਮ ਅਸੀਂ ਭੁੱਲੇ ਫਿਰਦੇ ਹਾਂ ਪਿਛਾਂਹ ਨੂੰ ਮੁੜ ਗਿਆ ਗੁਰਦੁਆਰੇ ਵੱਲ ਨੂੰ। ਉੱਥੇ ਮੁੜੇ ਫਿਰ ਪਿੰਡ ਨੂੰ ਗਏ। ਪਿੰਡ ਦੇ ਵਿੱਚ ਮਾਘ ਸੀ ਉਦੋਂ 5 ਸੰਗਰਾਂਦ ਹੋ ਰਹੀ ਸੀ। ਲੋਕ ਕਣਕਾਂ ਗੁੜ ਦਿੰਦੇ ਅਤੇ ਪਿੰਡ 'ਚ ਉਹਨਾਂ ਨੇ ਗਲੀਆਂ ਫਿਰ ਕੇ ਕਿਹਾ ਕਿ ਪ੍ਰੇਮੀਓ ਹੁਣ ਖੁਰਪੇ ਖਰਪੇ ਧਰ ਦਿਓ ਕਹੀ ਟੋਕਰੀ ਲਿਆਓ ਆਪਾਂ ਨੇ। ਉਹ ਜਿਹੜਾ ਰਾਹ ਹੈ ਨਾ ਉਹ ਖਰਾਬ ਆ ਚਿੱਕੜ ਸੀ ਏਡਾ ਏਡਾ ਉਹ ਸੂਤ ਕਰਨਾ। ਫਿਰ ਲੋਕਾਂ ਨੇ ਉਹ ਸਾਰਾ ਪਿੰਡ ਤਕੜਾ ਹੋ ਅਤੇ ਉਹ ਸਾਰੇ ਆ ਗਏ। ਕੋਈ ਗੁਰਦੁਆਰੇ ਵਾਲੇ ਜਿਉਂ ਧਰਕੇ 'ਤੇ ਲੱਗੇ ਨੇ 4 ਵਜੇ ਨੂੰ ਉਹ ਸੜਕ ਬਣ ਗਈ। ਆਹ ਨੂੰ ਤੁਰਮਟ ਫੇਰਦੇ ਵਧੀਆ। ਫਿਰ ਗੁਰਦੁਆਰੇ ਨੂੰ ਚਲੇ ਗਏ। ਲੋਕਾਂ ਨੇ ਕਿਹਾ ਬਾਬਾ ਜੀ ਤੋਂ ਤਾਂ ਛਕੋ। ਕਹਿੰਦਾ ਬਸ ਠੀਕ ਹੀ ਹੈ। ਫਿਰ ਉੱਥੇ ਆ ਕੇ ਸਾਨੂੰ ਕਹਿੰਦੇ ਕਿ ਤੁਸੀਂ ਆਪਣਾ ਕੰਮ ਕਰੋ ਔਰ ਮੇਰਾ ਅਰਦਲੀ ਇੱਥੇ ਬੈਠਾ ਰਹੇ। ਜੇ ਸਾਨੂੰ ਲੋੜ ਹੋਊ ਚਾਹ ਦੀ ਜਾਂ ਦੁੱਧ ਦੀ ਇਹ ਤਾਂ ਮਾਰ। ਅਤੇ ਉਹ ਫਿਰ ਅਸੀਂ ਵਾਸਤੇ ਆਪਣੀ ਘੋੜੀ ਕਾੜੀ ਮੇਰੇ ਕੋਲ ਦੋ ਚੀਜ਼ਾਂ ਸਨ। ਇੱਕ ਖੱਚਰ ਸੀ ਇੱਕ ਸੀ ਘੋੜੀ। ਖੱਚਰ ਨੂੰ ਕਿਹਾ ਕਹਿੰਦਾ ਆਪਾਂ ਇਸ ਦੇ ਉੱਤੇ ਇਹ ਭਾਰ ਲੱਦਿਆ ਕਰੋ। ਅਤੇ ਉਹ ਛੜਾਂ ਮਾਰਦੀ ਸੀ। ਖੱਚਰ ਫਰਾਸੀ ਸੀ ਆਪਣੇ ਖੱਚਰ ਤਾਂ ਮਾੜੀਆਂ ਮਾੜੀਆਂ ਨੂੰ ਬੜੀਆਂ ਬੜੀਆਂ। ਕਹਿੰਦੇ ਆਪਾਂ ਇਹਨੂੰ ਲੱਦ ਕੇ ਛੱਡਣਾ। ਉਹਨਾਂ ਨੇ ਪਹਿਲਾਂ ਜੋੜ ਪਾਇਆ ਮੂਹਰਲੇ ਪੈਰਾਂ 'ਚ ਅਤੇ 2 ਭਰੀਆਂ ਚਰੀ ਦੀਆਂ ਲੱਦੀਆਂ ਫੜ ਕੇ ਗਈਆਂ ਨੇ ਉੱਤੇ ਚੱਕ ਕੇ ਮੈਨੂੰ ਚੜਾਇਆ। ਮੈਨੂੰ ਪਤਾ ਸੀ ਡਿੱਗਾਂਗੇ ਤਾਂ ਸੀ ਪਰ ਚਰੀ 'ਚ ਲੱਤਾਂ ਵੱਜਣਗੀਆਂ। ਬਸ ਜਦ ਛੱਡਿਆ ਜੂੜ ਮਾਰ ਕੇ ਦਲ ਉੱਤੇ ਮਾਰ ਕੇ ਕਿਧਰੇ ਚਰੀ ਕਿਧਰੇ। ਫਿਰ ਉਹਨਾਂ ਨੇ ਇੱਕ ਬਾਗ ਉਹਨਾਂ ਦੇ ਹੱਥ 'ਚ ਹੁੰਦੀ। ਫਿਰ ਉਹਨਾਂ ਜੂੜ ਪਾਇਆ 3 ਵਾਰੀ। ਕਹਿੰਦੇ ਜਦ ਥੱਕ ਜੀ ਜਦ ਤੁਰੂ ਜਦ ਸਿਰੜ ਹੁੰਦਾ ਉਹਨਾਂ ਦਾ। ਬਸ ਫਿਰ ਚੱਕਿਆ 2 ਵਾਰੀ ਮੈਨੂੰ ਡਿੱਗਿਆ। ਤੀਜੀ ਵਾਰ ਚੁੱਪ ਕਰਕੇ ਤੁਰ ਪਈ ਗੁਰਦੁਆਰੇ ਛੱਡੇ ਜਾ। ਫਿਰ ਮੁੜ ਕੇ ਅਸੀਂ ਉਹਦੇ 'ਤੇ ਮਿੱਠਾ ਵੀ ਲਿਆਉਣਾ ਸਾਨੇ ਤੋਂ 2 ਬੋਰੀਆਂ ਚੀਨੀ ਦੇ ਲੱਦ ਲਿਆਉਣੀ। ਇਸ ਤਰ੍ਹਾਂ ਕਰਦੇ ਕਰਦੇ ਫਿਰ ਉਹ ਉਦੋਂ ਫਿਰ ਸੰਤਾਂ ਨੇ ਆਪਣਾ ਇਹ ਆਖਰ ਨੂੰ ਬੈਠੇ ਰਹੇ ਅਤੇ ਲੋਕਾਂ ਨੂੰ ਕਹਿੰਦੇ ਸਾਨੂੰ ਕਹਿੰਦੇ ਜੀ ਸੁੱਖ ਨਾ ਪੁੱਛਣ ਆ ਗਏ ਰਾਮਪੁਰ ਦੇ ਵੀ ਬਾਬੇ ਨਹੀਂ ਦੀਵਾਨ 'ਚ ਆਏ ਉਹਦੇ ਨਹੀਂ ਦੀਵਾਨ 'ਚ ਗਏ। ਤੁਸੀਂ ਕਹਿ ਦਿਓ ਉਹ ਤਾਂ ਬਾਹਰਲੀ ਖੂਹੀ 'ਤੇ। ਫਿਰ ਅਸੀਂ ਕਿਹਾ ਕਹਿੰਦੇ ਭੱਜ ਕੇ ਆਏ ਸਿੰਘ। ਕਹਿੰਦੇ ਜੀ ਬਾਬੇ ਅੱਜ ਨਹੀਂ ਆਏ ਦੀਵਾਨ 'ਚ ਅਸੀਂ ਕਦੇ ਨਹੀਂ ਠਰੇ। ਅਸੀਂ ਕਿਹਾ ਉਹ ਤਾਂ ਬਾਹਰ ਨਾ। ਕਹਿੰਦੇ ਬਾਹਰ ਨਹੀਂ ਆ ਕੁੜੀ ਤਾਂ ਆ ਖੜੀ ਹੈ ਬਾਹਰ ਕਿੱਥੇ। ਫਿਰ ਸੰਤ ਆਪੇ ਬੋਲ ਪਏ ਕਹਿੰਦੇ ਆ ਕਿ ਭਾਈ ਅਸੀਂ ਅੰਦਰ ਆ ਕੇ ਸਾਡੇ ਧਰਨ ਪਈਏ ਹੁਣ ਠੀਕ ਹੋ ਗਈ ਆ ਕੇ ਅਸੀਂ ਅੰਗੂਠੇ ਗਾਠੇ ਨਾਲ ਮਾਰਤੀ ਹੈ। ਫਿਰ ਉਹ ਜੈਲਦਾਰ ਨੂੰ ਦੱਸਿਆ ਉਹਨਾਂ ਨੇ ਵੀ ਸੰਤ ਅੱਜ ਗੁਰਦੁਆਰੇ ਨਹੀਂ ਗਏ ਹੁਣ ਉਹਨਾਂ ਦਾ ਉਹ ਸਾਲ ਹੋਣ ਵਾਲਾ। ਅਤੇ ਫਿਰ ਉਹ ਤੜਕੇ ਹੀ ਆਪਣਾ ਕੰਪਾਊਂਡਰ ਨੂੰ ਲੈ ਕੇ ਆਇਆ ਜੈਲਦਾਰ। ਆ ਕੇ ਕਹਿੰਦਾ ਮਹਾਰਾਜ ਜੀ ਕੀ ਤਕਲੀਫ ਹੈ। ਕਹਿੰਦਾ ਭਾਈ ਧਰਨ ਸੀ ਅਸੀਂ ਮਾਰ ਲਈ ਹੁਣ ਠੀਕ ਹੈ ਜਾਓ। ਉਹ ਕਹਿੰਦੇ ਕਿ ਆਹ ਲੈ ਲਓ ਤੁਸੀਂ ਆਪਣੀ ਗਰਮ ਬੋਤਲ ਪਾਣੀ ਗਰਮ ਪਾ ਲਓ ਪਾ ਕੇ ਪੇਟ 'ਤੇ ਰੱਖ ਲਓ। ਉਹ ਪਵਾ ਲਿਆ ਡਾਕਟਰ। ਉਹ ਰੱਖ ਦਿੱਤੀ ਤੁਰ ਗਏ। ਉਹਨਾਂ ਨੇ ਚਲਾ ਕੇ ਮਾਰੀ। ਕਹਿੰਦੇ ਸਾਲੇ ਕਤੂਰਾ ਜਾ ਕਿੱਥੇ ਧਰ ਗਏ। ਅਤੇ ਫਿਰ ਉਹ ਕਹਿੰਦੇ ਆ ਕਿ ਕੱਲ੍ਹ ਨੂੰ ਜ਼ਿਆਦਾ ਹੋਣਗੇ ਅਤੇ ਤੁਸੀਂ ਸਫੇਦ ਧਰ ਲਿਓ। ਡਾਕਟਰ ਇਹ ਨਾ ਕਹੇ ਵੀ ਸਾਡੀ ਦਵਾਈ ਪਸੰਦ ਨਹੀਂ। ਉਹਨਾਂ ਤਾਂ ਫਿਰ ਦਰਦੀ ਸੀ। ਫਿਰ ਉਹ ਆ ਗਿਆ ਬਾਬਾ ਜੀ ਰਾਜੀ ਹੋ। ਕਹਿੰਦੇ ਮਹਾਰਾਜ ਬੜੀ ਚੀਜ਼ ਆ ਅਸੀਂ ਤਾਂ ਅੱਜ ਦੇਖੇ ਸਾਰੀ ਉਮਰ 'ਚ। ਕਹਿੰਦਾ ਇਹਦੇ ਤਾਂ ਸਾਰੀ ਰਾਤ ਘਰਾੜੇ ਮਾਰਦੇ ਨੀਂਦ ਬੜੀ ਆਈ ਹੈ ਜਾਓ ਹੁਣ ਤੁਸੀਂ ਰਾਜ। ਫਿਰ ਉਹ ਬਾਹਰ ਨਿਕਲ ਕੇ ਕੰਪਾਊਂਡਰ ਕਹਿੰਦਾ ਕਿ ਮਹਾਰਾਜ ਉਹ ਜੈਲਦਾਰ ਨੂੰ ਕਹਿੰਦਾ ਜੈਲਦਾਰ ਸਾਹਿਬ ਅੱਗੇ ਆਪਾਂ ਸਿਵਲ ਸਰਜਨ ਜਾਓ ਲੁਧਿਆਣੇ 'ਤੇ
ਤੇ ਮੈਂ ਕੰਪਿਊਟਰ ਅਗਲਾ ਕਹੂ ਇਹੋ ਜਿਹੇ ਮਹਾਤਮਾ ਸਿੰਘ ਕੰਪਿਊਟਰ ਰੱਖੀ ਜਾਂਦਾ ਹੁੰਦਾ, ਸਿਵਲ ਸਰਜਨ ਨੂੰ ਲਿਆਓ ਇਹਨਾਂ ਦੀ ਸੇਵਾ ਕਰੋ। ਉਹਨਾਂ ਨੂੰ ਅੰਦਰ ਬੈਠਿਆਂ ਨੂੰ ਗਿਆ ਤਾਂ ਕਹਿੰਦਾ ਕੀ ਗੱਲਾਂ ਖਬਰੇ ਆ ਤੁਸੀਂ? ਉਹ ਆਏ ਕੀ ਗੱਲਾਂ ਕਰਦੇ ਆ ਜੀ? ਕਹਿੰਦੇ ਤੁਹਾਡੀ ਸੇਵਾ 'ਚ ਡਾਕਟਰ ਅੱਛਾ ਲਿਆਈਏ। ਕਹਿੰਦਾ ਅੱਛਾ ਡਾਕਟਰ ਸਾਨੂੰ ਕੀ ਕਰੂ? ਤੁਸੀਂ ਤਾਂ ਪੇਂਡੂ ਲੋਕ ਹੋ, ਅਸੀਂ ਤਾਂ ਮਰਜ਼ੀ ਦੇ ਮਾਲਕਾਂ, ਜੇ ਨਾ ਜਾਈਏ ਹੁਣ ਨਾ ਜਾਈਏ, ਜੇ ਜਾਈਏ ਤਾਂ ਹੁਣੇ ਤੁਰ ਪਈਏ। ਅਸੀਂ ਐਵੇਂ ਤਾਂ ਨਹੀਂ ਗੱਲਾਂ ਫੋਕੀਆਂ ਕਰਦੇ, ਜਦ ਅਸੀਂ ਸਾਲ ਕਿਹਾ ਉਹਦੇ ਦਿਨ ਪੂਰੇ ਹੋਇਆ ਤਾਂ ਉਹਦੇ ਤੁਰਨਾ ਲਿਆ ਨੂੰ ਜਾਣ ਦੇ ਲਿਆ, ਫਿਰ ਉਹ ਨਹੀਂ ਲਿਆ। ਉਸੇ ਦਿਨ ਫਿਰ ਸੰਤਾਂ ਦਾ ਉਹ 7 ਤਰੀਕ ਉਹ ਮਾਘ ਹੋ ਗਿਆ ਸੀ। 7 ਮਾਘ ਨੂੰ ਫਿਰ ਉਹਨਾਂ ਨੇ ਕਿਹਾ ਪਾਣੀ ਆ ਵੀ ਤੁਸੀਂ ਥੋੜ੍ਹਾ ਜਿਹਾ ਕੋਸਾ ਲਿਆਓ, ਗੁਸਲਖਾਨੇ ਇਸ਼ਨਾਨ ਕਰ ਲਈ। ਇਸ਼ਨਾਨ ਸ਼ਨੂਨ ਸਾਰੇ ਕਰਾ ਕੇ ਕਿਰਿਆ ਤੇ ਫਿਰ ਉਹ ਉੱਤੇ ਲੈ ਗਏ ਚਾਦਰ ਐਂ ਟਹਿਲਣ ਲੱਗ ਗਏ ਬਾਹਰ। ਇਹ ਕਹਿੰਦੇ ਹੁਣ ਉਹ ਕਮਰਾ ਸਾਡੇ ਵਾਲਾ ਤਾਂ ਬਿਲਕੁਲ ਛੋਟਾ ਹੈ, ਵੱਡੇ ਹਾਲ ਵਿੱਚ ਸਾਡਾ ਪਹੁੰਚਦਾ ਔਰ ਪਹਿਲਾਂ ਫਰਸ਼ ਵਿਛਾਓ, ਫਿਰ ਵੇਚ ਲਾਓ, ਵੇਚ ਦੇ ਉੱਤੇ ਫਿਰ ਟਾਈਮ ਪੀਸ ਰੱਖੋ, ਟਾਈਮ ਪੀਸ ਦੇ ਨਾਲ ਫਿਰ ਗੈਸ ਤਿਆਰ ਰੱਖੋ, ਉਹਦੀ ਚਿਮਨੀ ਮਾਰੋ ਅਤੇ ਬਾਹਰ ਬਰਾਂਡਿਆਂ 'ਚ ਵੀ ਫਰਸ਼ ਲਾਓ, ਖੁੱਲ੍ਹੇ ਵਿਹੜੇ 'ਚ ਲਾਓ। ਲੋਕ ਹੁਣ ਪਤਾ ਲੱਗ ਗਿਆ ਹੁਣ ਲੋਕਾਂ ਨੂੰ, ਆ ਤੁਹਾਨੂੰ ਸੰਗਤਾਂ ਬਹੁਤ ਆਉਣਗੀਆਂ। ਜੇ ਅਸੀਂ ਬਾਣੀ ਸੁਣਾਵਾਂਗੇ ਕੋਈ ਬੋਲੇ ਬਾਜੀ ਇਕੱਠ ਹੋਣ ਦਵਾ ਦਵ ਇਕੱਠ ਹੋਣ ਲੱਗ ਗਏ। ਅਤੇ ਉਹਨਾਂ ਨੇ ਫਿਰ ਰਾਜੀਆਂ ਸਿੰਘਾਂ ਨੇ ਕਿਹਾ ਕਿ ਮਹਾਰਾਜ ਆਪਾਂ ਗੁਰੂ ਸਾਹਿਬ ਅੱਗੇ, ਅਕਾਲ ਪੁਰਖ ਅੱਗੇ ਬੇਨਤੀ ਕਰੀਏ ਵੀ ਸੰਤਾਂ ਦੀ ਉਮਰ ਹੋਰ ਵਧੇ ਅਤੇ ਕਹੋਂ ਤਾਂ ਅਖੰਡ ਪਾਠ ਆਰੰਭ ਕਰੀਏ, ਨਾਲੇ ਅਰਦਾਸ ਕਰੀਏ। ਉਹ ਕਹਿੰਦੇ ਖਬਰਦਾਰ ਅਜੇ ਕੰਮ ਕੀਤਾ, ਅੱਜ ਦੀ ਰਾਤ ਬੋਲਣ ਤਰ ਕੇ ਕਿਵੇਂ ਕੋੜੇ ਵਜਾਈ ਜਦ ਅਸੀਂ ਉਹ ਕਹਿਣਾ ਨਹੀਂ। ਫਿਰ ਉਹਨਾਂ ਨੇ ਖੈਰ ਉਹਨਾਂ ਦੇ ਬਿਨਾਂ ਕਹਿਣ 'ਤੇ ਪਾਠ ਤਾਂ ਆਰੰਭ ਕੀਤਾ। ਜਿਹੜਾ ਅਰਦਾਸ ਸੀ ਉਹ ਉਂ ਹੀ ਗੁੰਮ ਹੋ ਗਿਆ, ਖੜੇ ਹੀ ਰਿਹਾ, ਖੜ ਕੇ ਐ ਡਿੱਗ ਗਏ ਅਤੇ ਪਹਾੜ ਉਹ ਰੋਂਦੇ ਰਹੇ, ਨਾਲੇ ਆਪਣਾ ਪਹਾੜ ਸਿਰੇ ਚੜ੍ਹਦਾ ਪਿਆ, ਲੇਕਿਨ ਉਹ ਨਹੀਂ ਜਿਹੜਾ ਜਿਵੇਂ ਉਹ ਗੁੱਸਾ ਹੁੰਦਾ। ਫਿਰ ਉਹਨਾਂ ਨੇ ਕੀ ਕੀਤਾ, ਇਹ ਸਰਾਣੇ ਵੀ ਨਹੀਂ, 2 ਸਰਾਣੇ ਰਖਾ ਲਏ, ਇੰਨਾ ਉੱਚੇ ਹੋ ਗਏ, ਇੱਧਰ ਨੂੰ ਚਰਨ ਕਰ ਲਏ, ਚਰਨ ਕਰਕੇ ਰਹਿਣਾ ਸ਼ੁਰੂ ਕੀਤੀ। ਅਗੇ ਸਭ ਆਈ ਜਾਓ, ਬੈਠੀ ਜਾਓ, ਬੋਲੇ ਕੋਈ ਹੈ। ਰਹਿ ਰਾਸ ਪੜ੍ਹ ਕੇ ਫਿਰ ਉਹਨਾਂ ਨੇ 12 ਮਹਾਂ ਪੜ੍ਹਿਆ, 12 ਮਹਾਂ ਪੜ੍ਹ ਕੇ ਫਿਰ ਹੋਰ ਬਾਣੀ ਪੜ੍ਹੀ, ਹੋਰ ਪੜ੍ਹ ਕੇ ਫਿਰ ਆਸਾ ਦੀ ਵਾਰ ਸ਼ੁਰੂ ਕੀਤੀ। ਆਸਾ ਦੀ ਵਾਰ ਸਾਰੀ ਪੜ੍ਹ ਕੇ ਤਾਂ ਫਿਰ ਉਹਨਾਂ ਦੇ 1:45 ਹੋ ਗਏ ਸਨ। 1:45 ਹੋਏ। ਕਹਿੰਦੇ ਭਾਈ ਕੀ ਟਾਈਮ ਕੀ ਹੋਇਆ? ਕਹਿੰਦਾ ਜੀ ਟਾਈਮ ਹੁਣ 1:45 ਹੋ। ਚੰਗਾ ਹੁਣ ਅਸੀਂ ਜਾਂਦੇ ਹਾਂ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਕਰਕੇ ਅਤੇ ਉਹਨਾਂ ਨੇ ਆਪਣਾ ਸਵਾਸ, ਮੈਂ ਕਿਹਾ ਹੋਰ ਮੈਂ ਸੰਤ ਬਹੁਤ ਦੇਖੇ ਗਏ ਸਨਗੇ, ਉਹ ਮੈਂ ਕਿਵੇਂ ਛੱਡਣਗੇ ਸਾਰੀ ਰਾਤ ਇਹ ਆਪਣਾ ਬਾਣੀ ਸੁਣਾਈ ਗਏ, ਦੁੱਖ ਨਹੀਂ ਦਲਿੱਦਰ ਨੂੰ, ਅਤੇ ਮੈਂ ਕਿਹੜੀ ਚੁਗਤੀ ਨਾਲੇ ਛੱਡਣੇ। ਫਿਰ ਮੈਂ ਉੱਥੇ ਸਾਰੇ ਵੀ ਦੇਖਦੇ ਸਾਂ, ਚਾਨਣਾ ਸੀ। ਇੱਕ ਵਾਰੀ ਤਾਂ ਉਹਨਾਂ ਨੇ ਸਵਾਸ ਤਹਾਂ ਨੂੰ ਚੜ੍ਹਾਇਆ, ਥੋੜ੍ਹਾ ਰੋਕ ਕੇ ਫਿਰ ਛੱਡੇ, ਫਿਰ ਦੁਬਾਰੇ ਚੜ੍ਹਾਇਆ ਤਾਂ ਨਬਜ਼ ਬੰਦ ਹੋਈ। ਮੈਂ ਨਹੀਂ ਨਬਜ਼ ਬੰਦ ਹੋਈ ਸੀ। ਇੱਕ ਸਿੱਖ ਸੀ ਉੱਥੋਂ ਦਾ ਹੀ, ਉਹ ਕਹਿੰਦਾ ਬਾਬਾ ਜੀ ਤੁਸੀਂ ਕਿਸੇ ਨੂੰ ਆਪਣੀ ਥਾਂ ਟਿਕ ਜਾਂਦੇ ਜਥੇਦਾਰ, ਤਾਂ ਅਸੀਂ ਉਹਦੇ ਮਗਰ ਲੱਗ ਕੇ ਸੇਵਾ ਕਰੀ ਜਾਂਦੇ। ਫਿਰ ਬੋਲ ਪਏ, ਕਹਿੰਦੇ ਭਾਈ ਅਸੀਂ ਕਿਸੇ ਨੂੰ ਨਹੀਂ ਟਿਕਣਾ, ਜਿਹੜਾ ਨਾਮ ਜਪੂਗਾ ਉਹ ਆਪੇ ਪ੍ਰਗਟ ਹੋ ਜਾਊ ਵੀ ਆਹ ਹੀ ਟਿਕਿਆ ਹੁੰਦਾ ਦਾ। ਇਉਂ ਕਰਕੇ ਫਿਰ ਉਹ ਬੰਦ ਹੋਇਆ। ਦੇ ਬਾਅਦ ਫਿਰ ਲੋਕ ਆਪਣਾ ਬਣੇ ਹੋਏ ਲੋਕ ਕੰਮਾਂ ਨੂੰ ਭੱਜੇ, ਤਾਂ ਉਹ ਜੈਲਦਾਰ ਦਾ ਲੈਣ 'ਚ ਲੈ ਗਿਆ ਜਿਹੜਾ ਡੱਬਾ ਲਿਆਉਣ ਸੀ ਰੇਤ ਦਾ, ਅਤੇ ਹੋਰ ਲੋਕ ਆਪਣਾ ਮਿਸਤਰੀ ਸਣਗੇ ਜਿਹੜੇ ਉਹ ਬਕਸਾ ਬਣਾਉਣ ਲੱਗੇ। ਕੋਈ ਫਿਰ ਇਹ ਸੰਤ ਕਹਿੰਦੇ ਆਪਾਂ ਸੰਤਾਂ ਦੇ ਬਸਤਰ ਬਾਹਰ ਹੁੰਦੇ ਸਨ ਗੁਫਾ 'ਚ, ਵੀ ਆਪਾਂ ਉਹਨਾਂ ਦੇ ਦਸਤਾਰੇ ਕੁੜਤੇ ਘੜਤੇ ਜਿਹੜੇ ਕਛਹਿਰੇ ਚਾਹੀਦੇ ਨੇ ਉਹ ਆਪਾਂ ਲੈ ਲਈਏ। ਫਿਰ ਅਸੀਂ ਉੱਧਰ ਨੂੰ ਚਲੇ ਗਏ, ਹੋਰ ਸੰਗਤਾਂ ਬਹੁਤ ਇਕੱਠ ਹੋ ਗਿਆ। ਫਿਰ ਉਹਨਾਂ ਦਾ ਬਸ ਇਸ਼ਨਾਨ ਕਰਾਇਆ, ਇਸ਼ਨਾਨ ਕਰਾ ਕੇ ਪਲੰਘ 'ਤੇ ਪੈ ਗਏ ਨੇ। ਉਹ ਸਾਫਾ ਇਹਨਾਂ ਨੇ ਬੱਦਾ ਹੋ ਜਾਏ ਜਿਹੋ ਜਿਹਾ ਹੁੰਦਾ ਸੀ, ਅਤੇ ਬਸ ਕੀਰਤਨ ਕਰੀ ਗਏ। ਲੋਕ ਹੋਰ ਆਉਂਦੇ ਰਹੇ ਨੇ, ਹੁੰਦਿਆਂ ਬੋਲਦਿਆਂ ਫਿਰ ਉਹਨਾਂ ਦਾ 1 ਵਜੇ ਫਿਰ ਉਹਨਾਂ ਨੇ ਤਿਆਰੀ ਕੀਤੀ, ਅਤੇ ਉਹ ਬਕਸੇ 'ਚ ਪਾਇਆ ਸਰੀਰ ਨੂੰ,
ਤੇ ਉੱਥੇ ਫਿਰ ਹੋਰ ਕੀਰਤਨ ਦਰਸ਼ਨਾਂ ਵਾਲੇ ਆ ਗਏ, ਕਰਦਿਆਂ ਕਰਾਉਂਦਿਆਂ ਉੱਥੇ 2:30 ਵੱਜ ਗਏ। 4 ਵਜੇ ਗੱਡੀ ਨੇ ਆਉਣਾ ਸੀ। ਫਿਰ ਉਹਨਾਂ ਦੇ ਬਕਸੇ ਨੂੰ ਬੜੇ ਬੜੇ ਬੰਝ ਲਾਏ ਲੰਬੇ, ਇੱਧਰ ਪਿੱਛੇ ਵੀ ਅੱਗੇ ਵੀ ਲੋਕ ਹੱਥ ਲਾ ਲਿਆ ਕਰ ਆਏ। ਫਿਰ ਉਹ ਲੋਕਾਂ ਨੇ ਹੱਥ ਲਾ ਤੇ ਜਿਉਂ ਚੱਲਣ ਫਿਰ ਬੈਂਡ ਬਾਜਾ ਮੂਹਰੇ ਵੱਜਦਾ ਗਿਆ ਤੇ ਪਿੱਛੇ ਸੰਗਤਾਂ ਹੌਲੀ ਕੀਰਤਨ ਕਰਦੇ, ਵਾਹਿਗੁਰੂ ਵਾਹਿਗੁਰੂ ਕਰਦੇ ਉਹ ਸਟੇਸ਼ਨ 'ਤੇ ਗਏ। ਉਹ ਜਿਹੜਾ ਥਾਂ ਸਮਾਰਿਆ ਸੀ ਉਹਦੇ ਉੱਤੇ ਨਹੀਂ ਲੰਘੇ ਜਿਹੜਾ ਚਿੱਕੜ ਸੀ ਲੰਘ ਨਹੀਂ ਸਕਦੀ ਸੀ। ਤੇ ਉੱਥੇ ਜਾ ਕੇ ਫਿਰ ਜਦ ਗੱਡੀ ਆਈ ਉਹਦੇ ਨਾਲ ਡੱਬਾ ਗੱਡੀ ਸਵਾਰੀ ਸੀ ਉਹਦੇ ਨਾਲ 10 ਆਦਮੀ ਤਾਂ ਬਕਸੇ ਦੇ ਅਰਦ ਵਿੱਚ ਸਨ ਤੇ ਬਸ 100 ਬੰਦੇ ਨੇ ਟਿਕਟ ਲਿਆ ਸੀ। ਫਿਰ ਇੰਨੇ ਆਦਮੀ ਗਏ, ਗਾਹਾਂ ਤਾਰਾਂ ਦਿੱਤੀਆਂ ਸਨ, ਆਪਣਾ ਤਾਂ ਤਾਰ ਮਿਲ ਗਈ। ਲੁਧਿਆਣੇ ਵਾਲੇ ਸਟੇਸ਼ਨ 'ਤੇ ਖੜ੍ਹੇ, ਗਾਹਾਂ ਫਲੌਰ ਦੇ ਖੜ੍ਹੇ, ਫਿਰ ਗਾਹਾਂ ਕਪੂਰਥਲੇ ਵਾਲੇ ਉੱਥੇ ਖੜ੍ਹੇ, ਫਿਰ ਜਲੰਧਰ ਵਾਲੇ ਖੜ੍ਹੇ, ਗਾਹਾਂ ਸਾਰੇ ਐਂ ਖੜ੍ਹਦੇ। ਉਹਨਾਂ ਨੂੰ ਬਖਸ਼ਿਆ ਐਂ ਖੋਲ੍ਹ ਕੇ ਦਿਖਾ ਦਿਆ ਕਰਨ, ਦਰਸ਼ਨ ਕਰਾ ਦੇਣ, ਫਿਰ ਤੁਰ ਜਾ ਗੱਡੀ, ਤੁਰ ਜਾ। ਫਿਰ ਇਸੇ ਤਰ੍ਹਾਂ ਗਾਹਾਂ 5 ਸਾਲ ਤੋਂ ਹੋਰ ਗਾਹਾਂ ਫੂਲਾ ਸੋਦੀ ਸਮਾਧ ਤੋਂ ਗਾਹਾਂ ਜਾ ਅੜਕ ਦਰਿਆ ਸੀ। ਅੜਕ ਦਰਿਆ ਦੇ ਵਿੱਚ ਫਿਰ ਸੰਤ ਉੱਥੇ ਕਮਰਾ ਬਣਿਆ ਇੱਕ, ਉੱਥੇ ਰਾਗੀ ਫਿਰ ਉਹ ਰਾਗ ਕਰਦੇ ਸਨ ਕੈਮਲਪੁਰ ਦੇ, ਅਤੇ ਉੱਥੇ ਦੇਗ ਬਣੀ ਹੋਈ ਸੀ। ਹੋਤੀ ਮਰਦਾਨ ਦੇ ਸੰਤ ਉੱਥੇ ਆਏ, ਉਹ ਸਾਰਿਆਂ ਨੇ ਰਲ ਮਿਲ ਕੇ ਕੀਰਤਨ ਕਰਕੇ ਅਰਦਾਸ ਕਰਕੇ ਅਤੇ ਬਖਸ਼ੇ ਨੂੰ ਫਿਰ ਉਹ ਕਿਸ਼ਤੀ 'ਚ ਜਿਵੇਂ ਆਪਣੇ ਲੱਗੇ ਸਨ ਲਿਜਾ ਕੇ ਅੜਕ ਦਰਿਆ ਦੀ ਧਾਰ ਵਿਚਾਲੇ ਕਰਕੇ ਉੱਥੇ ਅਰਦਾਸ ਕਰਕੇ ਫਿਰ ਉਹ ਬਖਸ਼ਾ ਛੱਡ। ਇੱਕ ਬੰਦਾ ਫਿਰ ਭੱਜਿਆ ਹੀ ਆਇਆ, ਉਹਦੇ ਜਾਂਦੇ ਨੂੰ ਬਖਸ਼ਾ ਛੱਡ ਦਿੱਤਾ ਪਾਣੀ 'ਚ। ਉਹ ਰੋਵੇ, ਕਹਿੰਦਾ ਮੈਨੂੰ ਨਾ ਦਰਸ਼ਨ ਹੋਏ। ਫਿਰ ਸੰਤਾਂ ਦਾ ਜਿਹੜਾ ਬਖਸ਼ਾ ਸੀ ਐਂ ਖੜਾ ਹੋਇਆ, ਸਿੱਧਾ ਖੜਾ ਹੋ ਫਿਰ ਉਹ ਮੱਥਾ ਟੇਕ ਇਉਂ ਛੱਡ ਕੇ ਫਿਰ ਸਾਰੇ ਇੱਥੇ ਆ ਗਏ। ਉਸ ਤੋਂ ਬਾਅਦ ਫਿਰ ਅਸੀਂ 6 ਮਹੀਨੇ ਉੱਥੇ ਰਹੇ। 6 ਮਹੀਨਿਆਂ ਦੇ ਬਾਅਦ ਫਿਰ ਇਹ ਸੰਤ ਕਹਿੰਦਾ ਮੇਰਾ ਤਾਂ ਇੱਥੇ ਜੀ ਨਹੀਂ ਲੱਗਦਾ। ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਨਹੀਂ ਜੀ ਲੱਗਦਾ ਤਾਂ ਆਪੋ ਆਪਣੀ ਘਰੀ ਚੱਲਦੇ ਰਹਿੰਦੇ, ਪਰ ਉਹਦਾ ਨਹੀਂ ਕੋਈ ਰੋਕ ਲਈ। ਕਹਿੰਦੇ ਘਰੇ ਨਹੀਂ ਜਾਣਾ, ਸੰਤਾਂ ਨੇ ਮੇਰੇ ਕਫਨੀ ਪਾਈ ਹੈ। ਇਹ ਉਹਨਾਂ ਦਾ ਨਾਮ ਲੈ ਕੇ ਬਾਬੇ ਘਰ ਵਸਾਉਂਦਾ ਅਰਦਾਸ ਕੀਤੀ ਉਹਨਾਂ ਨੇ, ਉੱਥੇ ਹੀ ਕੀਤੀ ਸੀ ਸ਼ਹੀਦੀ। ਅਤੇ ਉਹ ਕਿ ਆਪਾਂ ਘਰ ਕੋਲ ਨਹੀਂ ਜਾਣਾ। ਅਤੇ ਇਹਨਾਂ ਨੇ ਕੀ ਕੀਤਾ, ਮਤ ਕੇ ਇਸ ਨੇ ਭਗਵਾਨ ਸਿੰਘ ਇੱਕ ਅਵਨੀ ਜੀ ਮੇਰੇ ਪਾਸ ਹੀ ਫੜ ਕੇ ਜ਼ੋਰ ਹੋ ਜਾਂਦੀ। ਮੈਨੂੰ ਥੋੜ੍ਹਾ ਸੰਗ ਲੱਗਿਆ, ਚੱਕੀ ਫਿਰਾਂ ਇੱਕ ਪਾਸੇ ਜਿਵੇਂ ਕਬਰੀ ਪਾਈ ਹੁੰਦੀ। ਮੈਨੂੰ ਲੱਗ ਵੀ ਬੜਾ ਸਹਿਜ ਕਹਿਣ ਇਹ ਤੂੰ ਝੰਡਾ ਫਸ ਗਿਆ। ਫਿਰ ਹੌਲੀ ਹੌਲੀ ਫਿਰ ਹਟ ਗਈ ਸੰਗ ਪਈ ਨਹੀਂ। ਫਿਰ ਅਸੀਂ ਉੱਥੇ ਰਹੇ। ਫਿਰ ਸੰਤ ਕਹਿੰਦੇ ਵੀ ਆਪਾਂ ਤਾਂ ਇੱਥੋਂ ਚੱਲਣਾ ਹੈ। ਨਸ਼ੇ 'ਤੇ ਚੱਲਣੇ ਕਰਕੇ ਫਿਰ ਮੈਂ ਉਸਨੂੰ ਕਿਹਾ, ਭਗਵਾਨ ਸਿੰਘ ਜਿਹੜਾ ਹੁਣ ਇਹਨਾਂ ਤੋਂ ਮਹੀਨਾ ਖਾਣੇ ਕਿੰਨਾ ਸਵਾ ਕੁ ਮਹੀਨਾ ਵਾ। ਅਤੇ ਉਹ ਮਹੰਤ ਟਿਕਿਆ ਸੀ। ਲੋਕ ਤਾਂ ਇਹਨੂੰ ਟਿਕਦੇ ਸਨ। ਫਿਰ ਲੋਕਾਂ ਨੇ ਕਿਹਾ ਵੀ ਇਹ ਸੰਤ ਨੂੰ ਤਾਂ ਬਿਹਾਰਾਂ ਦਾ ਪਤਾ, ਬਿਹਾਰ ਜਾ ਕੇ ਸੰਤਾਂ ਨੂੰ ਜਿਹੜਾ ਮੁਖੀ ਹੁੰਦਾ ਉਹਨੂੰ ਕਰਨਾ ਚਾਹੁੰਦੇ ਕਿ ਕਿਤੇ ਜਾਓ। ਫਿਰ ਇਹ ਤਾਂ ਭਜਨ ਵਾਲੇ ਨੇ, ਤਾਂ ਭਜਨ ਕਰੀ ਜਾਣ, ਇਹਨਾਂ ਕੋਈ ਬੁਲਾ ਨਹੀਂ ਸਕਦਾ। ਆਪਣੇ ਗੁਫਾ 'ਚ ਰਿਹਾ ਕਰਨ ਅਤੇ ਉੱਥੇ ਉਵੇਂ ਸੰਤਾਂ ਬੜਿਆਂ ਵਾਂਗੂ ਆਇਆ ਕਰਨ, ਬੜਿਆਂ ਵਾਂਗੂ ਜਾਇਆ ਕਰਨ। ਅਤੇ ਇਹ ਸਾਡੇ ਨਾਲ ਜਾਇਆ ਕਰੇ ਭਗਵਾਨ ਸਿੰਘ। ਅਤੇ ਉਹ ਸਲਗ ਲੈ ਕੇ ਮਗਰ ਪੈ ਗਿਆ ਜੀ ਨੱਥਾ ਸਿੰਘ। ਕਹਿੰਦਾ ਅੱਗੇ ਪੱਗਾਂ ਬਣਾਉਣ ਨੂੰ ਤਾਂ ਮੜੂਸ ਬਣਾ ਲਿਆ ਅਤੇ ਕੰਮ ਤੇਰਾ ਪਿਓ ਕਰੂ, ਜਿਹੜਾ ਪੱਗ ਬਣੂ ਜ਼ਿੰਮੇਵਾਰ ਹੁੰਦਾ। ਉਹ ਫਿਰ ਸਾਨੂੰ ਕਹਿੰਦਾ ਲੈ ਜੇ ਤੁਸੀਂ ਤਾਂ ਜਾਓ, ਮੈਂ ਤਾਂ ਹੁਣ ਉੱਥੇ ਜਾਣਾ। ਕਹਿੰਦਾ ਤਾਂ ਉਹ ਕੰਮ ਤਾਂ ਨਹੀਂ ਕਰਨਾ, ਧੁੱਪੇ ਤਾਂ ਮਰੇਗਾ ਹੀ। ਉਹ ਨੱਥਾ ਸਿੰਘ ਕਹਿੰਦਾ ਐ ਲਾਉਣ ਪਾਈ ਜਾ ਰਾਹ ਦੇ ਵਿੱਚ। ਖੈਰ ਉਹ ਰਹੇ। ਫਿਰ ਉਸ ਤੋਂ ਬਾਅਦ ਫਿਰ ਮੈਂ ਬਾਬੇ ਨੂੰ ਕਿਹਾ, ਮੈਂ ਕਿਹਾ ਬਾਬਾ ਸਾਡਾ ਨਹੀਂ ਲੱਗਦਾ ਜੀ, ਅਸੀਂ ਤਾਂ ਹੁਣ ਜਾਣਾ। ਇਹ ਕਹਿੰਦਾ ਵੀ ਮੈਂ ਨਹੀਂ ਤੁਹਾਨੂੰ ਕੁਛ ਕਹਿ ਸਕਦਾ, ਪਿੰਡ ਦੇ ਲੋਕ ਮੇਰੇ ਮਗਰ ਪੈਣਗੇ। ਕੀਤਾ ਹੈ ਉਹ ਹੁਕਮ, ਉਹਨਾਂ ਨੂੰ ਕੋਈ ਕੋੜਾ ਬਚਨ ਬੋਲੇ ਤਾਂ ਗਏ। ਕਹਿੰਦਾ ਪਿੰਡ ਦਿਆਂ ਤੋਂ ਪੁੱਛ। ਅਤੇ ਪਿੰਡ ਦਿਆਂ ਨੂੰ ਕਿਹਾ, ਪਿੰਡ ਦਿਆਂ ਨੇ ਇੱਕ ਬੁੜਾ ਸਾਡੇ ਕੋਲੇ ਬਿਠਾ ਤਾ।
ਆ ਕੇ ਜਦ ਇਹ ਜਾਣ ਸਾਨੂੰ ਖਬਰ ਕਰੀ, ਅਸੀਂ ਜਾਣ ਨਹੀਂ ਦੇਣੀ। ਉਹ ਬੁੜੇ ਨੂੰ ਚੜ ਗਏ ਤੇਈਏ ਦਾ ਤਾਪ, ਤੇਈਏ ਦਾ ਤਾਪ ਉੱਥੇ ਟੱਪੇ ਪਿਆ। ਮੈਂ ਕਿਹਾ ਬਾਬਾ ਇੱਥੇ ਹੀ ਮਰ ਜਾਣਾ ਤਾਂ, ਤੂੰ ਜਾ ਕੇ ਕਰੇ ਤੱਤਾ ਦੁੱਧ ਪੀ ਤੈਨੂੰ ਆਰਾਮ ਆਵੇ। ਜਦ ਉਹ ਗਿਆ ਸੀ ਫਿਰ ਇੱਧਰ ਅਰਦਾਸ ਕਰਕੇ ਨਾ ਆਪਣੇ ਗੁਰਦੁਆਰੇ ਦੇ ਵਿੱਚ, ਤੇ ਆਪਣਾ ਲੱਸੀ ਉਹਨਾਂ ਨੇ ਲਾਂਗਰੀ ਜਿਹੜਾ ਹੁਣ ਮਰਿਆ ਇਹਨੇ ਲੱਸੀ ਕਰ ਦਿੱਤੀ ਗਰਮੀ ਦੀ ਰੁੱਤ ਸੀ। ਪਰ ਅਸੀਂ ਦਿਨ ਛਿਪਣ ਵਾਲਾ ਸੀ, ਫਿਰ ਅਸੀਂ ਐਸੋ ਤੁਰ ਗਏ ਪਰੇ ਪਰੇ ਨੂੰ ਕਟਾਣੇ ਨੂੰ। ਕਟਾਣੇ ਆ ਤੇ ਲੰਘ ਕੇ ਫਿਰ ਲੱਲੀ ਕੁੱਬੀ ਸੀ ਜਾ ਕੇ ਨਾ ਉਹ ਨਿਹੰਗਾਂ ਦਾ ਹੋਰ ਥਾਂ ਹੈ ਉਦੋਂ ਪਰੇ। ਲੱਲੀਆਂ ਹਾਂ ਉਹੀ ਨੂੰ ਲੱਲੀਆਂ ਉੱਥੇ ਖਰਬੂਜੇ ਹੋਏ ਸਨ, ਉਹਨਾਂ ਨੂੰ 2 ਮੰਜੇ ਸਰ ਦੇ ਤੇ ਨਾਲ ਲਿਆ ਦੇ ਖਰਬੂਜੇ ਕਿ ਲੈ ਛਕੋ ਜੀ। ਫਿਰ ਲੱਸੀ ਲਿਆ ਕੇ ਦਿੱਤੀ, ਲਓ ਪੀਓ ਜੀ, ਕਹਿੰਦਾ ਖਰਬੂਜੇ ਪਿੱਛੋਂ ਲੱਸੀ ਪੀ ਲਈ। ਫਿਰ ਉਹਨਾਂ ਨੇ ਅਸੀਂ ਜਦ 2 ਵਜੇ ਫਿਰ ਸੰਤ ਕਹਿੰਦਾ ਚੱਲ ਹੁਣ ਆਪਾਂ ਚੱਲੀਏ। ਫਿਰ ਅਸੀਂ ਜਾ ਕੇ ਨਹਿਰ 'ਤੇ ਇਸ਼ਨਾਨ ਕੀਤਾ, ਕਰਕੇ ਇਸ਼ਨਾਨ ਨਹਿਰ ਜਾ ਕੇ ਫਿਰ ਅਸੀਂ ਮਾਛੀਵਾੜੇ ਨੂੰ ਹੋ ਗਏ। ਮਾਛੀਵਾੜੇ ਨੂੰ ਫਿਰ ਜਦੋਂ ਦਿਨ ਚੜ੍ਹਨ ਵਾਲਾ ਹੋਇਆ ਤਾਂ ਫਿਰ ਇੱਕ ਮਾਈ ਨੇ ਹਾਕ ਮਾਰੀ ਸਾਨੂੰ, ਇਹ ਕਹਿੰਦੀ ਬਾਬਾ ਜੀ ਕਿ ਲੱਸੀ ਪਾਣੀ ਛਕ ਹਾਜ਼ਰੀ ਛਕ ਜੋ। ਫਿਰ ਅਸੀਂ ਉਹਦੇ ਹਾਕ 'ਤੇ ਚਲੇ ਗਏ। ਉਹਨੇ ਮੰਜਾ ਡਾ ਮੰਜੇ 'ਤੇ ਬਹਿ ਕੇ ਫਿਰ ਥਾਲੀ 'ਚ ਪਾ ਕੇ ਲੱਡੂ ਜਲੇਬੀਆਂ ਲਈ। ਅਤੇ ਅਸੀਂ ਆਖਿਆ ਮਾਈ ਕੋਲ ਵਿਆਹ ਹੋ ਸੀ, ਕਹਿੰਦੀ ਮੇਰੀ ਲੜਕੀ ਹੈ ਕੁਮਾਰੀ ਸਰਦਾਰ ਨੂੰ ਵਿਆਹੇ ਮਿੰਦਰ ਨੂੰ। ਅਤੇ ਉਹ ਉਦੋਂ ਦੇ ਆਇਆ। ਫਿਰ ਉਹ ਖਵਾ ਕੇ ਲੱਸੀ ਲਈ। ਲੱਸੀ ਪੈ ਕਿੱਥੇ ਜਾਓਗੇ ਬਾਬਾ ਜੀ? ਅਸੀਂ ਆਖਿਆ ਮਾਈ ਅਸੀਂ ਮਾਛੀਵਾੜੇ ਜਾਓ। ਫਿਰ ਉਹਨੇ ਆਪਣਾ ਮੁੰਡਾ ਨਾਲ ਭੇਜਿਆ, ਅੱਗੇ ਨਾਲ ਉਹਨੂੰ ਕਈ ਗ੍ਰੰਥੀ ਨੂੰ ਵੀ ਇਹਨਾਂ ਦੀ ਸੇਵਾ ਕਰੇ। ਨਿਹੰਗ ਜਿਹਾ ਸੀ ਉਹਨੇ ਸੁੱਖੇ ਦਾ ਕਰਨਾ ਸ਼ੁਰੂ ਕਰਤਾ, ਸੇਵਾ ਕਰਨੀ ਇਹਨਾਂ ਨੂੰ ਭੇਜੀਏ। ਅਸੀਂ ਆਖਿਆ ਤੂੰ ਪੀਣਾ ਪੀ ਲਈ, ਅਸੀਂ ਨਹੀਂ ਸੁੱਖਾ ਪੀਂਦੇ। ਫਿਰ ਉਹਨੇ ਲੱਸੀ ਕਰਕੇ ਦਿੱਤੀ, ਦੁਪਹਿਰੇ ਦੀ ਰੋਟੀ ਖਾਧੀ। ਫਿਰ ਅਸੀਂ ਉੱਥੋਂ ਉੱਥੇ ਝਾੜ ਸਾਹਿਬ ਨੂੰ ਗਏ, ਨੇੜੇ ਹੀ ਹੈ। ਤਾਂ ਝਾੜ ਸਾਹਿਬ ਨੇੜੇ ਜੋ ਉੱਥੋਂ ਦਾ ਗ੍ਰੰਥੀ ਆਵੇ ਅਤੇ ਕਹਿੰਦਾ ਬਾਬਾ ਜੀ ਤੁਸੀਂ ਅੱਜ ਝਾੜ ਸਾਹਿਬ ਰਹੋਗੇ? ਅਸੀਂ ਆਖਿਆ ਆਉਂਗੇ। ਕਹਿੰਦਾ ਉੱਥੋਂ ਦਾ ਮੈਂ ਗ੍ਰੰਥੀ ਹਾਂ, ਮੈਨੂੰ ਘਰੇ ਜ਼ਰੂਰੀ ਕੰਮ ਹੋ ਗਿਆ ਅਤੇ ਹੁਣ ਉਹ ਚਾਬੀ ਪਈ ਆ ਇੱਧਰ ਇੱਟਾਂ ਦੇ ਹੇਠਾਂ, ਉੱਥੋਂ ਕੱਢ ਕੇ ਅਸੀਂ ਆਟਾ ਪਿਆ ਔਰ ਰੋਟੀਆਂ ਪਕਾ ਲਿਆ। ਫਿਰ ਅਸੀਂ ਆਖਿਆ ਸੁੰਨਾ ਮਕਾਨ ਅਸੀਂ ਨਹੀਂ ਛੇੜਦੇ, ਤੂੰ ਹਰ ਕੰਮ ਸਾਨੂੰ ਇੰਨੀ ਕੋਈ ਗੱਲ। ਅਸੀਂ ਉੱਥੇ ਆ ਕੇ ਬਹਿ ਗਏ। ਉਹ ਜਿਹੜੇ ਪੁਜਾਰੀਆਂ ਦਾ ਘਰ ਸੀ ਉਹ ਪੂਰੀ ਗਾਲਾਂ ਫਿਰਦੀ ਫਿਰੇ ਕਾਲੀਆਂ ਨੇ। ਤੇ ਦਾਦੇ ਮਹਾਣੇ ਨੇ ਗੁਰਦੁਆਰੇ ਰੋਕ ਲਿਆ, ਰਿਹਾ ਬੈਠੇ ਰਾਈ ਪਾਉਂਦੀ ਜੀ, ਅਤੇ ਇਹਨਾਂ ਨੂੰ ਕੌਣ ਰੋਟੀ ਦੇਵੇ? ਫਿਰ ਮੈਂ ਆਖਿਆ ਮਾਈ ਤੈਨੂੰ ਤਾਂ ਨਹੀਂ ਅਸੀਂ ਕੁਛ ਕਿਹਾ, ਉਹ ਕਾਹਨੂੰ ਕਿਸੇ ਨੂੰ ਗਾਲਾਂ ਕੱਢਦੇ ਨੇ? ਕਹਿੰਦੇ ਅਸੀਂ ਰੱਜ ਕੇ ਖਾ ਲਾਂਗੇ, ਤੁਸੀਂ ਭੁੱਖੇ ਪਾਓਗੇ ਦੋਸਤ ਕਿਹਨੂੰ ਲੱਗੂ? ਫਿਰ ਮੈਂ ਕਿਹਾ ਜੇ ਏਡੀ ਹਿੰਮਤ ਤੂੰ ਰੋਟੀ ਫੜਾ ਦੇ। ਫਿਰ ਉਹਨੇ ਪਹਿਲੇ ਤਾਂ ਲੱਸੀ ਪਿਲਾਈ, ਫਿਰ ਉਹ ਆ ਗੱਠੇ ਤੇ ਪਕੌੜਾ ਦੀ ਲਿਆ ਕੇ ਰੋਟੀ ਦਿੱਤੀ ਸਾਨੂੰ। ਹੁਣ ਜੀ ਅਸੀਂ ਉੱਥੇ ਪੈ ਗਏ। ਫਿਰ ਅਸੀਂ ਉੱਥੋਂ 2 ਵਜੇ ਫਿਰ ਤੁਰ ਪਏ। 2 ਵਜੇ ਨਹਿਰ ਨਾਲ ਚਮਕੌਰ ਸਾਹਿਬ ਫਿਰ ਗਏ। ਚਮਕੌਰ ਸਾਹਿਬ ਦਰਸ਼ਨ ਕੀਤੇ ਵੀ ਆ ਮਹਾਰਾਜ ਦਾ ਉਹ ਗੜੀ ਸਾਹਿਬ, ਅਤੇ ਉਹ ਕੀ ਵਜਦਾ ਇੱਕ ਤਾੜੀ ਸਾਹਿਬ, ਅਤੇ ਇੱਕ ਹੋਰ ਥਾਂ 3-4 ਉੱਥੇ। ਉਹ ਉੱਥੇ ਫਿਰ ਅਸੀਂ ਦਰਸ਼ਨ ਕਰਕੇ ਅਤੇ ਹੋ ਗਏ 12 ਪੂਰੇ। ਅਸੀਂ ਉਹਨਾਂ ਨੇ ਸਾਨੂੰ ਕੋਈ ਰੋਟੀ ਨਹੀਂ ਕਿਹਾ ਸੀ। ਫਿਰ ਨਹਿਰ ਫਿਰ ਪੈ ਗਈ ਅਤੇ ਉਹ ਫਿਰ ਮਗਰ ਭੱਜਿਆ ਜੀ ਇੱਕ ਆਦਮੀ, ਕਹਿੰਦੇ ਬਾਬਾ ਜੀ ਹੁਣ ਤਾਂ ਰੋਟੀ ਦਾ ਵੇਲਾ, ਰੋਟੀ ਖਾ ਕੇ ਜਾਓ। ਅਸੀਂ ਨੇੜੇ ਜਾਂਦੇ ਸੀ। ਫਿਰ ਅਸੀਂ ਮੁੜ ਪਏ, ਰੋਟੀ ਖਾ ਕੇ ਫਿਰ ਤੁਰ ਪਏ। ਫਿਰ ਅਸੀਂ ਚਲੇ ਗਏ ਆਪਣਾ ਰੋਪੜ। ਰੋਪੜ 'ਤੇ ਫਿਰ ਉੱਥੇ ਉਹਨੇ ਬਾਹਰ ਆਉਂਦਾ ਸੀ ਕੋਈ ਜਿਹੜਾ ਸੀ ਪ੍ਰੇਮੀ ਪੱਠੇ ਸਾਹਿਬ ਨੇ ਉਹ ਪਾਸੇ 'ਤੇ, ਜੇ ਨਹਿਰ ਜਾਵੇ ਪੱਠਾ ਨਹੀਂ ਹੁੰਦਾ। ਹਾਂ ਉਹ ਹੋਰ ਪਾਸੇ। ਫਿਰ ਉੱਥੇ ਉਹਨੇ ਨਹੀਂ ਸਾਨੂੰ ਕਿਹਾ ਵੀ ਰਹੋ ਨਾਲ। ਫਿਰ ਅਸੀਂ ਗਾਹਾਂ ਤੁਰ ਪਏ। ਗਾਹਾਂ ਲੋਧੀ ਮਾਜਰਾ ਤੈਨੂੰ ਮਿਲੇ। ਲੋਧੀ ਮਾਜਰੇ ਦੇ ਸਿੰਘ ਨਹਾਉਂਦੇ ਸਨ। ਕਹਿੰਦੇ ਬਾਬਾ ਜੀ ਗਾਹਾਂ ਨਾ ਜਾਓ, ਕੀਰਤਨਪੁਰ ਸਾਹਿਬ ਦੂਰ ਹੈ, ਔਰ ਅੱਜ ਸਾਡੇ ਇੱਥੇ ਗੁਰਦੁਆਰੇ ਚਲੋ। ਉਹ ਗੁਰਦੁਆਰੇ ਲਿਆਏ ਅਤੇ ਉਹਨਾਂ ਨੇ ਪਟਵਾਰੀ ਕੋਲੇ ਦਾਣੇ ਇਕੱਠੇ ਕਰੇ ਹੁੰਦੇ ਵੀ ਜੇ ਕੋਈ ਸਿੱਖ ਕੋਈ ਮਹਾਤਮਾ ਆਵੇ, ਕੋਈ ਆਵੇ ਅਤੇ ਰੋਟੀ ਤੋਂ ਪਕਾ ਕੇ ਲਿਆ ਕਰ। ਫਿਰ ਉਹ ਪ੍ਰਸ਼ਾਦਾ ਲਿਆ, ਉੱਥੇ ਖਾ ਕੇ ਪੈ ਰਹੇ ਤਾਂ 4 ਵਜੇ 2 ਬੁੜੀਆਂ ਲੱਗ ਪਈਆਂ ਪਿੰਡ ਦੀਆਂ, ਮਾਰ ਕੇ ਕੜਕਣ ਬਿਜਲੀ ਵਾਂਗੂ।
ਸੰਤ ਕਹਿੰਦੇ ਚੱਲ ਚੱਲੀਏ। ਉਹ ਉਹਨੂੰ ਵੀ ਨੇ ਤੇ ਉਹਦੇ ਅਸੀਂ ਫਿਰ ਰਾਹ ਪੈ ਗਏ ਕੀਰਤਪੁਰ ਸਾਹਿਬ ਦੇ। ਤੇ ਉਹ ਕੀਰਤਨ ਬਾਅਦ ਸਾਨੂੰ 12 ਫੇਰ ਹੋ ਗਏ ਤੇ 12 ਵਜੇ ਤੇ ਸੰਤ ਦਾ ਉਹਦੇ ਜਿਹੜਾ ਬਰੋਟਾ ਹੈ ਨਾ ਪਤਾਲਪੁਰੀ ਕੋਲੇ ਦੇਖਿਆ ਤੇਰਾ, ਉਹ ਬਰੋਟੇ ਹੇਠਾਂ ਪੈ ਗਏ। ਕਹਿੰਦਾ ਮੈਂ ਤਾਂ ਥੱਕ ਗਿਆ, ਤੂੰ ਗੁਰਦੁਆਰੇ ਫਿਰਿਆ, ਜੇ ਕਿਸੇ ਨੇ ਰੋਟੀ ਦਿੱਤੀ ਤਾਂ ਮੈਨੂੰ ਜਗਾ ਦੇ। ਮੈਂ ਕਿਹਾ ਚੰਗਾ। ਫਿਰ ਉਹ ਕਹਿੰਦੇ ਭਾਈ ਇੱਕੋ ਗੁਰਦੁਆਰਾ ਜਿੱਥੇ ਰੋਟੀ ਬਣਦੀ ਹੈ ਉਹ ਹੈ ਚਰਨ ਕਮਲਾ। ਉੱਥੇ ਫਿਰ ਮੈਂ ਗਿਆ, ਮੱਥਾ ਦਰਬਾਰ ਨੂੰ ਟੇਕਿਆ ਤੇ ਨਹੀਂ ਉਹ ਪਏ ਆਪਣਾ ਅਕਾਲੀ ਤਿੰਨ ਚਾਰ। ਕਹਿੰਦਾ ਭਾਈ ਸਾਹਿਬ ਜੀ ਰੋਟੀ ਛਕੋਗੇ? ਮੈਂ ਕਿਹਾ ਹਾਂ ਛਕਾਂਗੇ। ਕਹਿੰਦਾ ਹੁਣ ਤਾਂ ਵੱਧ ਗਈ ਆ, ਤੁਹਾਨੂੰ ਸੁਨੇਹਾ ਆਇਓ। ਤੇ ਫਿਰ ਮੈਂ ਇਹਦੇ ਕੋਲ ਨੂੰ ਆਇਆ, ਇਹ ਕਹਿੰਦਾ ਮਿਲੂ? ਮੈਂ ਕਿਹਾ ਬਸ ਚੁੱਪ ਕਰ ਮਿਲਣੀ ਕੀ ਹੈ। ਬਸ ਉਹ ਤੋਂ ਬਾਅਦ ਅਸੀਂ ਫਿਰ ਉਹ ਗ੍ਰੰਥੀ ਵੀ ਸਾਨੂੰ ਕਹੇ ਰਹਿ ਰਾਤ ਨਾ ਪੜੋ, ਉਹਨਾਂ ਨੇ ਸਾਰਿਆਂ ਨੇ ਫਿਰ ਮੁਕਾ ਲੈਣੀ ਰੋਟੀਆਂ ਚਲੋ। ਅਸੀਂ ਆਖਿਆ ਵੀ ਹੁਣ ਉਹਨੇ ਤਾਂ ਰਹਿ ਰਸ ਪੜ ਕੇ, ਫਿਰ ਅਸੀਂ ਉਹ ਸਾਡੇ ਨਾਲ ਗਿਆ। ਉਹਦੇ ਗਲ ਪੈ ਗਿਆ ਉਹ ਕਾਲੀ। ਕਹਿੰਦੇ ਵਿਚਾਰੇ ਤੜਕੇ ਦੇ ਭੁੱਖੇ ਨੇ, ਤੂੰ ਕਹਿੰਦਾ ਇਹਨਾਂ ਨੂੰ ਸੁਨੇਹਾ ਲੈ ਕੇ ਆਓ, ਚੰਗਾ ਭਲਾ ਤੈਨੂੰ ਪਤਾ ਹੈ। ਤੇ ਹੁਣ ਤੇਰੀਆਂ ਰੋਟੀਆਂ 3 ਪਈਆਂ, ਚਾਹੇ ਤੂੰ ਖਾ ਚਾਹੇ ਨਾ। ਉਹ ਕਹੇ 1.5 ਤੁਸੀਂ ਲੈ ਲਓ। ਅਸੀਂ ਆਖਿਆ ਅਸੀਂ ਨਹੀਂ ਤੇਰੀ ਖਰਾਬ ਨਹੀਂ। ਫਿਰ ਉੱਠ ਗਏ, ਤਵਾ ਚੜਾਇਆ, ਫਿਰ ਸਾਨੂੰ ਪਕਾ ਕੇ ਦਿੱਤੀ। ਅਗਲੇ ਦਿਨ ਉੱਥੋਂ 7 ਮੀਲ ਅਨੰਦਪੁਰ ਸਾਹਿਬ। ਫਿਰ ਅਸੀਂ ਅਨੰਦਪੁਰ ਗਏ ਸੀ ਨਿਹੰਗਾਂ ਦੇ, ਜਿਹੜੇ ਆਪਣੇ ਸ਼ਹੀਦੀ ਬਾਗ ਹੈ, ਉਹ ਨਿਹੰਗ ਸੀਗੇ ਚੰਗੇ ਬਹੁਤ, ਸਾਧੂ ਸਿੰਘ ਮਹਿੰਗਲ ਜਥੇਦਾਰ, ਔਰ ਖੇਤੀ ਕਰਦੇ ਸਨ। ਅਸੀਂ ਫਿਰ ਸਾਨੂੰ ਉਹਨਾਂ ਨੇ ਛਪਰੀ ਦੇ ਦਿੱਤੀ। ਬਸ ਉਹਦੇ ਛਪਰੀ ਦਿੱਤੀ ਤੇ ਫਿਰ ਉਹ ਗਡਾਉਂਦੇ ਵੀ ਹੁੰਦੇ ਸਨ। ਅਸੀਂ ਜਾ ਰਹਿਣਾ, ਸੰਤਾਂ ਨੂੰ ਕਹਿਣ ਤੂੰ ਤਾਂ ਸੋਹਣਾ ਰਹਿਣ। ਇਹ ਕਹਿੰਦਾ ਕੋਈ ਨਹੀਂ, ਮਾੜੀ ਮਾੜੀ ਐਂ ਕਰਨੀ। ਫਿਰ ਇਹਨੂੰ ਕਹਿੰਦੇ ਤੂੰ ਗ੍ਰੰਥੀ ਹੋ ਜਾ ਤੇ ਤੂੰ ਹੋਰ ਕੰਮ ਤਾਂ ਨਹੀਂ ਹੁੰਦਾ। ਕਹਿੰਦਾ ਗ੍ਰੰਥੀ ਦਾ ਕੰਮ ਤਾਂ ਇਹ ਗੁੱਡਣ ਤੋਂ ਹੀ ਬਹੁਤ ਔਖਾ ਹੈ। ਤੜਕੇ 2 ਵਜੇ ਦਾ ਗ੍ਰੰਥੀ ਉੱਠਦਾ ਹੈ। ਆਖਦਾ ਇਹ ਆਵਾਜ਼ ਨੂੰ ਧਰਤੀ ਦੇ ਵਿੱਚ ਹੀ ਥੱਲੇ ਵਾਲੀ ਨਾਲ ਪਾਣੀ ਨਾਲ ਰਲਾ ਦਿੰਦਾ, ਉਹ ਆਵਾਜ਼ ਫਿਰ ਅੱਗੇ ਨੂੰ ਜਾਂਦੀ। ਕਹਿੰਦਾ ਤੂੰ ਬੋਲ ਹੁਣ। ਜਦੋਂ ਬਚਾ ਬੋਲਿਆ ਹੋਵੇ ਉਹਨੇ ਬੋਕਰ ਮਾਰੀ, ਉਸੇ ਤਰ੍ਹਾਂ ਹੀ ਬੋਲੇ। ਕਹਿੰਦਾ ਹੈ ਨਾ ਆਪਣਾ ਇੱਕੋ ਜਿਹਾ ਸਰੂਪ? ਕਹਿੰਦਾ ਹਾਂ ਮੈਨੂੰ ਅਨੁਭਵ ਹੋ ਗਿਆ। ਕਹਿੰਦਾ ਮੈਂ ਵੀ ਸ਼ੇਰ ਹਾਂ। ਕਹਿੰਦਾ ਜਾ ਹੁਣ ਬੱਕਰੀਆਂ ਦੇ ਜਾ ਕੇ ਇਸੇ ਤਰ੍ਹਾਂ ਪਾਵਕ ਮਾਰੀ। ਚਲੇ ਗਿਆ, ਸ਼ੇਰ ਨੇ ਛੱਡਤਾ, ਬੱਕਰੀਆਂ 'ਚ ਲੜ ਗਿਆ। ਜਦੋਂ ਉਸਨੇ ਮਾਰੀ ਪਾਵਕ, ਅੱਧੀਆਂ ਤਾਂ ਬੱਕਰੀਆਂ ਉੱਥੇ ਹੀ ਮਰ ਗਈ। ਕਿਧਰੇ ਬੱਕਰੀਆਂ ਚਾਰ ਨਾਲ ਅੱਡੇ ਪਿਆ, ਬੱਕਰੀਆਂ ਭੱਜ ਗਈਆਂ ਡਰਦੀਆਂ। ਜਾਣੀ ਉਹ ਭੁੱਲਿਆ ਹੋਇਆ ਬੱਕਰੀ ਬਣਿਆ ਹੋਇਆ। ਜਦ ਸ਼ੇਰ ਨੇ ਉਸ ਨੂੰ ਸਰੂਪ ਆਪਣਾ ਜਨਾਇਆ ਬਈ ਤੂੰ ਤਾਂ ਸ਼ੇਰ ਹੈ, ਸਾਰੀਆਂ ਬੱਕਰੀਆਂ ਭੱਜ ਗਈਆਂ। ਜਾਣੀ ਉਹ ਜੰਗਲ ਦਾ ਰਾਜਾ ਬਣ ਕੇ ਉੱਥੇ ਫਿਰ ਜਿੱਧਰ ਨੂੰ ਜੀ ਕਰਦਾ ਵਿਚਰਦਾ। ਇਸੇ ਤਰ੍ਹਾਂ ਇਹ ਜਿਹੜਾ ਜੀਵ ਆਤਮਾ ਹੈ ਆਪਣੇ ਆਪ ਨੂੰ ਭੁੱਲ ਗਿਆ। ਜਾਣੀ ਜੀਵ ਬਣ ਗਿਆ ਛੋਟਾ, ਹੈ ਤਾਂ ਪਰਮੇਸ਼ਰ, ਹੈ ਪਰਮੇਸ਼ਰ ਦੀ ਹੀ ਅੰਸ਼ ਹੈ, ਪਰ ਇਹ ਭੁੱਲ ਗਿਆ ਹੈ। ਕਿਸ ਤਰ੍ਹਾਂ ਭੁੱਲ ਗਿਆ? ਆਓ ਤੁਹਾਨੂੰ ਇੱਕ ਸਾਖੀ ਸੁਣਾ ਦਿੰਦੇ। ਇੱਕ ਜਲਾਹਾ, ਜਾਣੀ ਮੇਲਾ ਆਇਆ। ਜਲਾਹੇ ਵਿਚਾਰੇ ਭੋਲੇ ਭਾਲੇ ਹੁੰਦੇ ਹਨ। ਉਹ ਕਹਿਣ ਲੱਗਿਆ ਘਰ ਵਾਲੀ ਨੂੰ, ਕਹਿੰਦਾ ਲੋਕੀ ਮੇਲੇ ਨੂੰ ਜਾਂਦੇ ਨੇ, ਮੈਂ ਮੇਲੇ ਜਾਣਾ। ਮੈਂ ਕਦੇ ਮੇਲੇ ਗਿਆ ਨਹੀਂ, ਉੱਥੇ ਇਕੱਠ ਹੁੰਦਾ ਬਹੁਤ, ਮੈਂ ਕਿਤੇ ਭੁੱਲ ਨਾ ਜਾਵਾਂ ਉੱਥੇ, ਮੈਂ ਕਿਤੇ ਭੁੱਲ ਨਾ ਜਾਵਾਂ, ਮੇਰਾ ਕੋਈ ਭਾ ਕਰ ਦੇ ਤੂੰ। ਉੱਥੇ ਤਾਂ ਬਹੁਤ ਦੁਨੀਆ ਹੁੰਦੀ ਹੈ। ਉਹ ਕਹਿਣ ਲੱਗੀ ਮੈਂ ਤੇਰਾ ਭਾ ਕਰ ਦਿੰਦੀ, ਤੂੰ ਭੁੱਲੇਗਾ ਨਹੀਂ। ਦੱਸਦੇ ਨੇ ਵੀ ਉਸਨੇ ਉਹ ਜਲਾਹੇ ਦੇ ਗਲ ਨੂੰ ਰੱਸੀ ਬੰਨ੍ਹ ਦਿੱਤੀ। ਰੱਸੀ ਬੰਨ੍ਹਤੀ ਵੀ ਜੇ ਤੂੰ ਭੁੱਲਣੇ, ਜੇ ਤੂੰ ਗਵਾਚ, ਜਿਵੇਂ ਤੈਨੂੰ ਸੰਸਾ ਪੈ ਜਾਵੇ ਨਾ, ਤਾਂ ਤੂੰ ਰੱਸੀ ਨੂੰ ਹੱਥ ਲਾ ਕੇ ਦੇਖ ਲਈ। ਜੇ ਤਾਂ ਤੇਰੇ ਗਲ ਦੇ ਵਿੱਚ ਰੱਸੀ ਹੋਈ ਤਾਂ ਤੂੰ ਭੁੱਲਿਆ ਨਹੀਂ, ਤਾਂ ਤੂੰ ਗਵਾਚਿਆ ਨਹੀਂ। ਅਗਰ ਤੇਰੇ ਗਲ ਨੂੰ ਰੱਸੀ ਨਾ ਹੋਈ ਫਿਰ ਤੂੰ ਸਮਝੀ ਮੈਂ ਭੁੱਲ ਗਿਆ ਜਾਂ ਗਵਾਚ ਗਿਆ। ਫਿਰ ਤੂੰ ਆਪਣੇ ਆਪ ਨੂੰ ਢੂੰਡਣ ਦੀ ਕੋਸ਼ਿਸ਼ ਕਰੀ। ਦੱਸਦੇ ਨੇ ਵੀ ਉਹ ਲੋਕੀ ਜਾਂਦੇ ਸੀ, ਜਲਾਹਾ ਵਿਚਾਰਾ ਨਾਲ ਰਲ ਗਿਆ, ਚਲੇ ਗਏ ਮੇਲੇ ਉੱਤੇ। ਸਾਰਾ ਦਿਨ ਫਿਰਦੇ ਰਹੇ। ਮੇਲਿਆਂ ਤੇ ਕੀ ਹੁੰਦਾ? ਧੂੜ, ਧੱਕੇ, ਧੁੱਪ, 3 ਚੀਜ਼ਾਂ ਹੁੰਦੀਆਂ ਨੇ। ਇਸ ਤੋਂ ਇਲਾਵਾ ਕੋਈ ਚੀਜ਼ ਨਹੀਂ ਮਿਲਦੀ। ਅਸੀਂ ਬਥੇਰੇ ਦੇਖੇ ਨੇ ਮੇਲੇ।
ਛਪਾਰ ਦਾ। ਤਿੰਨੇ ਹੀ ਚੀਜ਼ਾਂ ਆਉਂਦੀਆਂ ਨੇ, ਬਾਕੀ ਕੁੱਟ ਵੀ ਪੈਂਦੀ ਆ ਬਹੁਤ ਜੇ ਦੂਏ ਪਾਸੇ ਚਲੇ ਜਾਵੇ ਚਮਾਈਆਂ ਦੀ। ਜਿਉਂ ਉਹ ਵਿਚਾਰਾ ਚਲਿਆ ਗਿਆ, ਸਾਰਾ ਦਿਨ ਫਿਰਦਾ ਰਿਹਾ ਮੇਲੇ ਦੇ ਵਿੱਚ। ਜਾਂ ਸ਼ਾਮ ਹੋਈ, ਸਾਰੇ ਲੋਕੀ ਥੱਕੇ ਧੱਕੇ ਖਾਂਦੇ ਜਾਣੀ ਸ਼ਾਮ ਨੂੰ ਮਸੀਤ ਦੇ ਵਿੱਚ ਆ ਗਏ। ਪੈ ਗਏ ਸਾਰੇ ਥੱਕੇ ਹੋਏ ਸੀ ਵਿਚਾਰੇ। ਇੱਕ ਮਸਕਰਾ ਆਦਮੀ ਆ ਗਿਆ, ਹੁੰਦੇ ਨੇ ਮਸਕਰੇ ਪਿੰਡਾਂ 'ਚ ਬਹੁਤ, ਉਹ ਮਸਕਰੀ ਹੋਈ ਚਾਹੁੰਦੇ ਨੇ ਹਰ ਵਕਤ, ਉਹ ਗੱਲਾਂ ਹੀ ਮਸਕਰੀ ਦੀ ਕਰਨਗੇ। ਉਹ ਜਲਾਹੇ ਨੂੰ ਕਹਿੰਦਾ ਵੀ ਤਾਂ ਗਲ ਨੂੰ ਰੱਸੀ ਕਾਹਦੇ ਬੰਨੀ ਹੈ? ਉਹ ਕਹਿੰਦਾ ਵੀ ਮੈਂ ਕਦੇ ਮੇਲੇ ਨਹੀਂ ਆਇਆ। ਮੈਂ ਆਪਣੇ ਘਰ ਵਾਲੀ ਨੂੰ ਕਿਹਾ ਵੀ ਮੈਂ ਮੇਲੇ ਜਾਣਾ, ਉੱਥੇ ਹੁੰਦਾ ਇਕੱਠ ਬਹੁਤਾ, ਵੀ ਜੇ ਮੈਂ ਖੋ ਗਿਆ ਫਿਰ ਕੀ ਕਰਾਂ, ਮੇਰਾ ਕੋਈ ਪਾ ਕਰ ਦੇ। ਉਹ ਕਹਿਣ ਲੱਗੀ ਲੈ ਮੈਂ ਤੇਰਾ ਪਾ ਕਰਦੀਆਂ, ਗਲ ਨੂੰ ਰੱਸੀ ਬੰਨ੍ਹਤੀ, ਜੇ ਤੂੰ ਗੁਆਚ ਜਾਵੇਂ, ਜੇ ਤੈਨੂੰ ਸੰਸਾ ਪੈ ਜਾਵੇ ਮੈਂ ਗੁਆਚ ਗਿਆ, ਤਾਂ ਤੂੰ ਗਲ ਨੂੰ ਹੱਥ ਲਾ ਕੇ ਦੇ। ਜੇ ਤਾਂ ਗਲ 'ਤੇ ਰੱਸੀ ਹੋਈ ਤਾਂ ਤੂੰ ਗੁਆਚਿਆ ਨਹੀਂ, ਜੇ ਗਲ 'ਚ ਰੱਸੀ ਨਾ ਹੋਈ ਤਾਂ ਤੂੰ ਗੁਆਚ ਗਿਆ, ਫਿਰ ਢੂੰਡਣ ਦੀ ਕੋਸ਼ਿਸ਼ ਕਰੀ। ਇਉਂ ਕਰਕੇ ਕਹਿੰਦਾ ਮੇਰੇ ਗਲ ਨੂੰ ਰੱਸੀ ਬੰਨੀ। ਉਹ ਮਸਕਰਾ ਆਦਮੀ, ਉਹਨੇ ਕਿਹਾ ਹੁਣ ਇਹਦੇ ਨਾਲ ਮਸਕਰੀ ਕਰਾਂਗੇ। ਉਹ ਜਲਾਹ ਦਾ ਵਿਚਾਰਾ ਥੱਕਿਆ ਸੀ, ਸੌਂ ਗਿਆ, ਘਰਾੜੇ ਮਾਰਨ ਲੱਗ ਗਿਆ। ਪਿੰਡਾਂ ਦੇ ਵਿੱਚ ਵੀ ਕਈ ਜ਼ਿਮੀਂਦਾਰ ਦੇਖਿਆ ਨੂੰ ਸਾਰਾ ਦਿਨ ਕੰਮ ਕਰਦੇ ਨੇ, ਉਹ ਫਿਰ ਰਾਤ ਨੂੰ ਆ ਕੇ ਸੌਂ ਜਾਂਦੇ ਨੇ। ਜਾਣੀ ਚੋਰ ਉਸ ਦਾ ਮੰਜਾ ਚੱਕ ਕੇ ਪਰੇ ਰੱਖ ਕੇ ਫਿਰ ਜਾਂ ਕੱਢ ਕੇ ਲੈ ਜਾਂਦੇ ਨੇ, ਊਠ ਆਠ ਲੈ ਜਾਂਦੇ ਸੀ ਦੇਖੇ। ਇਉਂ ਕਰਕੇ ਉਹ ਵਿਚਾਰਾ ਸੌਂ ਗਿਆ। ਮਸਕਰੇ ਨੇ ਤਾੜ ਰੱਖੀ, ਉਹ ਜਦ ਘਰਾੜੇ ਮਾਰਨ ਲੱਗਿਆ, ਰੱਸੀ ਉਹਦੇ ਗਲ ਤੋਂ ਖੋਲ ਕੇ ਦੂਏ ਦੇ ਗਲ ਨਾਲ ਬੰਨ੍ਹਤੀ। ਮਸਕਰੇ ਨੇ ਰੱਸੀ ਬੰਨ੍ਹਣ ਦੇ ਸਾਰੀ ਰਾਤ ਸੁੱਤੇ ਪਏ ਰਹੇ। ਸਵੇਰ ਹੋਈ, ਰਾਜਾ ਜਾਣੀ ਉਹ ਜਲਾਹੇ ਨੂੰ ਜਾਗ ਆਈ। ਜਾਗ ਆਉਣ ਤੋਂ ਉਹਨੇ ਉੱਠਣ ਸਾਰ ਪਹਿਲਾਂ ਗਲ ਨੂੰ ਹੱਥ ਮਾਰਿਆ। ਜਾਂ ਗਲ ਨੂੰ ਹੱਥ ਮਾਰਿਆ ਤਾਂ ਰੱਸੀ ਹੈ। ਘਾਬਰ ਗਿਆ ਜਲਾਹ, ਉੱਠ ਕੇ ਆਲੇ ਦੁਆਲੇ ਨੂੰ ਦੇਖਣ ਲੱਗ ਗਿਆ। ਜੇ ਪ੍ਰਦੇਸ਼ ਦੇ ਵਿੱਚ ਕੋਈ ਆਦਮੀ ਭੁੱਲ ਜਾਵੇ ਤਾਂ ਉਹ ਫਿਰ ਘਬਰਾ ਜਾਂਦਾ, ਆਲੇ ਦੁਆਲੇ ਨੂੰ ਝਾਕ ਦੇਖਦਾ ਦੇਖਦਾ ਕੀ ਪਿਆ, ਜਾਣੀ ਉਹ ਰੱਸੀ ਕਿਸੇ ਦੇ ਗਲ ਨੂੰ ਬੰਨੀ ਹੋਈ ਦੇਖੀ। ਉਹ ਨੱਠ ਕੇ ਜਾ ਕੇ ਉਸ ਨੂੰ ਚਿੰਬੜ ਗਿਆ, ਕਹਿੰਦਾ ਮੈਂ ਤਾਂ ਤੂੰ ਆ। ਜਿੰਨਾ ਚਿਰ ਰੱਸੀ ਦੀ ਉਹ ਆਪਣੇ ਆਪ ਨੂੰ ਮੰਨਦਾ ਸੀ ਵੀ ਮੈਂ ਆ, ਰੱਸੀ ਉਹਦੇ ਕੋਲ ਚਲੀ ਗਈ, ਉਸ ਨੂੰ ਆਪਾ ਮੰਨਣ ਲੱਗ ਗਿਆ, ਆਪਣੇ ਆਪ ਨੂੰ ਭੁੱਲ ਗਿਆ। ਇਸੇ ਤਰ੍ਹਾਂ ਜਿਹੜਾ ਅਗਿਆਨ ਮਸਕਰਾ ਨਾ, ਅਗਿਆਨ ਮਸਕ, ਇਹ ਜਿਹੜੀ ਆਪਣੀ ਹਮਦਾ ਤੇ ਮਮਤਾ ਪਰਮੇਸ਼ਰ ਨਾਲ ਜਾਣੀ ਆਤਮਾ ਨਾਲ ਸੀ, ਇਹ ਗਿਆਨ ਨੇ ਤੋੜ ਕੇ ਦੇਹ ਨਾਲ ਲਾ। ਜੋ ਆਪਣੀ ਹੰਗਤਾ ਤੇ ਮਮਤਾ ਜਾਣੀ ਆਤਮਾ ਦੇ ਨਾਲ ਸੀ, ਉਹ ਅਗਿਆਨ ਮਸਕਰੇ ਨੇ ਉਹਦੇ ਨਾਲੋਂ ਤੋੜ ਕੇ ਦੇਹ ਦੇ ਨਾਲ ਲਾਤੀ। ਆਪਾਂ ਆਤਮਾ ਭੁੱਲ ਗਏ, ਦੇਹ ਨੂੰ ਹੀ ਆਪਾਂ ਮੰਨਣਾ। ਦੇਹ ਦੇ ਜਿਹੜੇ ਸੰਬੰਧ ਕਰਕੇ ਪਦਾਰਥ ਨੇ ਉਹਨਾਂ ਨਾਲ ਮਮਤਾ ਪਏਗੀ, ਰੱਬ ਤਾਂ ਦੂਰ ਰਹੇਗਾ। ਇਉਂ ਕਰਕੇ ਜਿਹੜਾ ਅਗਿਆਨ ਮਸਕਰਾ ਨਾ, ਇਉਂ ਜੀਵ ਨੂੰ ਇਸਨੇ ਪਿਲਾ ਦਿੱਤਾ ਹੈ ਤਾਂ ਪਰਮੇਸ਼ਰ ਦੀ ਅਗਿਆਨ ਸੇ। ਜਿਹੇ ਜੇ ਗੁਣ ਪਰਮੇਸ਼ਰ ਦੇ ਨੇ ਉਹੋ ਜਿਹੇ ਜੀਵ ਆਤਮਾ ਨੇ। ਜਿਹਦਾ ਕੋਈ ਪੁੱਤਰ ਹੁੰਦਾ ਉਹੋ ਜਿਹੀ ਉਹਦੇ 'ਚ ਗਾਹਾਂ ਗੁਣ ਹੁੰਦੇ ਹਨ। ਸ਼ੇਰ ਦਾ ਬੱਚਾ ਸ਼ੇਰ ਹੀ ਹੁੰਦਾ, ਭਾਵੇਂ ਉਹ ਛੋਟਾ ਹੋਵੇ ਚਾਹੇ ਬੜਾ ਹੋਵੇ, ਚਾਹੇ ਛੋਟਾ ਹੋ ਗਿਆ ਜੀਵ, ਪਰ ਇਹਦੇ 'ਚ ਜਿਹੜੇ ਗੁਣ ਨੇ ਉਹ ਪਰਮੇਸ਼ਰ ਵਰਗੇ ਹੀ। ਇਹ ਭੁੱਲ ਗਿਆ ਆਪਣੇ ਆਪ ਨੂੰ। ਇਸ ਨੂੰ ਹੁਣ ਇਹ ਆਤਮਾ ਨੂੰ ਕਿਵੇਂ ਜਾਣੇਗਾ? ਦੱਸਿਆ ਵੀ ਫਿਰ ਇਹ ਜਿਹੜੇ ਪਰਮੇਸ਼ਰ ਦੇ ਪਿਆਰੇ ਆਉਂਦੇ ਹਨ, ਨਿੱਤ ਅਵਤਾਰ ਕਹਿੰਦੇ ਨੇ ਜਿਨ੍ਹਾਂ ਨੂੰ ਆਮ ਨਹੀਂ ਮਿਲਾ ਸਕਦਾ ਹਰ ਇੱਕ ਨੂੰ ਜੀਵ ਆਤਮਾ ਦੇ ਨਾਲ। ਜੀਵ ਆਤਮਾ ਨੂੰ ਪਰਮੇਸ਼ਰ ਨਾਲ ਹਰ ਇੱਕ ਨਹੀਂ ਮਿਲਾ ਸਕਦਾ, ਤਾਕਤ ਹੀ ਨਹੀਂ ਹੁੰਦੀ ਇੰਨੀ ਮਿਲਾਉਣ ਦੀ। ਭਾਵੇਂ ਕੋਈ ਕਹੀ ਜਾਵੇ, ਉਪਦੇਸ਼ ਵੀ ਦੇ ਦੇਵੇ, ਨਹੀਂ ਮਿਲੇਗਾ। ਅਧੂਰਾ ਤਾਂ ਮਿਲਾ ਹੀ ਨਹੀਂ ਸਕਦਾ, ਪੂਰਾ ਮਿਲਾਵੇ। ਜਿਹਦੇ ਅੰਦਰ ਆਪ ਸਾਕਿਆਤ ਹੋਇਆ ਹੋਇਆ ਨਾ ਪਰਮੇਸ਼ਰ, ਉਹ ਜਿਗਿਆਸੂ ਨੂੰ ਉੱਥੇ ਪਹੁੰਚਾਉਂਦਾ, ਬਾਕੀ ਆਮ ਨਹੀਂ ਕੋਈ ਪਹੁੰਚਾ ਸਕਦਾ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਅਯੁੱਧਿਆ ਚਲੇ ਗਏ, ਬੜਾ ਉੱਥੇ ਪੰਡਤਾਂ ਦਾ ਜ਼ੋਰ ਹੈ। ਰਾਮਚੰਦਰ ਜੀ ਦਾ ਵੀ ਉੱਥੇ ਅਵਤਾਰ ਹੋਇਆ ਜੀ। ਚਲੇ ਗਏ, ਮਰਦਾਨੇ ਰਵਾ ਵਜਾਇਆ ਤੇ ਮਹਾਰਾਜ ਜੀ ਨੇ ਸ਼ਬਦ ਉਚਾਰਿਆ,
ਬਹੁਤ ਦੂਰ ਸਾਈਂ ਆਵਾਜ਼ ਗਈ, ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ, ਬਹੁਤ ਇਕੱਠ ਹੋ ਗਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਕੋ। ਪੰਡਤ ਵੀ ਆ ਗਏ। ਪੰਡਤ ਨੇ ਸਵਾਲ ਕੀਤਾ ਮਹਾਰਾਜ ਜੀ ਨੂੰ ਆ ਕੇ, ਜਾਣੀ ਚਰਚਾ ਸ਼ੁਰੂ ਹੋ ਗਈ, ਵਿਚਾਰ। ਕਹਿਣ ਲੱਗਿਆ ਮਹਾਰਾਜ ਜੀ ਇਹ ਜਿਹੜੀ ਯੁੱਧਿਆਪੁਰੀ ਹੈ, ਦੋ ਗੇਲ ਹੈ, ਇੱਕ ਗੇਲ ਤਾਂ ਸੁਰਗਾ ਨੂੰ ਗਈ ਹੈ, ਇੱਕ ਗੇਲ ਇਹ ਬੈਕੁੰਠ ਨੂੰ ਗਈ ਹੈ। ਮਹਾਰਾਜ ਕਹਿਣ ਲੱਗੇ ਗੁਰੂ ਨਾਨਕ ਦੇਵ ਜੀ, ਭਾਈ ਪੰਡਤ ਜੀ, ਜੇ ਇਹ ਯੁੱਧਿਆਪੁਰੀ ਸੁਰਗਾਂ ਜਾਂ ਬੈਕੁੰਠਾਂ ਨੂੰ ਗਈ ਹੁੰਦੀ ਤਾਂ ਇੱਥੇ ਕਿਉਂ ਵਸਦੀ ਹੈ ਹੁਣ? ਇੱਥੇ ਪਈ ਕਿਉਂ ਵਸਦੀ ਹੈ ਇਹ? ਉਹ ਕਹਿਣ ਲੱਗਾ ਮਹਾਰਾਜ ਜੀ ਇਹ ਤਾਂ ਠੀਕ ਆ ਉਹਦਾ ਬਚਨ, ਪਰ ਜਿਹੜੇ ਇੱਕ ਦਫਾ ਦਾ ਹਰੀ ਚੰਦ ਰਾਜਾ, ਯਾਨੀ ਇਤਨਾ ਧਰਮ ਵੀ ਉਸ ਨੂੰ ਸਤਸੰਗ ਤੋਂ ਪ੍ਰਾਪਤ ਹੋਇਆ ਸੀ। ਜਾਣੀ ਹਰੀ ਚੰਦ ਰਾਜੇ ਦਾ ਐਲਾਨ ਸੀ ਸਾਰੀ ਆਪਣੀ ਪ੍ਰਜਾ ਦੇ ਵਿੱਚ, ਬਈ ਕੋਈ ਪਰਮੇਸ਼ਰ ਦਾ ਨਾਮ ਨਾ ਲਵੇ, ਮੇਰੀ ਕੋਈ ਪ੍ਰਜਾ ਕੋਈ ਟਵੰਜ ਨਾ ਕਰੇ ਪਰਮੇਸ਼ਰ ਦੇ ਨਾਮ ਦਾ। ਜਾਣੀ ਜਿਹੜੇ ਬੰਦਗੀ ਕਰਨ ਵਾਲੇ ਸਨ, ਜਿਨ੍ਹਾਂ ਦੀ ਖੁਰਾਕ ਹੀ ਬੰਦਗੀ ਜਾਂ ਭਜਨ ਹੋ ਗਿਆ, ਉਹ ਕਿਸ ਤਰ੍ਹਾਂ ਰਹਿ ਸਕਦੇ ਨੇ ਬੰਦਗੀ ਦੇ ਬਿਨਾਂ? ਜਾਣੀ ਉਹ ਚੋਰੀ ਭਜਨ ਕਰਦੇ ਨੇ, ਚੋਰੀ ਤਾਰਿਆਂ ਦੀ ਛਾਵੇਂ ਛਾਵੇਂ ਆਪਣਾ ਭਜਨ ਪਾਠ ਕਰਕੇ ਨੇਰੇ ਨੇਰੇ ਘਰਾਂ ਨੂੰ ਚੱਲੇ ਜਾਂਦੇ ਨੇ, ਪਤਾ ਨਹੀਂ ਲੱਗਣ ਦਿੰਦੇ ਕਿਸੇ। ਦੱਸਦੇ ਨੇ ਵੀ ਰਾਜਾ ਹਰੀ ਚੰਦ ਦੀ ਸ਼ਾਦੀ ਹੋਈ ਪਈ। ਸ਼ਾਦੀ ਹੋਣ ਤੇ ਜਿਹੜੀ ਰਾਣੀ ਤਾਰਾ ਰਾਣੀ ਆਈ, ਸੁਖ ਹਰੀ ਚੰਦ ਕਰ ਨਾਲ ਸਤਾਰਾ ਰੋਚਨ ਰਾਣੀ, ਸਾਧ ਸੰਗਤ ਵਿਲ ਗਾਉਂਦੇ ਰਾਤੀ ਜਾਏ ਸੁਣੇ ਗੁਰਬਾਣੀ, ਪਿੱਛੋਂ ਰਾਜਾ ਜਾਗਿਆ ਦੀ ਰਾਤ ਨਖੰਡ ਲੁਖਾਣੀ, ਰਾਣੀ ਦਿਸਣ ਆਵੀ ਮਨ ਵਿੱਚ ਵਰਤ ਗਈ ਆ ਰਾਣੀ, ਰਾਣੀ ਪਹੁੰਚੀ ਸੰਗਤੀ ਰਾਜੇ ਜੁੜੀ ਸੌਂ ਖੜਾਉਣੀ। ਜਾਣੀ ਰਾਣੀ ਹਰੀ ਚੰਦ ਦੇ ਆਈ, ਉਸਨੇ ਇਸ ਦੇ ਖਿਆਲ ਦੇਖੇ ਵੀ ਤਾਂ ਨਾਸਤਕ, ਉਸ ਦੀ ਮਾਤਾ ਦੇ ਨਾਲ ਉਹ ਰੋਜ਼ ਸਤਸੰਗ ਤੇ ਜਾਂਦੀ ਸੀ, ਉਹਨੂੰ ਪੂਰਾ ਰੰਗ ਚੜਿਆ ਹੋਇਆ ਸੀ ਤਾਰਾ ਰਾਣੀ। ਉਹ ਕਹਿਣ ਲੱਗੀ ਮੇਰਾ ਸਾਥੀ ਤਾਂ ਵੀ ਮੇਰਾ ਜੀਵਨ ਖਰਾਬ ਹੋ ਜਾਏਗਾ, ਵੀ ਮੈਂ ਕਿਸ ਤਰ੍ਹਾਂ ਕਰਾਂ ਹੁਣ। ਉਸਨੇ ਚੋਰੀ ਚੋਰੀ ਪੁੱਛਣਾ ਸ਼ੁਰੂ ਕਰਿਆ ਵੀ ਇੱਥੇ ਕੋਈ ਸਤਸੰਗਤ ਹੈ ਕਿਸੇ ਜਗ੍ਹਾ। ਕਿਸੇ ਨੇ ਦੱਸਿਆ ਵੀ ਉਹ ਹੈ ਜ਼ਰੂਰ, ਜਾਣੀ ਚੋਰੀ ਕਰਦੇ ਨੇ ਇਸ ਤੇ। ਰਾਜੇ ਦਾ ਆਰਡਰ ਨਹੀਂ ਵੀ ਕੋਈ ਸਤਸੰਗ ਕਰੇ ਜਾਂ ਭਜਨ ਪਾਠ ਕਰੇ। ਉਹ ਫਿਰ ਚੋਰੀ ਜਾਣ ਲੱਗੀ ਰਾਤ ਨੂੰ, ਰਾਜਾ ਸੌਂ ਜਿਆ ਕਰੇ, ਉਹ 2 ਵਜੇ ਇਸ਼ਨਾਨ ਕਰਕੇ ਗੋਲੀ ਨੂੰ ਨਾਲ ਲੈ ਕੇ ਜਿਸ ਜਗ੍ਹਾ ਸਤਸੰਗ ਸੀ ਉੱਥੇ ਜਾਇਆ ਕਰੇ, ਰੋਜ਼ ਜਾਇਆ ਕਰੇ, ਜਾਵੇ ਚੋਰੀ। ਕੁਦਰਤੀ ਰਾਜੇ ਨੂੰ ਜਾਗ ਆ ਗਈ। ਜਾਗ ਆਉਣ ਤੇ ਉਸਨੇ ਰਾਣੀ ਦਾ ਬਿਸਤਰਾ ਦੇਖਿਆ ਵੀ ਖਾਲੀ ਹੈ। ਹੈਰਾਨ ਹੋ ਗਿਆ, ਜਾਣੀ ਉਹਦੇ ਮਨ ਦੇ ਵਿੱਚ ਫੁਰਨੇ, ਕਈ ਫੁਰਨੇ ਉੱਠਣ ਲੱਗ ਗਏ। ਇਹੋ ਜਿਹੇ ਸਮੇਂ ਹੋ ਜਾਂਦੇ, ਪਰ ਇਹ ਜਿਹੜੇ ਲੋਕ ਹੁੰਦੇ ਨੇ ਬੜੇ ਸਿਆਣੇ ਹੁੰਦੇ ਹਨ, ਇਹ ਭੜਕਦੇ ਹੀ ਨਹੀਂ ਹੁੰਦੇ ਛੇਤੀ। ਚੁੱਪ ਕਰ ਗਿਆ ਵੀ ਕੱਲ੍ਹ ਨੂੰ ਦੇਖਾਂਗਾ ਕਿੱਥੇ ਜਾਏਗੀ। ਆਮ ਆਦਮੀ ਦਾ ਜਦੋਂ ਹੀ ਰੌਲਾ ਪਾਉਂਦਾ, ਕੱਲ੍ਹ ਨੂੰ ਦੇਖਾਂਗੇ ਕਿੱਥੇ ਜਾਏਗੀ। ਉਹਦਾ ਨਿਤਨੇਮ ਸੀ, ਉੱਠੀ ਇਸ਼ਨਾਨ ਪਾਣੀ ਕਰਿਆ, ਬਾਂਦੀ ਨੂੰ ਨਾਲ ਲੈ ਕੇ ਉਹ ਚਲੀ ਗਈ ਸਤਸੰਗ ਨੂੰ। ਉਹਨੇ ਕੀ ਕਰਿਆ, ਰਾਜੇ ਨੇ ਵੀਰ ਯਾਤਰਾ ਕਰਦੇ ਹੁੰਦੇ ਪੁਰਾਣੇ ਰਾਜੇ, ਜਾਣੀ ਗਰੀਬੀ ਲਿਬਾਸ ਪਾ ਕੇ ਆਪਣੀ ਪ੍ਰਜਾ ਦੇ ਵਿੱਚ ਫਿਰਨਾ, ਦਰਾਂ ਦੇ ਅੱਗੇ ਖੜ ਕੇ ਕੰਨ ਲਾ ਕੇ ਦੇਖਣਾ ਵੀ ਇਹ ਸੁਖੀ ਹੈ ਜਾਂ ਦੁਖੀ ਹੈ। ਜੇ ਤਾਂ ਅੰਦਰੋਂ ਆਵਾਜ਼ ਆਉਂਦੀ ਹੈ ਵੀ ਅਸੀਂ ਸੁਖੀ ਹਾਂ, ਕਰਦੇ ਹੀ ਨੇ ਰਾਤ ਨੂੰ ਸਾਰੇ ਕਰੀ ਗੱਲਾਂ ਵੀ ਅਸੀਂ ਆਏ ਹਾਂ, ਸਾਡਾ ਆਏ ਹਾਂ ਜਾਂ ਆਏ ਹਾਂ। ਆਪਾਂ ਵੀ ਕਰਦੇ ਹੀ ਹਾਂ ਸਾਰਿਆਂ ਨੂੰ, ਗਵਰਨਮੈਂਟ ਸਾਨੂੰ ਤੰਗ ਕਰਦੀ ਹੈ ਜਾਂ ਹੋਰ ਗੱਲ ਆਇਆ ਜਾਂ ਚੰਗੀ ਹੈ, ਕਰਦੇ ਆ ਨਾ ਸਾਰੇ। ਇਸ ਤਰ੍ਹਾਂ ਉਹ ਸੁਣਦਾ ਖੁਸ਼ ਹੁੰਦਾ। ਜਿਹੜੇ ਤਾਂ ਸੁਖੀ ਨੇ ਉਹਨਾਂ ਨੂੰ ਖੁਸ਼ ਹੁੰਦਾ, ਜੇ ਦੇਖਦਾ ਕੋਈ ਦੁਖੀ ਹੈ ਤਾਂ ਫਿਰ ਦਿਨੇ ਸਦਕੇ ਉਹਦਾ ਦੁੱਖ ਦੂਰ ਕਰਦੇ। ਪਿੱਛੇ ਪਿੱਛੇ ਚਲੇਗਾ, ਰਾਣੀ ਨੂੰ ਨਹੀਂ ਪਤਾ ਵੀ ਕੋਈ ਗਰੀਬ ਆਉਂਦਾ ਹੋਣਾ, ਪਿੱਛੇ ਫਿਰਦੇ ਹੀ ਹੁੰਦੇ ਨੇ ਲੋਕੀ ਸ਼ਹਿਰਾਂ ਦੇ ਵਿੱਚ। ਰਾਣੀ ਚਲੀ ਗਈ। ਰਾਣੀ ਨੂੰ ਔਰ ਰਾਜੇ ਨੂੰ ਕਿਸੇ ਰਾਜਾ ਨੇ ਸੁਕਾਤ ਦੇ ਵਿੱਚ ਇੱਕ ਯਾਨੀ ਜੁੱਤਾ ਘੱਲਿਆ, ਜਿਹਦੇ ਵਿੱਚ ਹੀਰੇ ਪੰਨੇ ਲੱਗੇ ਹੋਏ ਸਨ, ਕਰੋੜਾਂ ਰੁਪਈਆਂ ਦੇ ਜੁੱਤੇ, 2। ਸਤਯੁਗ ਦਾ ਟਾਈਮ ਸੀ, ਸਤਯੁਗ ਦੀ ਉਸ ਟਾਈਮ ਦੇ ਵਿੱਚ। ਉਸਨੇ ਜੋੜਾ ਬਾਹਰ ਖੋਲ ਦਿੱਤਾ, ਅੰਦਰ ਚਲੀ ਗਈ। ਮਾਈ ਇੱਕ ਪਾਸੇ ਬੈਠੀ ਹਨ, ਭਾਈ ਇੱਕ ਪਾਸੇ ਬੈਠੇ ਹਨ, ਆਪਣੇ ਇਸ਼ਟ ਦੇਵ ਨੂੰ ਨਮਸਕਾਰ ਕਰਕੇ ਬੈਠ ਗਈ।
ਸਾਰੇ ਐਂ ਬੈਠੇ ਜਿਵੇਂ ਪੱਥਰ ਦੀਆਂ ਮੂਰਤੀਆਂ ਬੈਠੇ, ਕੋਈ ਕਿਸੇ ਕੰਨ ਨਹੀਂ ਝਾਕਦਾ। ਇਤਨਾ ਸ਼ਾਂਤ ਰਸ ਹੈ ਜਾਣੀ ਉੱਥੇ। ਰਾਣੀ ਨੇ ਮੱਥਾ ਟੇਕਿਆ, ਇੱਕ ਪਾਸੇ ਬੈਠ ਗਈ ਅੱਖਾਂ ਮੀਚ ਕੇ। ਰਾਜਾ ਨੇ ਦੇਖਿਆ, ਅੰਦਰ ਨੂੰ ਨਿਗਾਹ ਮਾਰੀ, ਨਿਗਾਹ ਮਾਰਨ ਤੇ ਜਾਣੀ ਸ਼ਾਂਤ ਰਸ ਉਹਦੇ ਮਨ ਤੇ ਵੀ ਪੈ ਗਿਆ। ਇਤਨੀ ਉਸ ਜਗ੍ਹਾ ਦੇ ਵਿੱਚ ਸ਼ਾਂਤੀ ਜਾਣੀ ਰਾਜੇ ਤੇ ਵੀ ਪੈ ਗਈ। ਰਾਜੇ ਨੇ ਸੋਚਿਆ ਵੀ ਜਗ੍ਹਾ ਤਾਂ ਬਹੁਤ ਚੰਗੀ ਹੈ ਜਿੱਥੇ ਆਈ ਹੈ, ਜਾਣੀ ਮੇਰਾ ਹੁਕਮ ਨਹੀਂ, ਇਹਨੇ ਮੈਂ ਤੋਂ ਬੇਹੁਕਮੀ ਹੋ ਕੇ ਆਈ ਹੈ, ਜਾਣੀ ਮੈਂ ਤੋਂ ਪੁੱਛ ਕੇ ਨਹੀਂ ਆਈ। ਉਹ ਤਾਂ ਸਾਰੀਆਂ ਗੱਲਾਂ ਹਟ ਗਈਆਂ ਜਿਹੜੀਆਂ ਤਰਕਦੀਆਂ ਸਨ, ਬਾਤ ਨਹੀਂ ਹੋਈ ਰਹਿ ਗਈ ਵੀ ਮੈਨੂੰ ਪੁੱਛ ਕੇ ਨਹੀਂ ਆਈ। ਦੱਸਦੇ ਨੇ ਵੀ ਉਸ ਨੇ ਫਿਰ ਕੀ ਕੀਤਾ, ਸਤਿਯੁਗ ਦਾ ਟਾਈਮ ਸੀ, ਜੋੜਾ ਜਾਂ ਕੋਈ ਚੀਜ਼ ਕਿਸੇ ਦੀ ਨਹੀਂ ਸੀ ਛੇੜਦਾ ਹੁੰਦਾ। ਉਸ ਨੇ ਕਿਹਾ ਵੀ ਕੋਈ ਬਹਾਨਾ ਬਣਾਈਏ, ਜਾਣੀ ਉਸ ਦੀ ਇੱਕ ਪਾਂਗ ਚੱਕੀ ਜੁੱਤੀ ਦੀ, ਉਹਨੇ ਦੋ ਨਹੀਂ ਇਕੱਠੀਆਂ ਚੱਕੀ, ਇੱਕ ਪਾਂਗ ਚੱਕੀ ਵੀ ਜਦ ਇਹ ਕੱਲ ਨੂੰ ਮੈਂ ਪੁੱਛਾਂਗਾ ਵੀ ਜੋ ਉਹ ਜੋੜੇ ਦੋ ਆਪਾਂ ਨੂੰ ਕਿਸੇ ਸੁਗਾਤ ਪਿੱਛੇ ਕਿਸੇ ਰਾਜੇ ਨੇ ਕੱਲੇ ਸਨ, ਉਹ ਜੋੜਾ ਪਹਿਰ ਕੇ ਦਿਖਾੜ ਮੈਨੂੰ ਕਿੱਥੇ। ਖੈਰ ਉਹ ਤਾਂ ਚਲਿਆ ਗਿਆ, ਜੋੜਾ ਰੁਮਾਲ 'ਚ ਲਪੇਟਿਆ, ਉਹਨੇ ਬਕਸੇ ਦੇ ਵਿੱਚ ਰੱਖ ਕੇ ਜਿੰਦਾ ਲਾਤਾ ਹਲਵਾਰੀ ਨੂੰ ਜਾਂ ਬਖਸ਼ੇ ਨੂੰ ਕਹਿ। ਜਦ ਸਤਸੰਗ ਹੋ ਕੇ ਹਟਿਆ, ਸਾਰੇ ਮਾਈ ਭਾਈ ਆਪਣੇ ਇਸ਼ਟ ਦੇਵ ਜੀ ਨੂੰ ਮੱਥਾ ਟੇਕ ਕੇ ਬਾਹਰ ਨਿਕਲੇ, ਸਾਰਿਆਂ ਨੇ ਜੋੜੇ ਪਾ ਲਏ। ਤੇ ਜਾਂ ਰਾਣੀ ਨੇ ਜੋੜਾ ਪਾਇਆ ਤਾਂ ਇੱਕ ਪਾਂਗ ਨਹੀਂ ਹੈ, ਇੱਕ ਪਾਂਗ ਨਹੀਂ ਹੈ ਰਾਣੀ ਦੀ। ਉਸ ਨੇ ਕਿਹਾ ਸਾਧ ਸੰਗਤ ਸਾਰੀ ਦੇ ਅੱਗੇ ਅਰਜ਼ ਕਰੀ ਵੀ ਸਾਧ ਸੰਗਤ ਬਈ ਜੋੜਿਆਂ ਦਾ ਤਾਂ ਸਾਨੂੰ ਕੋਈ ਘਾਟਾ ਨਹੀਂ, ਬਥੇਰੇ ਜੋੜੇ ਹਨ, ਜੇ ਦੋ ਹੀ ਵੀ ਕੋਈ ਪੈਰ ਲੈ ਜਾਂਦਾ ਤਾਂ ਵੀ ਕੋਈ ਗੱਲ ਨਹੀਂ ਸੀ। ਵੀ ਮੇਰੇ ਦਿਲ ਦੇ ਵਿੱਚ ਇਹ ਸ਼ੰਕਾ ਵੀ ਅਗਰ ਰਾਜੇ ਨੇ ਪੁੱਛ ਲਿਆ ਜੀ ਵੀ ਉਹ ਜੋੜਾ ਕਿੱਥੇ, ਫਿਰ ਮੈਂ ਜਵਾਬ ਕੀ ਦੇਵਾਂਗੀ ਰਾਜੇ ਨੂੰ। ਇਸ ਕਰਕੇ ਸੰਗਤ ਹੁੰਦੀ ਆ ਪਰਮੇਸ਼ਰ ਨੂੰ। ਤੁਸੀਂ ਆਪਣੇ ਇਸ਼ਟ ਦੇਵ ਦੇ ਅੱਗੇ ਅਰਦਾਸ ਕਰੋ ਬਈ ਮੇਰਾ ਜੋੜਾ ਮਿਲ ਜਾਵੇ, ਜਾਣੀ ਮੇਰਾ ਸਤਸੰਗ ਨਾ ਉਹ ਕਦੇ ਛਡਾ ਦੇਵੇ। ਤੁਸੀਂ ਅਰਦਾਸ ਕਰੋ ਆਪਣੇ ਇਸ਼ਟ ਦੇ ਅੱਗੇ ਬਈ ਮੇਰਾ ਜੋੜਾ ਮਿਲ ਜਾਵੇ। ਜਾਣੀ ਸਾਰੀ ਸੰਗਤ ਅੰਦਰ ਚਲੀ ਗਈ, ਸਾਰਿਆਂ ਨੇ ਜੋਦੜੀ ਕਹਿ ਦਿੰਦੇ ਨੇ, ਕੋਈ ਬੇਨਤੀ ਕਹਿ ਦਿੰਦਾ, ਕੋਈ ਰਜੋਈ ਕਹਿ ਦਿੰਦਾ, ਆਪਾਂ ਅਰਦਾਸ ਕਹਿ ਦਿੰਦੇ। ਅਰਦਾਸ ਕਰੀ, ਜਾਣੀ ਅਰਦਾਸ ਪਰਮੇਸ਼ਰ ਦੇ ਦਰ ਤੇ ਮਨਜ਼ੂਰ ਹੋ ਗਈ। ਪਰਮੇਸ਼ਰ ਦੱਸਿਆ ਬਈ ਸਰਵ ਸ਼ਕਤੀਮਾਨ ਹੈ, ਜੋ ਹੋ ਨਹੀਂ ਸਕਦਾ ਪਰਮੇਸ਼ਰ ਉਸ ਚੀਜ਼ ਨੂੰ ਕਰ ਸਕਦਾ। ਦੱਸਦੇ ਨੇ ਵੀ ਉਹ ਹੈ ਜੀ ਪਾਂਗ ਜੁੱਤੇ ਜੀ ਉਸੇ ਬਰਾਬਰ ਪਈ, ਕੋਈ ਪਛਾਣ ਨਹੀਂ ਸਕਦਾ ਹੈ ਉਹਨੂੰ, ਕੋਈ ਪਛਾਣ ਨਹੀਂ ਸਕਦਾ ਵੀ ਹੋਰ ਬਣਾ ਕੇ ਰੱਖੀ ਹੋਈ। ਜਾਣੀ ਰਾਣੀ ਬਹੁਤ ਖੁਸ਼ ਹੋ ਗਈ, ਜੋੜਾ ਪਹਿਨ ਕੇ ਮਹਿਲਾਂ 'ਚ ਚਲੀ। ਹੁਣ ਰਾਜੇ ਦੇ ਦਿਲ ਦੇ ਵਿੱਚ ਖੜਕਾ ਵੀ ਜਦ ਦਿਨ ਚੜ੍ਹੇਗਾ ਤੇ ਫਿਰ ਪੁੱਛਾਂਗਾ ਰਾਣੀ ਨੂੰ ਜੋੜਾ ਕਿੱਥੇ ਆ। ਰਾਣੀ ਨੂੰ ਕੋਈ ਫਿਕਰ ਨਹੀਂ। ਜਦ ਦਿਨ ਚੜ੍ਹ ਗਿਆ, ਰਾਣੀ ਨੂੰ ਕਹਿਣ ਲੱਗਿਆ ਜੋ ਆਪਾਂ ਨੂੰ ਉਹ ਦੋ ਜੋੜੇ ਆਏ ਸਨ, ਫਲਾਣੇ ਰਾਜ ਨੇ ਸੁਗਾਤ ਕੱਲੀ ਦੀ, ਮੈਨੂੰ ਜਰਾ ਜੋੜਾ ਤਾਂ ਪਹਿਨ ਕੇ ਦਿਖਾ। ਰਾਣੀ ਅੰਦਰ ਪਿਆ ਤੀ ਜੋੜਾ ਪਾ ਕੇ ਆ ਕੇ ਖੜ ਗਈ ਸਾਹਮਣੇ, ਕਹਿਣ ਲੱਗੀ ਲਓ ਸਵਾਮੀ ਜੀ ਦੇਖੋ ਜੋੜਾ ਉਹੀ ਪਾ ਕੇ ਦਿਖਾਤਾ। ਉਹ ਗਿਆ ਫਿਰ ਅਲਵਾਰੀ ਕਰਨੀ, ਜਾ ਅਲਵਾਰੀ 'ਚ ਗਿਆ, ਜੋੜਾ ਉੱਥੇ ਵੀ ਪਿਆ, ਜੋੜਾ ਉੱਥੇ ਵੀ ਪਿਆ। ਹੁਣ ਇੱਥੇ ਸੁਰਤ ਨਹੀਂ ਕੰਮ ਕਰਦੀ, ਇਹ ਸੁਰਤ ਉੱਤੇ ਚਲੀ ਗਈ ਗੱਲ। ਦੱਸਦੇ ਨਾ ਵੀ ਉੱਥੇ ਦਿਮਾਗ ਨਹੀਂ ਕੰਮ ਕਰਦਾ ਹੁੰਦਾ, ਇਹ ਉੱਚੀ ਚਲੀ ਗਈ ਗੱਲ, ਜਾਣੀ ਰਾਜੇ ਦੀ ਪਹੁੰਚ ਤੋਂ ਉੱਚੀ ਚਲੀ ਗਈ ਗੱਲ। ਹੈਰਾਨ ਹੋ ਗਿਆ, ਫਿਰ ਆਇਆ ਰਾਣੀ ਕੋ, ਫਿਰ ਦੇਖਿਆ ਜੋੜਾ ਉਹ ਹੈ ਜੀ ਜੋੜਾ, ਫਰਕ ਨਹੀਂ ਜੋੜੇ 'ਚ ਨਾਲੇ। ਫਿਰ ਅਲਵਾਰੀ ਕੰਨੀ ਗਿਆ, ਫਿਰ ਦੇਖਿਆ ਉੱਥੇ ਵੀ ਜੋੜਾ ਪਿਆ। ਅਖੀਰੀ ਉਹ ਕਹਿਣ ਲੱਗਿਆ ਰਾਣੀ ਜਹਾਬ ਇਹ ਦੱਸੋ ਤੁਸੀਂ ਕਿੱਥੋਂ ਪਾਈ ਹੈ, ਇਹ ਕਿੱਥੋਂ ਪਾਈ ਹੈ ਜਿਹੜੀ ਤੁਸੀਂ। ਉਹ ਕਹਿਣ ਲੱਗੀ ਰਾਜਨ ਜੋ ਤੂੰ ਸਤਸੰਗ ਨੂੰ ਬੰਦ ਕਰਦਾ ਸੀ ਵੀ ਮੇਰੇ ਰਾਜ ਦੇ ਵਿੱਚ ਕੋਈ ਨਾ ਪਖੰਡ ਕਰੇ, ਭਜਨ ਪਾਠ ਨਾ ਕੋਈ ਕਰੇ, ਇਹ ਜੋ ਕੁਛ ਆ ਸੰਗਤ ਦੀ ਕਿਰਪਾ ਸਾ। ਤੂੰ ਤਾਂ ਜੋੜਾ ਚੱਕ ਲਿਆ ਤੀ ਰਾਤ, ਮੈਂ ਸੰਗਤ ਨੂੰ ਕਿਹਾ ਵੀ ਜੋੜਾ, ਸੰਗਤ ਨੇ ਕਰੀ ਅਰਦਾਸ, ਅਰਦਾਸ ਤੋਂ ਜੋੜਾ ਉਹ ਜਿਹੀ ਆ ਗਿਆ। ਉਹੀ ਜੋੜਾ ਹੈ ਜਾਂ ਫਰਕ ਨਹੀਂ ਹੈ। ਜਾਣੀ ਇਤਨਾ ਅਸਰ ਹੋਇਆ ਰਾਜੇ ਤੇ, ਇਤਨਾ ਰਾਜਾ ਧਰਮਾਤਮਾ ਹੋ ਗਿਆ ਰਾਣੀ ਦੀ ਸੰਗਤ ਕਰਕੇ।
ਇਤਨਾ ਧਰਮਾਤਮਾ ਹੋ ਗਿਆ ਨਾ, ਜਾਣੀ ਸੁਰਗ ਲੋਕ ਤਾਂ ਹੀ ਉਸ ਦੀ ਉਪਮਾ ਚਲੀ ਗਈ। ਸਵਰਗ ਲੋਕ ਦਾ ਰਾਜਾ ਹੈਗਾ ਇੰਦਰ, ਉਸ ਨੂੰ ਜਾਣੀ ਸਵਰ ਦਾ ਜਾਣੀ ਈਰਖਾ ਕਰਨ ਲੱਗ ਗਿਆ ਹਰੀ ਚੰਦ ਰਾਜੇ ਨਾਲ। ਵਿਸ਼ਵਾਮਿੱਤਰ ਦੇ ਨਾਲ ਮਿਲ ਕੇ ਫਿਰ ਕਸਵੱਟੀਆਂ ਲਾਉਣੀਆਂ ਸ਼ੁਰੂ ਕਰੀਆਂ। ਮੁੱਖ ਦੀ ਗੱਲ ਹਰੀ ਚੰਦ ਜੀ ਜਾਣੀ ਰਾਜ ਭਾਗ ਵੀ ਉਸਨੇ ਦੇ ਦਿੱਤਾ, ਆਪ ਵੀ ਘਰੋਂ ਨਿਕਲ ਗਿਆ, ਰਾਣੀ ਵੀ ਕਿਸੇ ਦੇ ਜਾ ਕੇ ਵਿਕੀ, ਉਹ ਵੀ ਚੂੜਿਆਂ ਦੇ ਘਰ ਜਾ ਕੇ ਵਿਕਿਆ। ਚੂੜਿਆਂ ਦਾ ਕੰਮ ਕੀਤੀ, ਉਹਨਾਂ ਦਾ ਠੇਕਾ ਲਿਆ ਸੀ। ਜਿਵੇਂ ਸ਼ਹਿਰਾਂ ਦੇ ਵਿੱਚ ਜਿੱਥੇ ਮੁਰਦੇ ਫੂਕਦੇ ਹਨ ਉੱਥੇ ਉਹਨਾਂ ਦਾ ਨੌਕਰ ਰੱਖਿਆ ਹੁੰਦਾ, ਉਹ ਜਦ ਮੁਰਦੇ ਨੂੰ ਫੂਕਦੇ ਨੇ ਲੱਕੜੀਆਂ ਠੀਕ ਕਰਦਾ ਰਹਿੰਦਾ। ਇਉਂ ਕਰਕੇ ਉਹ ਨੌਕਰ ਹੋਇਆ ਰਾਜਾ ਉੱਥੇ। ਯਾਨੀ ਜਿਹੜੀ ਉਹਦੀ ਰਾਣੀ ਤੇ ਉਹ ਕਿਸੇ ਹੋਰ ਦੇ ਵਿਕੀ, ਉਸ ਦਾ ਪੁੱਤਰ ਵੀ ਵਿਸ਼ਵਾਮਿੱਤਰ ਨੇ ਮਾਰਤਾ। 2 ਸਾਲ ਦਾ ਬੱਚਾ ਸੀ ਉਹ ਵਿਚਾਰੀ ਉਹ ਬੱਚੇ ਨੂੰ ਲੈ ਕੇ ਆਈ ਉੱਥੇ ਮੜੀਆਂ ਦੇ ਵਿੱਚ। ਕਹਿਣ ਲੱਗੀ ਰਾਜਨ, ਉਹ ਜਾਣਦੀ ਹੋਈ ਸੀ ਵੀ ਮੇਰਾ ਹੀ ਪਤੀ ਹੈ। ਕਹਿਣ ਲੱਗੀ ਮੈਂ ਬੱਚਾ ਫੂਕਣਾ। ਕਹਿੰਦੇ ਇੱਥੇ ਧਰ 3 ਰੁਪਈਏ, ਜੋ ਵੀ ਉਹਨਾਂ ਦਾ ਸੀਗਾ। ਕਹਿੰਦਾ ਮੈਂ ਤਾਂ ਨੌਕਰ ਹਾਂ, ਮੈਂ ਤਾਂ ਨੌਕਰ ਹਾਂ, ਪੈਸੇ ਰੱਖ ਤਾਂ ਬੱਚਾ ਫੂਕਣ ਦਿਆਂਗਾ, ਬੱਚਾ ਨਹੀਂ ਫੂਕਣ ਦਿੰਦਾ, ਉਹਦਾ ਹੀ ਬੱਚਾ ਨਾਲ। ਇਤਨਾ ਧਰਮ ਕਮਾਇਆ ਉਸ। ਦੱਸਦੇ ਨੇ ਵੀ ਪਰਮੇਸ਼ਰ ਪ੍ਰਗਟ ਹੋ ਗਿਆ। ਕਹਿਣ ਲੱਗਿਆ ਰਾਜਨ ਬਈ ਤੂੰ ਕਸਵੱਟੀ 'ਚ ਪਾਸ ਹੋ ਗਿਆ, ਤੂੰ ਦੱਸ ਕੀ ਚਾਹੁੰਦਾ। ਹਰੀ ਚੰਦ ਕਹਿੰਦਾ ਚਾਹੁੰਦਾ ਕੀ ਆ ਵੀ ਜਿਹੜੀ ਆ ਸਾਰੀ ਅਯੁੱਧਿਆ ਨਗਰੀ ਹੈ, ਜਿਹੜੇ ਹੁਣ ਦੇ ਜੀਵ ਨੇ ਇਹ ਸਾਰੇ ਸੁਰਗਾਂ ਨੂੰ ਜਾਣ। ਉਹ ਕਹਿੰਦਾ ਤਥਾਸਤੂ, ਇਵੇਂ ਹੀ ਹੋਵੇਗਾ। ਜਾਣੀ ਉਹ ਸਾਰੀ ਅਯੁੱਧਿਆ ਹਰੀ ਚੰਦ ਧਰਮ ਕਮਾ ਕੇ ਉਹ ਸੁਰਗਾਂ ਨੂੰ ਲੈ ਗਿਆ। ਧਰਮਾਂ ਦਾ ਜਿਹੜਾ ਪੁੰਨ ਦਾ ਫਲ ਸੁਰਗ ਹੀ ਆ, ਸੁਰਗਾਂ 'ਚ ਹੀ ਜਾਂਦੇ ਨੇ ਜਿਹੜੇ ਪੁੰਨ ਕਰਦੇ ਹਨ। ਅੱਗੇ ਹੋਰ ਵੀ ਹਨ ਪੁਰੀਆਂ, ਪੁੰਨ ਕਰਨ ਵਾਲਾ ਸੁਰਗਾਂ 'ਚ ਜਾਊਗਾ, ਅੱਗੇ ਨਹੀਂ ਜਾਂਦਾ। ਸੁਰਗ ਦੇ ਵਿੱਚੋਂ ਗਿਰਨਾ ਵੀ ਪੈਂਦਾ। ਫਿਰ ਇਉਂ ਕਹਿੰਦੇ ਮਹਾਰਾਜ ਜੀ ਉਸ ਟਾਈਮ ਦੇ ਜੀਵ ਚਲੇ ਗਏ। ਫਿਰ ਦੂਸਰੀ ਗੱਲ, ਰਾਮਚੰਦਰ ਜੀ 14 ਕਲਾ ਅਵਤਾਰ ਵਿਸ਼ਨੂੰ ਦਾ ਹੋਏ ਹਨ। ਉਹ ਜਦ ਅਖੀਰੀ ਗਏ ਨੇ, ਉਹ ਇਹਨਾਂ ਨੂੰ ਫਿਰ ਬੈਕੁੰਠਾਂ ਨੂੰ ਲਏ। ਬੈਕੁੰਠਾਂ 'ਚੋਂ ਆਉਂਦਾ ਹੁੰਦਾ ਜਿਹੜਾ ਅਵਤਾਰ ਹੁੰਦਾ ਹੈ ਵਿਸ਼ਨੂੰ ਦਾ। ਸੱਚਖੰਡ ਹੋਰ ਹੈ, ਸੱਚਖੰਡ ਹੋਰ ਹੈ ਜਿੱਥੇ ਉਹ ਅਕਾਲ ਪੁਰਖ ਦਾ। ਉੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ ਸਨ। ਬਸ ਫਿਰ ਉਹ ਕਹਿਣ ਲੱਗੇ ਠੀਕ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਉਸ ਟਾਈਮ ਤਾਂ ਅਯੁੱਧਿਆ ਪੂਰੀ ਹੋਈ ਗਈ ਹੈ, ਜਾਂ ਸੁਰਗਾਂ ਨੂੰ ਜਾਂ ਬੈਕੁੰਠਾਂ ਨੂੰ। ਮਹਾਰਾਜ ਕਹਿਣ ਲੱਗੇ ਹੁਣ ਸਾਰੀ ਦੁਨੀਆ ਜਾ ਸਕਦੀ ਹੈ, ਸਾਰੀ ਦੁਨੀਆ ਜਾ ਸਕਦੀ ਹੈ। ਚਾਹੇ ਤਾਂ ਸੁਰਗਾਂ ਨੂੰ ਚਲੀ ਜਾਓ, ਚਾਹੇ ਤੁਸੀਂ ਬੈਕੁੰਠਾਂ ਨੂੰ ਚਲੇ ਜਾਓ, ਚਾਹੇ ਸੱਚਖੰਡ ਨੂੰ ਚਲੇ ਜਾਓ, ਚਾਹੇ ਜਿਹੜੀ ਚੱਲ ਪਾਦੀ ਵੀ ਹੈ ਜਿਹਦੇ ਤੋਂ ਫਿਰ ਗਿਰਨਾ ਨਹੀਂ ਹੈ, ਉਹ ਵੀ ਹਾਸਲ ਹੋ ਸਕਦੀ ਹੈ। ਉਹ ਪੜ੍ਹੇ ਲਿਖੇ ਬੰਦੇ ਸਨ, ਕਹਿੰਦੇ ਮਹਾਰਾਜ ਇਹ ਕੈਸੇ ਹੋ ਸਕਦੀ ਹੈ। ਹੈਰਾਨ ਹੋ ਗਏ ਹੋ ਵੀ ਇਹ ਕਿਸ ਤਰ੍ਹਾਂ ਸਾਰੀ ਦੁਨੀਆ ਕਿਵੇਂ ਜਾ ਸਕਦੀ ਹੈ। ਕਹਿੰਦੇ ਜਾ ਸਕਦੀ ਹੈ ਪਰਮੇਸ਼ਰ ਦਾ ਭਜਨ ਕਰਕੇ। ਯਾਨੀ ਪਰਮੇਸ਼ਰ ਦਾ ਜਿਹੜਾ ਭਜਨ ਹੈ ਇਤਨਾ ਸ਼ਕਤੀਸ਼ਾਲੀ ਹੈ, ਪਰਮੇਸ਼ਰ ਨਾਲੋਂ ਵੀ ਭਾਰਾ ਹੈ। ਯਾਨੀ ਪਰਮੇਸ਼ਰ ਦੇ ਨਾਮ ਦੇ ਵਿੱਚ ਇਤਨੀ ਤਾਕਤ ਹੈ, ਪਰਮੇਸ਼ਰ ਜਿੰਨੀ ਤਾਕਤ ਨਹੀਂ ਹੈ। ਅਗਰ ਪਰਮੇਸ਼ਰ ਦਾ ਨਾਮ ਨਾ ਹੋਵੇ, ਪਰਮੇਸ਼ਰ ਨੂੰ ਕੋਈ ਨਹੀਂ ਜਾਣਦਾ। ਉਹ ਤਾਂ ਨਿਰਾਕਾਰ ਹੈ, ਉਹਨੂੰ ਕੌਣ ਜਾਣਦਾ। ਦੱਸਦੇ ਨੇ ਵੀ ਜਦ ਮਹਾਰਾਜ ਜੀ ਸਿੱਧਾਂ ਨਾਲ ਗੋਸ਼ਟ ਹੋਈ ਉੱਥੇ ਜਾ ਕੇ ਸਮੇਰ ਪਰਬਤ ਤੇ, ਉਹਨਾਂ ਨਾਲ ਗੋਸ਼ਟ ਹੁੰਦਿਆਂ ਉਹਨਾਂ ਨੇ ਕਿਹਾ ਵੀ ਵੱਡੀ ਚੀਜ਼ ਕੌਣ ਹੈ ਸਭ ਤੇ। ਮਹਾਰਾਜ ਕਹਿੰਦੇ ਪਰਮੇਸ਼ਰ ਆ ਵੱਡਾ ਸਭ ਤੇ, ਪਰਮੇਸ਼ਰ ਵੱਡਾ। ਉਹ ਕਹਿਣ ਲੱਗੇ ਉਸ ਤੋਂ ਵੀ ਕੋਈ ਵੱਡੀ ਹੋਰ ਚੀਜ਼ ਹੈ। ਕਹਿੰਦੇ ਹਾਂ ਉਸ ਤੋਂ ਵੀ ਵੱਡੀ ਕੀ, ਉਸ ਤੋਂ ਵੱਡੀ ਕਹਿੰਦੇ ਉਸ ਦਾ ਨਾਮ ਹੈ ਉਸ ਤੋਂ ਵੱਡਾ। ਪਰਮੇਸ਼ਰ ਦਾ ਨਾਮ ਪਰਮੇਸ਼ਰ ਤੋਂ ਵੀ ਬੜਾ ਦੱਸਿਆ। ਕ੍ਰਿਸ਼ਨ ਭਗਵਾਨ ਨਾਰਦ ਜੀ ਮਿਲਣ ਗਏ ਦਵਾਰਕਾ। ਕ੍ਰਿਸ਼ਨ ਭਗਵਾਨ ਜੀ ਘਰ ਹੈ ਨਹੀਂ, ਬਾਹਰ ਗਏ ਹੋਏ ਸਨ ਪਹਿਲਾਂ। ਦੱਸਦੇ ਨੇ ਬਈ ਨਾਰਦ ਜੀ ਬੈਠ ਗਏ। ਜਿੰਨੀਆਂ ਵੀ ਰਾਣੀਆਂ ਸਨ ਕ੍ਰਿਸ਼ਨ ਭਗਵਾਨ ਦੀਆਂ 360 ਦੱਸਿਆ, ਹੋਰ ਵੀ ਬਹੁਤ ਸਨ। ਜਾਣੀ ਨਾਰਦ ਦੇ ਆਲੇ ਦੁਆਲੇ ਬੈਠ ਗਈਆਂ ਸਾਰੀਆਂ।
ਕਹਿਣ ਲੱਗਿਆ ਰਿਸ਼ੀ ਜੀ ਸਾਡੇ ਤੇ ਕਿਰਪਾ ਕਰੋ ਬਈ ਸਾਨੂੰ ਵਰ ਦਿਓ ਤੁਸੀਂ ਹਰ ਜਨਮ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਸਾਡੇ ਪਤੀ ਦੇਵ ਬਣਿਆ ਕਰਨ। ਯਾਨੀ ਨਾਰਦ ਨੂੰ ਉਹਨਾਂ ਨੇ ਅਰਜ਼ੀ ਕਰੀ। ਨਾਰਦ ਕਹਿਣ ਲੱਗਿਆ ਬਈ ਇਹ ਅਸੂਲ ਹੈ ਪ੍ਰਮਾਤਮਾ ਦਾ ਬਈ ਜਿਹੜੀ ਚੀਜ਼ ਨੂੰ ਦਾਨ ਕਰੋਗੇ ਅੱਗੇ ਮਿਲਦੀ ਹੈ, ਤੇ ਗੁਰੂ ਘਰ ਦੇ ਵਿੱਚ ਵੀ ਅਸੂਲ ਹੈ। ਕਈ ਕਿਸਮ ਦਾ ਦਾਨ, ਜਿਹੀ ਜੀ ਧਰਤੀ 'ਚ ਤੁਸੀਂ ਬੀਜ ਬੀਜੋਗੇ ਜਾਣੀ ਉਹ ਹੈ ਜਾਂ ਫੜੇਗਾ। ਨਿਆਈ 'ਚ ਬੀਜੋਗੇ ਜ਼ਿਆਦਾ ਫੜੇਗਾ, ਰੇਤੇ 'ਚ ਬੀਜੋਗੇ ਥੋੜਾ ਫੜੇਗਾ, ਜੇ ਕਲਰ 'ਚ ਬੀਜ ਦੋਗੇ ਉੱਥੇ ਨਹੀਂ ਹੋਵੇਗਾ। ਇਉਂ ਕਰਕੇ ਦਾਨ ਕਰ ਦਿਓ ਕ੍ਰਿਸ਼ਨ ਭਗਵਾਨ, ਫਿਰ ਇਹੀ ਤੁਹਾਨੂੰ ਅੱਗੇ ਮਿਲਣਗੇ। ਜਾਣੇ ਉਹਨਾਂ ਨੇ ਕ੍ਰਿਸ਼ਨ ਭਗਵਾਨ ਨੂੰ ਦਾਨ ਕਰ ਦਿੱਤਾ, ਚੂੜੀ ਛੱਡ ਦਿੱਤੀ। ਚੂੜੀ ਕਹਿੰਦੇ ਨੇ ਆਪਾਂ ਅਰਦਾਸ ਕਰ ਦਿੰਦੇ ਹਾਂ, ਉਹ ਚੂੜੀ ਛੱਡਦੇ ਨੇ। ਚੂੜੀ ਛੱਡਦੇ ਜਾਣੀ ਕ੍ਰਿਸ਼ਨ ਭਗਵਾਨ ਦਾਨ ਕਰ ਦਿੱਤੇ। ਜਦ ਨੂੰ ਕ੍ਰਿਸ਼ਨ ਭਗਵਾਨ ਵੀ ਆ ਗਏ ਬਾਹਰ, ਨਾਰਦ ਨੇ ਮੋਢਿਓਂ ਫੜ ਲਏ। ਕਹਿੰਦੇ ਮਹਾਰਾਜ ਜੀ ਤੁਸੀਂ ਤਾਂ ਦਾਨ ਹੋ ਗਏ, ਤੁਹਾਡਾ ਹੁਣ ਕੀ ਹੱਕ ਹੈ ਘਰ ਦੇ ਵਿੱਚ, ਚਲੋ ਚੱਲੀਏ ਬਾਹਰ। ਜਦ ਕ੍ਰਿਸ਼ਨ ਭਗਵਾਨ ਬਾਹਰ ਨੂੰ ਤੁਰਨ ਲੱਗੇ ਤਾਂ ਉਹਨਾਂ ਨੇ ਰੋਣਾ ਪਿੱਟਣਾ ਸ਼ੁਰੂ ਕਰ ਦਿੱਤਾ ਰਾਣੀਆਂ ਨੇ, ਬਈ ਆਦਮੀ ਦੇ ਬਗੈਰ ਘਰ ਦਾ ਕੀ ਬਣਦਾ। ਉਹ ਕਹਿਣ ਲੱਗਾ ਮੈਂ ਕੋਈ ਜ਼ਬਰਦਸਤੀ ਤਾਂ ਨਹੀਂ ਲਿਜਾਣ ਲੱਗਿਆ, ਤੁਸੀਂ ਦਾਨ ਨਹੀਂ ਕਰਿਆ। ਦਾਨ ਕੀਤੀ ਹੋਈ ਚੀਜ਼ ਜਿਹੜੀ ਜਿਸ ਨੂੰ ਦਾਨ ਕਰ ਦੋ ਉਸ ਦੀ ਹੋ ਜਾਂਦੀ। ਫਿਰ ਕ੍ਰਿਸ਼ਨ ਭਗਵਾਨ ਕਹਿੰਦੇ ਠੀਕ ਹੈ ਠੀਕ ਹੈ, ਇਹਨਾਂ ਨੇ ਦਾਨ ਕਰ ਦਿੱਤਾ, ਮੈਂ ਜਿੱਥੇ ਮਰਜ਼ੀ ਲੈ ਚਲੋ ਮੈਨੂੰ। ਜਾਣੀ ਉਹਨਾਂ ਨੇ ਬਹੁਤ ਤਰਲੇ ਕਰੇ। ਨਾਰਦ ਨੂੰ ਕਹਿਣ ਲੱਗੀਆਂ ਮਹਾਰਾਜ ਜੀ ਤੁਸੀਂ ਵੀ ਕੋਈ ਰੇਖ ਦੇ ਵਿੱਚ ਵੇਖ ਮਾਰੋ ਬਈ ਸਾਨੂੰ ਉਪਾਅ ਦੱਸੋ। ਜਾਣੀ ਉਹ ਕਹਿਣ ਲੱਗੀਆਂ ਬਈ ਤੁਸੀਂ ਕ੍ਰਿਸ਼ਨ ਭਗਵਾਨ ਨੂੰ ਛੱਡ ਲਓ, ਇਹਨਾਂ ਦੇ ਬਰਾਬਰ 7 ਗਹਿਣੇ ਲੈ ਲਓ, ਇਹਨਾਂ ਦੇ ਬਰਾਬਰ ਅਸੀਂ ਗਹਿਣੇ ਤੋਲ ਕੇ ਦੇ ਦਿੰਦੀ ਹਾਂ। ਨਾਰਦ ਜੀ ਕਹਿੰਦਾ ਇਉਂ ਕਰ ਲਓ, ਤੋਲ ਲਓ ਗਹਿਣੇ, ਤੋਲ ਲਓ ਗਹਿਣੇ। ਦੱਸਦੇ ਨੇ ਵੀ ਤੱਕੜ ਮੰਗਾ ਲਿਆ ਬੜਾ। ਤੱਕੜ ਮੰਗਾਉਣ ਤੇ ਇੱਕ ਪਾਸੇ ਦਾ ਕ੍ਰਿਸ਼ਨ ਭਗਵਾਨ ਨੂੰ ਵਾੜ ਲਿਆ ਤੱਕੜ 'ਚ, ਇੱਕ ਪਾਸੇ ਹੁਣ ਉਹ ਗਹਿਣੇ ਪਾਉਂਦੀਆਂ 360 ਰਾਣੀਆਂ। ਗਹਿਣੇ ਦੇਖੋ ਵੀ ਇੱਕ ਤਾਂ ਅਵਤਾਰ ਸਨ, ਉਹ ਇੱਕੋ ਰਾਜੇ ਸਨ, ਕਿਤਨੇ ਗਹਿਣੇ ਹੋਣਗੇ ਉਹਨਾਂ ਦੇ ਕੋਲ। ਨਾ ਹੀਰੇ ਲਾਲ ਜਵਾਹਰਾਤ, ਬਹੁਤ ਕੁਛ ਮੋਤੀਆਂ ਦੇ ਹਾਰ ਹੁੰਦੇ ਸਨ ਉਸ ਟਾਈਮ 'ਚ। ਜਾਣੀ ਉਹ ਤੱਕੜ ਭਰ ਗਿਆ ਸਾਰਾ, ਕਈ ਮਣ ਹੋ ਗਏ ਗਹਿਣੇ। ਕਈ ਮਨ ਗਹਿਣੇ ਹੋਣ ਤੇ ਕ੍ਰਿਸ਼ਨ ਭਗਵਾਨ ਵਾਲਾ ਪਲੜਾ ਜਿਹੜਾ ਉਹ ਧਰਤੀ ਤੋਂ ਨਹੀਂ ਉੱਠਦਾ, ਉਹ ਧਰਤੀ ਤੋਂ ਨਹੀਂ ਉੱਠਦਾ, ਗਹਿਣੇ ਉੱਚੇ ਚਲੇ ਗਏ। ਜਾਣੀ ਉਹ ਜੋਰ ਲਾਟੀਆਂ ਗਹਿਣੇ ਪਾ ਪਾ ਕੇ ਸਾਰਾ ਸੋਨਾ ਸਾਰਾ ਤਨ ਪਾ ਦਿੱਤਾ। ਕ੍ਰਿਸ਼ਨ ਭਗਵਾਨ ਧਰਤੀ ਤੋਂ ਨਹੀਂ ਉੱਠਦੇ। ਫਿਰ ਉਹ ਨਾਰਦ ਨੂੰ ਕਹਿਣ ਲੱਗਿਆ ਮਹਾਰਾਜ ਹੁਣ ਤੁਸੀਂ ਕੋਈ ਕਿਰਪਾ ਕਰੋ, ਅਸੀਂ ਤਾਂ ਜ਼ੋਰ ਲਾ ਲਿਆ, ਨਹੀਂ ਵੀ ਇਹਨਾਂ ਦੇ ਬਰਾਬਰ ਸੋਨਾ ਉਤਰਿਆ। ਸੋਨਾ ਬਰਾਬਰ ਕਿਉਂ ਨਾ ਉਤਰਿਆ? ਸੱਤ ਜੀ ਦੇ ਬਰਾਬਰ ਸੱਤ ਚੀਜ਼ ਕੀ ਮਾਇਨੇ ਰੱਖਦੀ ਹੈ? ਉਹ ਤਾਂ ਸੱਤ ਸਨ, ਪਦਾਰਥ ਸੱਤ ਨੇ। ਜਿਹੜੀ ਸੱਤ ਚੀਜ਼ ਆ ਉਹ ਤਾਂ ਨਾਸ ਹੋ ਜਾਂਦੀ ਹੁੰਦੀ ਹੈ, ਉਹ ਸਦਾ ਨਹੀਂ ਰਹਿੰਦੀ ਹੁੰਦੀ। ਪਰਮੇਸ਼ਰ ਨੇ ਸਦਾ ਰਹਿਣਾ, ਉਹਦੇ ਨਾਲ ਸੱਤ ਪਦਾਰਥ ਕਿਵੇਂ ਬਿਲ ਖਾ ਜਾਣਗੇ? ਨਹੀਂ ਚੱਕਿਆ ਉਸਨੂੰ ਕ੍ਰਿਸ਼ਨ ਭਗਵਾਨ ਨੂੰ। ਤਾਂ ਦੱਸਦੇ ਨੇ ਵੀ ਫਿਰ ਜਦ ਬਹੁਤ ਹੀ ਤਰਲੇ ਕਰਨ ਲੱਗ ਗਈਆਂ, ਕਹਿਣ ਲੱਗੇ ਅੱਛਾ ਤੁਲਸੀ ਦਾ ਪੱਤਾ ਲਿਆਓ। ਤੁਲਸੀ ਕੋ ਥੋੜਾ ਜਿਹਾ ਦਰਖਤ ਦਾ ਬੂਟਾ ਜਿਹਾ ਹਿੰਦੂ ਮਤ ਦੇ ਵਿੱਚ ਉਸਨੂੰ ਚੰਗਾ ਮੰਨਿਆ। ਦੱਸਦੇ ਨੇ ਵੀ ਤੁਲਸੀ ਦਾ ਪੱਤਾ ਲਿਆਂਦਾ, ਨਾਰਦ ਨੇ ਉਸ ਦੇ ਉੱਤੇ ਰਾਮ ਲਿਖ ਦਿੱਤਾ। ਰਾਮ ਲਿਖਣ ਤੇ ਜਦ ਗਹਿਣੇ ਵਾਲੇ ਪਾਸੇ ਉਹ ਪੱਤਾ ਰੱਖਿਆ, ਕ੍ਰਿਸ਼ਨ ਮਹਾਰਾਜ ਜੀ ਦਾ ਪਰੜਾ ਉੱਚਾ ਚਲਿਆ। ਜਾਣੀ ਉਹ ਜ਼ਾਹਰ ਹੋ ਗਿਆ ਵੀ ਕ੍ਰਿਸ਼ਨ ਮਹਾਰਾਜ ਜੀ ਹੌਲੇ ਹੋ ਗਏ, ਇਹ ਭਾਰਾ ਹੋ ਗਿਆ ਪਰੜਾ। ਭਾਰਾ ਕੀ ਹੋਇਆ? ਭਾਰਾ ਤਾਂ ਨਾਮ ਹੋਇਆ ਨਾ। ਕਹਿਣ ਲੱਗੇ ਹੁਣ ਗਹਿਣੇ ਲਾਓ। ਸਾਰੇ ਗਹਿਣੇ ਲਾ ਦਿੱਤੇ, ਇੱਕ ਚੌਲ ਪਰ ਪੱਤਾ ਪਿਆ ਉਹਦੇ ਵਿੱਚ ਪੱਲੜ ਦੇ, ਤੇ ਕ੍ਰਿਸ਼ਨ ਮਹਾਰਾਜ ਉਸ ਨੂੰ ਚੱਕ ਨਹੀਂ ਸਕੇ। ਹੋਇਆ ਨਾ ਨਾਮ ਭਾਰਾ। ਪਰਮੇਸ਼ਰ ਹੌਲਾ ਨਿਕਲਿਆ, ਨਾਮ ਭਾਰਾ ਨਿਕਲਿਆ। ਨਾਰਦ ਜੀ ਕਹਿਣ ਲੱਗੇ ਰੱਖੋ ਕ੍ਰਿਸ਼ਨ ਭਗਵਾਨ ਨੂੰ ਤੁਸੀਂ, ਅਸੀਂ ਤਾਂ ਪਰਮੇਸ਼ਰ ਦਾ ਭਜਨ ਕਰਨਾ ਹੈ। ਜਾਣੇ ਉਹ ਹਰੀ ਦੇ ਗੁਣ ਗਾਉਂਦੇ ਬਾਹਰ ਨੂੰ ਚਲੇ ਗਏ। ਜਾਣੇ ਉੱਥੇ ਜਣਾ ਦਿੱਤਾ ਵੀ ਪਰਮੇਸ਼ਰ ਦੇ ਨਾਲ
ਪਰਮੇਸ਼ਰ ਦਾ ਨਾਮ ਪਾਰ। ਆਓ ਤੁਹਾਨੂੰ ਹੋਰ ਸੁਣਾ ਦਿੰਦੇ। ਨਾਮਦੇਵ ਜੀ, ਕਿਸੇ ਸੇਠ ਨੇ ਜੱਗ ਕਰਿਆ, ਨਾਮਦੇਵ ਜੀ ਨੂੰ ਵੀ ਨਿਮੰਤਰਣ ਦਿੱਤਾ। ਉਸਨੇ ਮਹਾਰਾਜ ਜੀ ਤੁਸੀਂ ਵੀ ਜੱਗ ਦੇ ਵਿੱਚ ਆਇਓ। ਉਹ ਕਹਿਣ ਲੱਗੇ ਭਾਈ ਸਾਨੂੰ ਤਾਂ ਠੀਕ ਹੀ ਹੈ, ਤੁਸੀਂ ਸਾਧੂ ਮਹਾਤਮਾ ਨੂੰ ਸਿਖਾਓ। ਉਹ ਕਹਿਣ ਲੱਗਾ ਨਹੀਂ ਮਹਾਰਾਜ, ਜਾਣੀ ਬਹੁਤ ਪ੍ਰੇਮ ਕੀਤਾ ਸੇਠ ਨੇ। ਨਾਮਦੇਵ ਜੀ ਚਲੇ ਗਏ। ਜਾਣ ਤੇ ਉਹ ਰਿਵਾਜ ਹੁੰਦਾ ਸੀ ਅੱਗੇ, ਜਦ ਪ੍ਰਸ਼ਾਦਾ ਪਾਣੀ ਛਕਾਉਣਾ ਬਾਅਦ ਦੇ ਵਿੱਚ ਫਿਰ ਦਸ਼ਣਾ ਦਿੰਦੇ ਹੁੰਦੇ ਸਨ। ਸਾਰੇ ਮਹਾਤਮਾ ਨੂੰ ਦਸ਼ਣਾ ਦਿੱਤੀਆਂ। ਨਾਮਦੇਵ ਜੀ ਨੂੰ ਕਹਿਣ ਲੱਗਾ ਸੇਠ ਮਹਾਰਾਜ ਜੀ, ਮੈਂ ਚਾਹੁੰਦਾ ਵੀ ਤੁਸੀਂ ਕੋਈ ਮੇਰੇ ਤੋਂ ਚੰਗੀ ਚੀਜ਼ ਮੰਗੋ, ਜਾਣੀ ਬਹੁਤੀ ਚੀਜ਼ ਮੰਗੋ। ਉਹ ਕਹਿਣ ਲੱਗੇ ਭਾਈ ਸਾਡੇ ਕੋਲ ਤਾਂ ਪਰਮੇਸ਼ਰ ਦਾ ਦਿੱਤਾ ਹੈ ਸਭ ਕੁਛ ਹੈ, ਸਾਨੂੰ ਕਿਸੇ ਦੀ ਚੀਜ਼ ਦੀ ਲੋੜ ਨਹੀਂ ਹੈ। ਕਹਿਣ ਲੱਗਾ ਮਹਾਰਾਜ ਜੀ ਤੁਸੀਂ ਮੇਰੇ ਤੋਂ ਸੋਨਾ ਲਓ। ਸੋਨਾ ਕਹਿਣ ਲੱਗੇ ਸਾਡੀ ਸੋਨਾ ਕੀ ਕਰਨਾ ਭਾਈ, ਜਾਣੀ ਉਹ ਖਹਿੜੇ ਪੈ ਗਿਆ ਉਹ ਸੇਠ। ਕਹਿਣ ਲਿਆ ਚੰਗਾ ਫਿਰ ਤੁਲਸੀ ਦਾ ਪੱਤਾ ਲੈ ਕੇ ਰਾ ਲਿਖਿਆ ਉਹਨੇ, ਰਾ ਕੱਲਾ ਹੀ, ਮੰਮਾ ਨਹੀਂ ਅੱਗੇ ਲਿਖਿਆ। ਕਹਿੰਦੇ ਫਿਰ ਇਹਦੇ ਬਰਾਬਰ ਤੋਲ ਦੇ, ਤੁਹਾਨੂੰ ਇਹਦੇ ਬਰਾਬਰ ਤੋਲ ਦੇ। ਦੱਸਦੇ ਨੇ ਵੀ ਤੱਕੜ ਦੇ ਵੀ ਪਹਿਲਾਂ ਛੋਟਾ ਜਿਹਾ ਲੰਬੀ ਤੱਕੜੀ। ਉਹਨੇ ਕਿਹਾ ਵੀ 1 ਚੌਲ ਪਰ ਸੋਨਾ ਪਊਗਾ, ਪੱਤੇ ਦੇ ਬਰਾਬਰ ਹੋਰ ਕੀ ਪੈਣਾ। ਤੇ ਉਹ ਪੱਤਾ ਹਿੱਲਿਆ ਹੀ ਨਾ। ਅਖੀਰ ਤੱਕੜਾਂ ਥਾਈ ਨਾਉਤ ਪਹੁੰਚ ਗਈ ਜਿਨ੍ਹਾਂ ਦੇ ਵਿੱਚ ਮਣੀ ਤੋਲਿਆ ਜਾਂਦਾ। ਉਹ ਤੁਲਸੀ ਦਾ ਪੱਤਾ ਤੱਕੜ ਦੇ ਵਿੱਚ ਪਿਆ, ਸਾਰਾ ਤੱਕੜ ਭੰਨ ਦਿੱਤਾ ਸੋਨੇ ਨਾਲ। ਉਹ ਬੜਾ ਸੇਠ ਸਾਹ, ਨਾਤੇ ਵੀ ਉਸਦੇ ਬੜੇ ਬੜੇ ਸੇਠ ਸਨ, ਜਾਨੀ ਸਾਰਾ ਸੋਨਾ ਲਿਆ ਕੇ ਤੱਕੜ ਚ ਪਾਤਾ। ਉਹ ਰਾ ਸ਼ਬਦ ਧਰਤੀ ਤੋਂ ਨਹੀਂ ਉੱਠਦਾ। ਉਹ ਹੈਰਾਨ ਪਰੇਸ਼ਾਨ ਹੋ ਗਿਆ ਸੇਠ, ਚਰਨੀ ਪੈ ਗਿਆ ਨਾਮਦੇਵ ਜੀ ਦੇ। ਮਹਾਰਾਜ ਜੀ ਇਹ ਕੀ ਕੌਤਕ ਹੈ। ਕਹਿੰਦੇ ਭਾਈ ਨਾਮ ਦੇ ਬਰਾਬਰ ਕੋਈ ਪਦਾਰਥ ਤੁਲ ਨਹੀਂ ਸਕਦਾ। ਅਸੀਂ ਤਾਂ ਪਰਮੇਸ਼ਰ ਦਾ ਨਾਮ ਸਾਡੇ ਤਾਂ ਅੰਦਰ ਵਸਿਆ ਹੋਇਆ। ਜਿਹਦੇ ਕੋ ਨਾਮ ਆ ਗਿਆ ਦੱਸਿਆ ਵੀ ਇਸ ਨੂੰ ਪਰਮੇਸ਼ਰ ਦੇ ਨਾਮ ਨੂੰ ਰਸਾਇਣ ਦੱਸੇ। ਜਿਹਦੇ ਪਾਸ ਕਹਿੰਦੇ ਰਸਾਇਣ ਆ ਉਸ ਨੂੰ ਧਨ ਦਾ ਘਾਟਾ ਨਹੀਂ ਰਹਿਣਾ। ਵੀ ਇਹ ਸਾਡੇ ਵਾਸਤਾ ਪਰਮੇਸ਼ਰ ਦਾ ਨਾਮ ਹੈ, ਇਹ ਤਾਂ ਝੂਠੇ ਪਦਾਰਥ ਨੇ। ਇਹ ਸਤ ਵਸਤ ਦੇ ਬਰਾਬਰ ਝੂਠਾ ਪਦਾਰਥ ਕੁਛ ਮਾਇਨੇ ਨਹੀਂ ਰੱਖਦਾ। ਜਾਣੀ ਉਸ ਨੂੰ ਜਣਾਇਆ ਬਈ ਪਰਮੇਸ਼ਰ ਦਾ ਜਿਹੜਾ ਨਾਮ ਹੈ ਸਭ ਤੇ ਭਾਰਾ ਹੈ, ਜਾਣੀ ਪਰਮੇਸ਼ਰ ਨਾਲੋਂ ਵੀ ਭਾਰਾ ਨਾਮ। ਨਾ ਜੋ ਉੱਥੇ ਹੀ ਫਿਰ ਜੁੱਧੇ। ਉਹ ਪੰਡਤ ਕਹਿਣ ਲੱਗੇ ਮਹਾਰਾਜ 2 ਦਫਾ ਜੁੱਧਿਆ, 1 ਦਫਾ ਤਾਂ ਗਈ ਹੈ ਸੁਰਗਾਂ ਨੂੰ, 1 ਦਫਾ ਗਈ ਹੈ ਬੈਕੁੰਠਾਂ ਨੂੰ। ਮਹਾਰਾਜ ਕਹਿਣ ਲੱਗੇ ਹੁਣ ਸਾਰੀ ਦੁਨੀਆ ਜਾ ਸਕਦੀ, ਸਾਰੀ ਦੁਨੀਆ ਜਾ ਸਕਦੀ ਆ ਹੁਣ। ਕਹਿਣ ਲੱਗੇ ਮਹਾਰਾਜ ਜੀ, ਉਹ ਹੈਰਾਨ ਹੋ ਗਏ ਪੰਡਤ ਵੀ ਸਾਰੀ ਦੁਨੀਆ ਕਿਵੇਂ ਜਾ ਸਕਦੀ ਹੈ। ਕਹਿੰਦੇ ਪਰਮੇਸ਼ਰ ਦਾ ਭਜਨ ਕਰਕੇ ਜਾ ਸਕਦੀ। ਇਹ ਤਾਂ ਬੈਕੁੰਠ ਦੇ ਸੁਰਗ ਹੀ ਹਨ। ਇਹ ਤਾਂ ਪਰਮੇਸ਼ਰ ਦਾ ਭਜਨ ਕਰਕੇ ਤਾਂ ਅਟਲ ਪਦਵੀ ਵੀ ਮਿਲ ਸਕਦੀ ਹੈ, ਅਟਲ ਪਦਵੀ ਮਿਲ ਸਕਦੀ ਹੈ। ਕਹਿੰਦੇ ਉੱਥੋਂ ਫਿਰ ਗਿਰਣਾ ਨਹੀਂ ਹੁੰਦਾ ਹੈ। ਇਹ ਤਾਂ ਪਦਵੀਆਂ ਨਾਸਵੰਤ ਨੇ, ਸੁਰਗ ਨੇ ਰਹਿਣਾ ਨਹੀਂ ਹੈ। ਇੱਥੋਂ ਦਾ ਫੇਰ ਗਿਰਨਾ ਪੈਣਾ, ਫੇਰ ਗਿਰਨਾ ਪੈਣਾ। ਕਿਸ ਤਰ੍ਹਾਂ ਗਿਰਨਾ ਪੈਣਾ? ਰਾਮਚੰਦਰ ਜੀ ਦਰਬਾਰ ਲੱਗਿਆ ਹੋਇਆ ਬੈਠੇ ਹਨ, ਉਹਨਾਂ ਦੇ ਗੁਰੂ ਵਸ਼ਿਸ਼ਟ ਜੀ ਵੀ ਬੈਠੇ ਹਨ। ਗੱਲਾਂ ਬਾਤਾਂ ਵਚਨ ਮੁਲਾਜ ਜੋ ਰਾਜਿਆਂ ਦੇ ਹੁੰਦੇ ਨੇ ਕਰ ਰਹੇ ਹਨ। ਜਾਣੀ ਵਿਸ਼ਨੂੰ ਦਾ ਅਵਤਾਰ ਹੋਣ ਕਰਕੇ ਮਹਾਂਪੁਰਸ਼ ਵੀ ਬੈਠੇ ਨੇ ਵਿੱਚ। ਕੀ ਦੇਖਿਆ? ਇੱਕ ਕੀੜਾ, 2 ਟੰਗਾਂ ਉਹਦੀਆਂ ਪਿਛਲੀਆਂ ਟੁੱਟੀਆਂ ਹੋਈਆਂ ਨੇ, ਯਾਨੀ ਉਹ ਕੰਧ ਉੱਤੇ ਚੜਦਾ, ਚੜ ਨਹੀਂ ਹੁੰਦਾ, ਡਿੱਗ ਪੈਂਦਾ। ਕਿਉਂ? ਟੰਗਾਂ 'ਚ ਜ਼ੋਰ ਨਹੀਂ, ਡਿੱਗਣਾ ਹੀ ਆ ਕੀੜੇ ਨੇ। ਯਾਨੀ ਰਾਮਚੰਦਰ ਜੀ ਹੱਸਦੇ ਨੇ ਦੇਖ। ਵਸ਼ਿਸ਼ਟ ਜੀ ਪੁੱਛਣ ਲੱਗੇ ਰਾਮਚੰਦਰ ਜੀ ਹੱਸਦੇ ਕਿਉਂ?